ਆਪਾਂ ਆਨੰਦ ਸਾਹਿਬ ਜਿਹੜਾ ਹੈਗਾ ਰਾਮਕਲੀ ਰਾਗ ਦੇ ਵਿੱਚ ਤੀਸਰੀ ਪਾਤਸ਼ਾਹੀ ਨੇ ਜਿਹੜਾ ਆਨੰਦ ਸਾਹਿਬ ਦੇ ਜਿਹੜੇ ਹੈਗੇ ਆ ਬਾਣੀ ਜਿਹੜੀ ਹੈਗੀ ਆ ਆਪਾਂ ਨੂੰ ਇਹ ਅੰਦਰ ਦੀ ਜਿਸ ਤਰ੍ਹਾਂ ਜਿਹੜੀ ਧਿਆਨ ਸਿਮਰਨ ਦੀ ਪੂਰੀ ਯਾਤਰਾ ਹੈਗੀ ਉਹ ਆਨੰਦ ਸਾਹਿਬ ਦੇ ਰੂਪ ਦੇ ਵਿੱਚ ਮਹਾਰਾਜ ਨੇ ਉਹਦਾ ਵਰਣਨ ਕੀਤਾ ਹੈ। ਉਹਦੀ ਆਪਾਂ ਨੇ 35ਵਾਂ ਅੰਕ ਕੀਤਾ ਸੀਗਾ। ਹੁਣ ਆਪਾਂ ਜਿਹੜੇ ਹੈਗੇ 36ਵਾਂ ਲੈ ਰਹੇ ਹਾਂ। 35ਵੇਂ ਦੇ ਵਿੱਚ ਮਹਾਰਾਜ ਆਪਣੇ ਸਰੀਰ ਤੋਂ ਜਿਹੜੇ ਹੈਗੇ ਕੁਐਸਚਨ ਕਰ ਰਹੇ ਸੀਗੇ ਵੀ ਆਪਾਂ ਆਪਣੇ ਆਪ ਤੋਂ ਕੁਐਸਚਨ ਕਰੀਏ ਬਈ ਇਹ ਸਰੀਰਾ ਮੇਰੇ ਇਸ ਜਗ में आए के क्या तुद कर्म कमाया ਬਈ ਤੂੰ ਸੰਸਾਰ ਦੇ ਵਿੱਚ ਆਏ ਆ ਤੇ ਮੇਰੇ ਸਰੀਰ ਤੂੰ ਇਹ ਮਨੁੱਖੀ ਸਰੀਰ ਮਿਲਿਆ, ਤੈਨੂੰ ਮਨੁੱਖੀ ਦੇਹੀ ਮਿਲੀ ਹੈ ਤੇ ਮਨੁੱਖੀ ਦੇਹੀ ਦੇ ਨਾਲ ਕੀ ਕੰਮ ਕੀਤਾ ਹੈ? ਇਹ ਮਨੁੱਖੀ ਸਰੀਰ ਲੈ ਕੇ ਤੂੰ ਕੀ ਕੰਮ ਕੀਤਾ ਹੈ? ਇਹ ਸਰੀਰ ਤੋਂ ਤੂੰ ਸਰੀਰ ਦਾ ਕੀ ਉਪਯੋਗ ਕੀਤਾ ਹੈ? फिर क्वेश्चन करते हैं कि के कर्म कमाया तू सिरा जात तू जग में आया भाई की काम किया है मेरे शरीर तू संसार दे विच आए हे इंसान जिन हर तेरा रचन रचा सो हर मन ना वसाया। जिस मालक परमात्मा ने तेनू ये शरीर दिता तो शरीर दे के संसार दे विच भेजिया वो मालक परमात्मा जिहड़ा हैगा ਉਹਨੂੰ ਆਪਣੇ ਮਨ ਦੇ ਵਿੱਚ नहीं ਵਸਾਇਆ। ਉਹ ਮਨ ਦੇ ਵਿੱਚ ਤੇਰੇ ਅੰਦਰ ਹੀ ਮਾਲਕ ਪਰਮਾਤਮਾ ਜਿਹੜਾ ਹੈਗਾ ਬੈਠਾ ਹੈ ਤੇ ਉਹ ਮਾਲਕ ਪਰਮਾਤਮਾ ਨੂੰ ਤੂੰ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਹਜ਼ੂਰੀ ਜਿਹੜੀ ਹੈ ਮਹਿਸੂਸ ਹੀ ਨਹੀਂ ਕੀਤੀ। ਤੂੰ ਬਾਹਰ ਹੀ ਘੁੰਮਦਾ ਰਿਹਾ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਜਿਹੜਾ ਹੈਗਾ ਮਨ ਦੇ ਵਿੱਚ ਵਸਣਾ ਜਿਨ੍ਹਾਂ ਦੇ ਵਸਿਆ ਆ ਔਰ ਪਿਛਲੀ ਜਿਹੜੀ ਉਹਨਾਂ ਦੀ ਕਮਾਈ ਹੈਗੀ ਕਿਰਤ ਹੈਗੀ ਕੁਛ ਜਿਹੜਾ ਹੈਗਾ ਧਿਆਨ ਸਿਮਰਨ ਕੀਤਾ ਹੈ ਇਸ ਪਾਸੇ ਗਤੀ ਕੀਤੀ ਹੈ ਤੇ ਉਹ ਵੀ ਐਡ ਹੋ ਜਾਂਦੀ ਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੇ ਚਿੱਤ ਲਾਇਆ। ਕਹਿੰਦੇ ਸਰੀਰ ਜਿਹੜਾ ਹੈਗਾ ਪ੍ਰਵਾਨ ਹੋ ਜਾਂਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਚਿੱਤ ਲਗਾਇਆ, ਸਤਿਗੁਰੂ ਦੇ ਅਨੁਸਾਰ ਜਿਨ੍ਹਾਂ ਨੇ ਯਾਤਰਾ ਕੀਤੀ ਆ, ਜਿਨ੍ਹਾਂ ਨੇ ਬ੍ਰਹਮ ਗਿਆਨ ਲਿਆ ਆ। ਹੁਣ ਜਿਹੜਾ ਹੈਗਾ 36ਵਾਂ ਅੰਕ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਆਵਰ ਨਾ ਦੇਖੋ ਕੋਈ। ਹੁਣ ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਆਪਣੀਆਂ ਅੱਖਾਂ ਨੂੰ ਨੇਤਰਾਂ ਨੂੰ ਕਹਿ ਰਹੇ ਆ ਕਿ ਮਾਲਕ ਪਰਮਾਤਮਾ ਨੇ ਤੁਹਾਨੂੰ ਜਿਹੜਾ ਹੈਗਾ ਦੇਖਣ ਦੀ ਜਿਹੜੀ ਹੈਗੀ ਆ ਦੇਖਣ ਦੀ ਜੋਤ ਜਿਹੜੀ ਹੈ ਮਾਲਕ ਪਰਮਾਤਮਾ ਨੇ ਦਿੱਤੀ ਹੈ ਤੁਹਾਨੂੰ ਔਰ ਇਹਨਾਂ ਅੱਖਾਂ ਦੇ ਨਾਲ ਜਿੱਥੇ ਵੀ ਤੁਸੀਂ ਦੇਖਦੇ ਹੋ ਜਿੱਥੇ ਵੀ ਆਪਾਂ ਦੇਖਦੇ ਹਾਂ ਕਹਿੰਦੇ ਉਹ ਮਾਲਕ ਪਰਮਾਤਮਾ ਤੋਂ ਇਲਾਵਾ ਜਿਹੜਾ ਹੈਗਾ ਕਿਸੇ ਨੂੰ ਨਾ ਦੇਖੋ। ਹੋਰ ਕੋਈ ਨਹੀਂ ਹੈਗਾ ਦੁਨੀਆ ਦੇ ਵਿੱਚ। ਇੱਕੋ ਮਾਲਕ ਪਰਮਾਤਮਾ ਹੀ ਜਿਹੜਾ ਹੈਗਾ ਅਲੱਗ-ਅਲੱਗ ਰੂਪ ਦੇ ਵਿੱਚ ਹਰ ਪਾਸੇ ਜਿਹੜਾ ਹੈਗਾ ਉਹ ਆਕਾਰ ਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਹੀ ਹੈਗਾ। ਉਸੇ ਨੂੰ ਦੇਖੋ। ਜੇ ਆਪਾਂ ਜਿਹੜਾ ਹੈਗਾ ਅਲੱਗ-ਅਲੱਗ ਆਕਾਰ ਦੇ ਵਿੱਚ ਜਿਹੜਾ ਹੈਗਾ ਅਲੱਗ-ਅਲੱਗ ਆਕਾਰਾਂ ਨੂੰ ਦੇਖਾਂਗੇ ਫਿਰ ਆਪਣੇ ਵਿਚਾਰ ਜਿਹੜੇ ਹੈਗੇ ਉਹਦੇ ਨਾਲ ਜਿਹੜੇ ਆਪਾਂ ਸੰਸਾਰ ਦੇ ਨਾਲ ਵੱਜ ਜਾਵਾਂਗੇ। ਵਿਚਾਰਾਂ ਦੇ ਵਿੱਚ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਕਹਿੰਦੇ ਉਹ ਮਾਲਕ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਨੂੰ ਨਾ ਦੇਖੋ। ਜੋ ਕੁਛ ਵੀ ਤੁਹਾਡੇ ਨਜ਼ਰਾਂ ਦੇ ਵਿੱਚ ਨਿਗਾਹ ਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ। ਕਹਿੰਦੇ ਸੰਸਾਰ ਜਿਹੜਾ ਹੈਗਾ ਇਹ ਜਿਹੜਾ ਵਿਸ਼ ਸੰਸਾਰ ਹੈ। ਕਿਉਂ ਵਿਸ਼ ਕਿਉਂ ਹੈਗਾ? ਵਿਸ਼ ਕਹਿੰਦੇ ਜ਼ਹਿਰ ਨੂੰ। ਇਹ ਜੋ ਕੁਛ ਵੀ ਦੇਖ ਰਿਹਾ ਹੈ ਆਪਾਂ ਨੂੰ ਇਹ ਜਿਹੜਾ ਹੈਗਾ ਇਹਨੇ ਮੋਹ ਦੀ ਜ਼ਹਿਰ ਆਪਾਂ ਨੂੰ ਚੜਾ ਦੇਣੀ ਹੈ। ਇਹਨੇ ਆਪਾਂ ਨੂੰ ਮੋਹ ਲੈਣਾ ਹੈ ਸੰਸਾਰ ਨੇ। ਇਸ ਕਰਕੇ ਇਹ ਜਿਹੜਾ ਹੈਗਾ ਵਿਸ਼ ਸੰਸਾਰ ਹੈਗਾ। ਇਹ ਵਿਸ਼ ਸੰਸਾਰ ਤੁਮ ਦੇਖਦੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹਰ ਕਾ ਰੂਪ ਹੈ। ਕਹਿੰਦੇ ਪਰਮਾਤਮਾ ਦਾ ਰੂਪ ਹੈਗਾ। ਇਹ ਵੀ ਪਰਮਾਤਮਾ ਤੋਂ ਹੀ ਪ੍ਰਗਟ ਹੋਇਆ ਹੈ ਸੰਸਾਰ। ਪੰਜਾਂ ਤੱਤਾਂ ਤੋਂ ਇਹਦੀ ਰਚਨਾ ਕੀਤੀ ਹੈ ਮਾਲਕ ਨੇ ਆਪਾਂ ਨੂੰ ਉਲਝਾਉਣ ਵਾਸਤੇ। ਤਰ੍ਹਾਂ ਤਰ੍ਹਾਂ ਦੀ ਰੰਗ ਬਿਰੰਗੀ ਦੇ ਚੋਗਾ ਖਿਲ ਰਿਹਾ ਪਿਆ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ
हर रूप नजरी आया, गुर प्रसादी बुझिया, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰਨਾ ਕੋਈ। ਬਸ ਜਿਨ੍ਹਾਂ ਨੇ ਬੁੱਝ ਲਿਆ ਇਸ ਗੱਲ ਨੂੰ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੇ ਗਿਆਨ ਦੇ ਦੁਆਰਾ, ਆਹੀ ਗੁਰੂ ਦਾ ਪ੍ਰਸਾਦ ਹੈਗਾ। ਜਿਨ੍ਹਾਂ ਨੇ ਬੁੱਝ ਲਿਆ ਉਹ ਇੱਕ ਦੇਖਦੇ ਆ, ਉਹ ਪਰਮਾਤਮਾ ਤੋਂ ਇਲਾਵਾ ਹੋਰ ਕੁਛ ਨਹੀਂ ਦੇਖਦੇ। ਇਸ ਕਰਕੇ ਉਹਨਾਂ ਦੇ ਵਿਚਾਰ ਜਿਹੜੇ ਹੈਗੇ ਨਹੀਂ ਭਟਕਦੇ। ਗੁਰ ਪ੍ਰਸਾਦੀ ਬੁਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਵਰਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ। ਜਿਨ੍ਹਾਂ ਨੇ ਪਰਮਾਤਮਾ ਨੂੰ ਸਾਰਿਆਂ ਦੇ ਅੰਦਰ ਦੇਖ ਲਿਆ, ਸਾਰੇ ਚਾਰੋਂ ਪਾਸੇ ਮਾਲਕ ਪਰਮਾਤਮਾ ਦੇਖ ਲਿਆ ਜਿਨ੍ਹਾਂ ਨੇ, ਬਸ ਕਹਿੰਦੇ ਆ ਉਹ ਨੇਤਰ ਜਿਹੜੇ ਹੈਗੇ ਅੰਧਕਾਰ ਤੋਂ ਉਜਾਲੇ ਦੇ ਦਿਵ ਦ੍ਰਿਸ਼ਟ ਹੋ ਗਈ। ਉਹਨਾਂ ਦੀ ਦਿਵ ਦ੍ਰਿਸ਼ਟ ਪ੍ਰਗਟ ਹੋ ਗਈ ਜਿਨ੍ਹਾਂ ਨੇ ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਨੂੰ ਦੇਖ ਲਿਆ। ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ। ਸਤਿਗੁਰੂ ਨੂੰ ਮਿਲਣ ਦੇ ਨਾਲ, ਮਿਲਿਆ ਮਤਲਬ ਮਿਲਣ ਦੇ ਨਾਲ। ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ। ਮਿਲੀਏ ਨਹੀਂ ਹੈ, ਇਹਨੂੰ ਮਿਲੀਏ ਪੜਾਂਗੇ। ਮਿਲੀਏ ਦਾ ਮਤਲਬ ਹੈ ਵੀ ਸਤਿਗੁਰੂ ਨੂੰ ਮਿਲੋ, ਕਿ ਹੈਗਾ ਸਤਿਗੁਰੂ ਨੂੰ ਮਿਲਣ ਦੇ ਨਾਲ, ਸਤਿਗੁਰੂ ਦਾ ਗਿਆਨ ਲੈਣ ਦੇ ਨਾਲ ਤਾਂ ਜਿਹੜੇ ਹੈਗੇ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ ਭਾਈ। ਜਿਹੜੇ ਨੇਤਰ, ਜਿਹੜਾ ਇਨਸਾਨ ਜਿਹੜਾ ਹੈਗਾ ਗੁਰੂ ਨੂੰ ਮਿਲ ਕੇ ਜਿਹੜਾ ਹੈਗਾ ਇਹ ਸਾਰੇ ਸੰਸਾਰ ਨੂੰ ਜਿਹੜਾ ਹੈਗਾ ਉਸ ਨੂੰ ਬੁੱਝ ਲੈਂਦਾ ਹੈ। ਮਾਲਕ ਪਰਮਾਤਮਾ ਦੀ ਖੇਡ ਔਰ ਸੰਸਾਰ ਦੇ ਵਿੱਚ ਜਿਹੜਾ ਹੈਗਾ ਉਸ ਇੱਕ ਮਾਲਕ ਪਰਮਾਤਮਾ ਨੂੰ ਦੇਖਦਾ ਹੈ, ਉਹ ਜਿਹੜੀ ਹੈਗੀ ਉਹਦੀ ਦਿਵ ਦ੍ਰਿਸ਼ਟ ਹੋ ਜਾਂਦੀ ਹੈ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਹਿੰਦੇ ਮਾਲਕ ਪਰਮਾਤਮਾ ਨੇ ਤੁਹਾਡੇ ਅੰਦਰ ਜਿਹੜੀ ਹੈਗੀ ਜੋਤ ਰੱਖੀ ਹੈ। ਮਾਲਕ ਪਰਮਾਤਮਾ ਤੋਂ ਇਲਾਵਾ ਹੋਰ ਕੁਛ ਵੀ ਨਾ ਦੇਖੋ। ਹਰ ਬਿਨ ਅਵਰ ਨਾ ਦੇਖੋ ਕੋਈ, ਨਜ਼ਰੀ ਹਰ ਨਿਹਾਲਿਆ। ਉਹੀ ਮਾਲਕ ਪਰਮਾਤਮਾ ਹੀ ਜਿਹੜਾ ਹੈਗਾ ਉਸੇ ਨੂੰ ਨਜ਼ਰਾਂ ਦੇ ਵਿੱਚ ਜਿਹੜਾ ਹੈਗਾ ਨਿਹਾਲੋ। ਉਹੀ ਮਾਲਕ ਪਰਮਾਤਮਾ ਹੈਗਾ। ਬਸ ਬਾਕੀ ਜੇ ਹੈਗਾ ਤੇ ਅਗਿਆਨਤਾ ਹੈਗੀ ਜੇ ਆਪਾਂ ਹੋਰ ਕੁਛ ਦੇਖ ਰਹੇ ਹਾਂ। ਹਾਂਜੀ ਗੁਰੂ ਸਾਹਿਬ। ਹਾਂਜੀ ਠੀਕ ਹੈ। ਸਾਧ ਸੰਗਤ ਜੀ, ਆਪਾਂ ਪਹਿਲਾਂ ਵੀ ਬਾਣੀ ਜਿਹੜੀ ਵਿਚਾਰ ਕੀਤੀ ਸੀ, ਬਾਣੀ ਵਿੱਚ ਉਹਨਾਂ ਨੇ ਬੜਾ ਕਲੀਅਰਲੀ ਸਮਝਾਇਆ ਕਿ ਤੇਰੇ ਜੀਵਨ ਦਾ ਆਊਟਪੁੱਟ ਕੀ ਹੈ। ਤੇ ਆਊਟਪੁੱਟ ਹੈਗਾ, ਉਹ ਕਹਿੰਦੇ ਆ ਕਿ ਜਿੱਦਾਂ ਰਾਸ਼ੀ, ਨਾਮ ਦੀ ਰਾਸ਼ੀ, ਉਹ ਚਾਹੀਦੀ ਹੈ ਤੇਰੇ ਕੋਲ ਹੋਣਾ। ਜਿੰਨਾ ਚਿਰ ਤੱਕ ਤੇਰੀ ਪ੍ਰੋਗਰੈਸ ਨਹੀਂ ਹੋਈ, ਕੋਈ ਪ੍ਰਾਪਤੀ ਨਹੀਂ ਹੋਈ, ਇਹਦਾ ਮਤਲਬ ਕਿ ਜੋ ਵੀ ਤੂੰ ਕਰ ਰਿਹਾ ਕੁਛ ਤੇ ਗੜਬੜ ਹੈ। ਸਧਾਰਨ ਤੌਰ ਤੇ ਤੁਸੀਂ ਸਾਰੇ ਸਿਆਣੇ ਜੋ ਇਹ ਚੀਜ਼ ਨੂੰ ਸਮਝਦੇ ਵੀ ਜੋ ਇਹ ਜਿਹੜੀ ਬ੍ਰਹਮ ਵਿਦਿਆ ਹੈ, ਗਿਆਨ ਹੈ, ਇੱਥੇ ਇਹਨੂੰ ਪ੍ਰਾਪਤ ਕਰਨ ਦੇ ਲਈ ਵੀ ਥੋੜੀ ਬੁੱਧੀ ਚਾਹੀਦੀ। ਆਪ ਸਮਝੋਗੇ ਨਾ। ਹੁਣ ਤੁਸੀਂ ਇਸ ਨੂੰ ਸਮਝੋ ਮੇਰੀ ਗੱਲ ਨੂੰ। ਯੂਨੀਵਰਸਿਟੀ ਦੀ ਕਿਤਾਬ ਨੂੰ ਪੜ੍ਹਨ ਵਾਸਤੇ ਬੱਚੇ ਦਾ ਬੇਸ ਚਾਹੀਦਾ। ਇਹ ਨਹੀਂ ਆਪਾਂ ਬੱਚਾ ਭੇਜਦਾ ਤੇ ਯੂਨੀਵਰਸਿਟੀ ਦੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੂਗਾ। ਪੜ੍ਹ ਸਕਦਾ, ਉਹ ਵੀ ਉੱਚੇ ਲੈਵਲ ਦਾ ਗਿਆਨ ਹੈ, ਬਟ ਉਹਨੂੰ ਸਮਝਣ ਦੇ ਲਈ ਬੰਦੇ ਦੀ ਅਵਸਥਾ ਚਾਹੀਦੀ। ਇਸੇ ਤਰ੍ਹਾਂ ਗਿਆਨ ਹੈ, ਸਧਾਰਨ ਗਿਆਨ ਜਿਹੜਾ ਉਹਨੂੰ ਸਮਝਣ ਦੇ ਲਈ ਇੱਕ ਅਲੱਗ ਅਵਸਥਾ ਹੈ। ਉੱਚ ਕੋਟੀ ਦਾ ਗਿਆਨ, ਸੂਖਮ ਗਿਆਨ ਵੱਲ ਜਾਓਗੇ ਉੱਥੇ ਕੁਛ ਗਿਆਨ ਚਾਹੀਦਾ, ਥੋੜਾ ਪੜ੍ਹਿਆ ਬੱਚਾ ਚਾਹੀਦਾ, ਕੋਈ ਸਾਰਾ ਸੂਖਮ ਗਿਆਨ। ਹੁਣ ਜਿੱਦਾਂ ਆਪ ਸਾਰੇ ਸਮਝਦੇ ਜੋ, ਜਦੋਂ ਕਿਸੇ ਬਿਮਾਰੀ ਦਾ ਆਪਾਂ ਕੋਈ ਹੱਲ ਕਰਨਾ ਹੋਵੇ ਔਰ ਉਹਦੇ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਡਾਇਗਨੋਸ ਟੈਸਟ। ਬਹੁਤ ਆਸਾਨ ਤਰੀਕਾ। ਕਈ ਵਾਰੀ ਡਾਕਟਰ ਖਪਦੇ ਨੇ, ਬੜੀ ਦਵਾਈ ਖਵਾਤੀ ਮਰੀਜ਼ ਨੂੰ, ਮਰੀਜ਼ ਠੀਕ ਨਹੀਂ ਹੋਣ ਦਿਆ। ਤੇ ਬੈਸਟ ਆਪਸ਼ਨ ਕੀ ਹੁੰਦਾ ਕਿ ਇਸ ਬੰਦੇ ਦੇ ਟੈਸਟ ਕੀਤੇ ਜਾਣ। ਇਹਦਾ ਬਲੱਡ ਪ੍ਰੈਸ਼ਰ, ਇਹਦਾ ਖੂਨ ਦਾ ਟੈਸਟ,
ਹੋਰ ਸਕਿਨ ਦੀ ਜੋ ਵੀ ਪ੍ਰੋਬਲਮ ਹੈਗੀਆਂ, ਸਾਰੇ ਟੈਸਟ ਜੋ ਵੀ ਹੈਗੇ ਨੇ ਦੁਨੀਆ ਭਰ ਦੇ ਟੈਸਟ, ਕਿਉਂਕਿ ਸਰੀਰ ਦੀ ਤੰਦਰੁਸਤੀ ਦੇ ਵਿੱਚ ਰੁਕਾਵਟ ਕੀ ਹੈ। ਇਸੇ ਤਰ੍ਹਾਂ ਜਿਹੜੀ ਬਾਣੀ ਹੈ, ਬਾਣੀ ਵੀ ਅਧਿਆਤਮਿਕ ਸਫ਼ਰ ਤੇ ਜਦੋਂ ਕੋਈ ਬੰਦਾ ਜਾਂਦਾ ਹੈ ਤੇ ਇੱਕ ਟੈਸਟ ਮਸ਼ੀਨ ਹੈ। ਭਗਤ ਕੋਈ ਭਗਤੀ ਕਰਦਾ ਹੈ ਔਰ ਉਹਦੇ ਬਾਰੇ ਦੱਸਦੇ ਆ ਕਿ ਤੇਰੀਆਂ ਕਿੱਥੇ ਕਮੀਆਂ ਹੈਗੀਆਂ, ਪੇਸ਼ੀਆਂ ਹੈਗੀਆਂ, ਉਹਨੂੰ ਦੂਰ ਕਿੱਦਾਂ ਕਰਨਾ, ਉਹ ਵੀ ਦੱਸਦੇ ਨੇ। ਹੁਣ ਮਰੀਜ਼ ਨੇ ਇਲਾਜ ਤੇ ਆਪਣਾ ਆਪ ਹੀ ਕਰਨਾ ਹੁੰਦਾ ਹੈ, ਡਾਕਟਰ ਤੈਨੂੰ ਦੱਸਦਾ ਹੈ ਬਈ ਆਹ ਜਿਹੜੀਆਂ ਚੀਜ਼ਾਂ ਖਾਧੀਆਂ ਸੀ ਇਹਦੇ ਕਰਕੇ ਤੈਨੂੰ ਪ੍ਰੋਬਲਮ ਹੋ ਗਈ ਹੈ, ਇਹ ਠੀਕ ਹੁੰਦਾ ਤਰੀਕਾ ਵੀ ਆ ਹੈਗਾ, ਆਹ ਚੀਜ਼ਾਂ ਨਾ ਖਾ ਤੇ ਦਵਾਈ ਖਾ। ਇਸੇ ਤਰ੍ਹਾਂ ਬਾਣੀ ਹੈ। ਬਾਣੀ ਕਹਿੰਦੀ ਆ ਕਿ ਮੋਤ ਪਲੀਤੀ ਕੱਪੜ ਹੋਈਏ, ਲਈਏ ਸਾਬਣ ਲਈਏ ਧੋਏ, ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕਰਾਂਗੇ, ਉਹ ਧੋਵੇ ਨਾਵੇਂ ਕਰਾਂਗੇ, ਨਾਂ ਦੇ ਰੰਗ ਦੇ ਨਾਲ ਧੋਤਾ ਜਾਊਗਾ। ਹੁਣ ਇੱਥੇ ਇਹ ਮਸਲਾ ਆ ਜਾਂਦਾ ਹੈ ਕਿ ਨਾਂ ਕੀ ਹੈ, ਕੀ ਹੈ ਨਾਂ ਜਿਹਦੇ ਨਾਲ ਧੋਤੇ ਜਾਊ। ਉਹ ਫਿਰ ਬਾਣੀ ਚ ਆਪਾਂ ਨੂੰ ਪਤਾ ਲੱਗੂਗਾ। ਆਪਾਂ ਬਾਣੀ ਇਸ ਲਈ ਪੜ੍ਹ ਰਹੇ ਹਾਂ, ਭਗਤੀ ਵੀ ਆਪਾਂ ਕਰ ਰਹੇ ਹਾਂ, ਪਰ ਬਾਣੀ ਦੀ ਨਾਲ ਕੀ ਕਰਨਾ ਹੈ ਕਿ ਬਾਣੀ ਦਾ ਸਹਾਰਾ ਲੈਣਾ ਆਪਾਂ। ਇਹ ਜਿਹੜੇ ਬ੍ਰਹਮ ਗਿਆਨੀ ਉਹ ਸਾਡੇ ਲਈ ਕੀ ਲਿਖ ਕੇ ਗਏ ਨੇ, ਕੀ ਮੈਸੇਜ ਸੀ, ਕੀ ਅਨੁਭਵ ਸੀ, ਉਹਨਾਂ ਨੇ ਸਾਨੂੰ ਕੀ ਦੱਸਿਆ, ਤਾਂ ਤੇ ਸਾਡੇ ਪੱਲੇ ਕੁਝ ਪਊਗਾ। ਤੇ ਜੇ ਆਪਾਂ ਨੂੰ ਪੜ੍ਹ ਕੇ ਮੱਥਾ ਟੇਕ ਕੇ ਘਰ ਆ ਜਾਵਾਂਗੇ ਤਾਂ ਕੁਝ ਨਹੀਂ ਪਤਾ ਲੱਗਣਾ। ਇਹ ਪੜ੍ਹਨ ਦਾ ਵਿਸ਼ਾ, ਸਮਝਣ ਦਾ ਵਿਸ਼ਾ। ਪਹਿਲਾਂ ਪੜ੍ਹਨਾ, ਫਿਰ ਉਹਨੂੰ ਸਮਝਣਾ, ਫਿਰ ਵਿਚਾਰਨਾ। ਬਾਣੀ ਕਹਿੰਦੇ ਨਾ ਬਿਰਲਾ ਵਿਚਾਰੇ, ਬ੍ਰਹਮ ਵਿਚਾਰ ਬਿਰਲਾ ਵਿਚਾਰੇ। ਉੱਪਰ ਟਾਵੇਂ ਵਿਚਾਰਦੇ ਨੇ, ਕਿਉਂਕਿ ਉਹ ਇੱਕ ਅਲੱਗ ਵਿਸ਼ਾ ਹੈ। ਉਹ ਜਿੱਦਾਂ ਉਹ ਯੂਨੀਵਰਸਿਟੀ ਦੀ ਕਿਤਾਬ ਹੈ, ਆਮ ਬੰਦੇ ਦੀ ਵਾਦੀ ਗੱਲ ਨਹੀਂ, ਉਹਦੇ ਉੱਤੋਂ ਦੀ ਲੰਘ ਜਾਂਦੀ ਹੈ ਉਹ ਗੱਲ। ਇਸ ਕਰਕੇ ਮੱਥਾ ਟੇਕ ਕੇ ਬੰਦਾ ਘਰ ਆ ਜਾਂਦਾ, ਪਰ ਵਿਚਾਰਨ ਦੇ ਲਈ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ। ਥੋੜਾ ਜਿਹਾ ਅਲੱਗ ਵਿਸ਼ਾ ਹੈ, ਥੋੜਾ ਡੀਪ ਹੈਗਾ। ਜ਼ਿਆਦਾ ਲੋਕ ਨਹੀਂ ਜਾਂਦੇ ਉੱਥੇ, ਇੰਟਰਸਟਡ ਨਹੀਂ ਜ਼ਿਆਦਾ ਲੋਕ, ਘੱਟ ਲੋਕ ਜਾਂਦੇ ਨੇ। ਅੱਛਾ, ਅੱਜ ਦੀ ਕਥਾ ਵਿਚਾਰ ਕਰਨ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਮਨ ਦੇ ਬਾਰੇ ਵਿਚਾਰ ਕਰਨੀ ਆ। ਆਮ ਲੋਕ ਕਹਿੰਦੇ ਆ ਮਨ ਕੀ ਹੈ, ਇਹਦੇ ਬਾਰੇ ਆਪਾਂ ਸਵਾਲ ਕਰਨਾ। ਮਨ ਕੀ ਹੈ? ਮਨ, ਰੁਪਿੰਦਰ ਜੀ ਮਾਈਕ ਬੰਦ ਕਰੋ ਤੁਸੀਂ। ਕਿ ਮਨ ਜਿਹੜਾ ਖੁਦ ਕਰਦਾ ਵਾ ਜਾਂ ਮਨ ਕਿਸੇ ਦੇ ਅਧੀਨ ਕੰਮ ਕਰਦਾ? ਆਮ ਹੀ ਬੜੀ ਇੱਕ ਬਹੁਤ ਵੱਡੀ ਵਿਡੰਬਨਾ ਹੈ। ਉਹ ਤੋਂ ਬ੍ਰਹਮ ਕੀ ਹੈ? ਬ੍ਰਹਮ ਦੇ ਬਾਰੇ ਵੀ ਥੋੜੀ ਵਿਚਾਰ ਕਰਾਂਗੇ ਆਪਾਂ, ਕਥਾ ਤੇ ਵੱਲ ਆਉਂਦੇ ਹਾਂ। ਪਹਿਲਾਂ ਇਹ ਦੋ ਚੀਜ਼ਾਂ ਨੂੰ ਸਮਝ ਲਈਏ, ਮਨ ਤੇ ਬ੍ਰਹਮ ਦੇ ਬਾਰੇ। ਮਨ ਜਿਹੜਾ ਨਾ, ਪਹਿਲੀ ਗੱਲ ਤੇ ਆਪਣੀਆਂ ਇੰਦਰੀਆਂ ਨੇ, ਗਿਆਨ ਇੰਦਰੀਆਂ, ਕਰਮ ਇੰਦਰੀਆਂ। ਹੁਣ ਅੱਖਾਂ ਦਾ ਵਿਸ਼ਾ ਹੈਗਾ ਵੇਖਣਾ, ਠੀਕ ਹੈ ਨਿੱਜਰ ਸਾਹਿਬ? ਹਾਂਜੀ। ਸਕਦੀਆਂ ਨੇ ਤਾਂ ਸੁਣ ਨਹੀਂ ਨਾ ਸਕਦੀਆਂ। ਬਿਲਕੁਲ। ਕੰਨਾਂ ਦਾ ਕੰਮ ਸੁਣਨਾ, ਪਰ ਉਹ ਵੇਖ ਨਹੀਂ ਸਕਦੇ। ਨੱਕ ਦਾ ਕੰਮ ਹੈਗਾ ਸੂੰਘਣਾ, ਉਹ ਸੁਣ ਨਹੀਂ ਸਕਦਾ। ਸੋ ਇਹਦਾ ਮਤਲਬ ਨਿੱਜਰ ਸਾਹਿਬ, ਹਰ ਇੱਕ ਇੰਦਰੀ ਦੀ ਇੱਕ ਸੀਮਾ ਹੈ, ਉਹਦਾ ਖਾਸ ਵਿਸ਼ਾ ਹੈ। ਕੇਵਲ ਉਹਦੇ ਬਾਰੇ ਹੀ ਉਹ ਇੰਦਰੀ ਸਾਨੂੰ ਗਿਆਨ ਕਰਾ ਸਕਦੀ। ਬਿਲਕੁਲ ਠੀਕ ਹੈ ਜੀ। ਔਰ ਉਹਦੀ ਇੱਕ ਲਿਮਟ ਆ। ਇਹ ਨਹੀਂ ਹੈ ਕਿ ਜੇ ਸਾਡੇ ਕੰਨ ਸੁਣ ਸਕਦੇ ਆ ਤੇ ਹੁਣ ਤੁਸੀਂ ਉੱਥੇ ਪਿੰਡ ਬੈਠੇ ਕੋਈ ਗੱਲ ਕਰੋਗੇ, ਤੁਹਾਨੂੰ ਇੱਥੋਂ ਕੀ 10-20 ਫੁੱਟ ਦੂਰ ਵੀ ਕੋਈ ਗੱਲ ਕਰੂਗਾ, ਤੁਹਾਨੂੰ ਨਹੀਂ ਸੁਣਾਈ ਦੇਣੀ। ਸਾਡੀ ਅੱਖਾਂ ਦੀ ਇੱਕ ਸੀਮਾ ਹੈ, 40-50 ਫੁੱਟ, 20 ਫੁੱਟ, 30 ਫੁੱਟ, ਕਿੰਨੀ ਦੂਰ ਤੱਕ ਦੇਖ ਸਕਦੇ ਹਾਂ। ਉਸ ਤੋਂ ਬਾਅਦ ਸਾਡੀ ਅੱਖਾਂ 'ਚ ਸਮਰੱਥਾ ਨਹੀਂ ਹੈਗੀ ਉਸ ਤੋਂ ਅੱਗੇ ਵੇਖ ਪਾਈਏ। ਉਹਨਾਂ ਨਹੀਂ ਪਤਾ ਲੱਗੂਗਾ, ਅਧੂਰਾ ਗਿਆਨ ਹੋ ਜਾਊਗਾ। ਅਗਲੇ ਬੰਨੇ ਦਿਖੂਗਾ ਬਟ ਉਹ ਕਲੀਅਰ ਨਹੀਂ ਪਤਾ ਲੱਗਣਾ ਕੀ ਹੈਗਾ। ਇਸੇ ਹੀ ਤਰ੍ਹਾਂ ਸਾਡੀ ਚਮੜੀ ਹੈ, ਚਮੜੀ ਦੇ ਸਪਰਸ਼ ਜਦੋਂ ਕੋਈ ਚੀਜ਼ ਆਉਂਦੀ ਹੈ ਫਿਰ ਇਹ ਦੱਸੂਗੀ ਗਿਆਨ। ਬਿਨਾਂ ਸਪਰਸ਼ ਕੀਤਾ ਕੁਛ ਵੀ ਨਹੀਂ ਦੱਸੂਗੀ। ਹੁਣ ਜ਼ੁਬਾਨ ਦੇ ਉੱਤੇ ਕੁਝ ਰੱਖਾਂਗੇ ਆਪਾਂ ਤੇ ਜ਼ੁਬਾਨ ਨੇ ਉਹਦਾ ਸਵਾਦ ਦੱਸਣਾ ਹੈ, ਕੌੜਾ ਹੈ, ਮਿੱਠਾ ਹੈ, ਫਿੱਕਾ ਹੈ ਜਾਂ ਲੂਣ ਵਾਲਾ ਹੈ। ਤੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਇੰਦਰੀਆਂ ਦੀ ਸੀਮਾ ਨਿਰਧਾਰਿਤ ਕਰਦੀਆਂ। ਔਰ ਇਸ ਤੋਂ ਉੱਤੇ ਹੈਗਾ ਮਨ। ਇੰਦਰੀਆਂ ਦਾ ਹੈਡ ਜਿਹੜਾ ਮਨ ਆ। ਮਨ ਕੀ ਕਰਦਾ ਹੈ? ਮਨ ਇਹਨਾਂ ਦਾ ਕੰਟਰੋਲਰ ਹੈ, ਇੰਦਰੀਆਂ ਦਾ ਕੰਟਰੋਲਰ। ਮਨ ਇਹਨਾਂ ਨੂੰ ਆਪਣੇ ਅਧੀਨ ਰੱਖਦਾ ਹੈ।
ਔਰ ਮਨ ਇਹਨਾਂ ਦੀ ਇਨਫੋਰਮੇਸ਼ਨ ਆਪਣੇ ਕੋਲ ਲੈ ਕੇ ਆਉਂਦਾ ਹੈ, ਫਿਰ ਉਸ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਦਾ ਹੈ ਤੇ ਜ਼ੁਬਾਨ ਦੇ ਰਾਹੀਂ ਪ੍ਰਗਟ ਕਰਦਾ ਹੈ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਇਹ ਚੀਜ਼ ਨੂੰ ਆਪਣੀ ਕਲੀਅਰ ਹੋ ਗਈ? ਹਾਂਜੀ। ਹੋਰ ਸੌਖਾ ਕਰਦੇ ਆ। ਮਨ ਇੱਕ ਹਲਵਾਈ ਆ, ਤੇ ਹਲਵਾਈ ਕੀ ਕਰਦਾ ਹੈ, ਉਹਦੇ ਕੋਲ 5 ਇੰਦਰੀਆਂ ਨੇ ਤੇ ਉਹਦੇ ਕੋਲ 5 ਕਿਸਮ ਦੀਆਂ ਨੇ ਸਬਜ਼ੀਆਂ, ਆਲੂ, ਗੋਭੀ, ਮਟਰ, ਟਮਾਟਰ, ਪਨੀਰ ਜਾਂ ਹੋਰ ਕਹਿ ਲਓ, ਇਹ ਤਾਂ 5 ਕਿਸਮ ਦੀਆਂ ਸਬਜ਼ੀਆਂ। ਉਹ ਹਲਵਾਈ ਕੀ ਕਰਦਾ, ਉਹ ਇੰਦਰੀਆਂ ਦੇ ਰਾਹੀਂ ਜੋ ਵੀ ਸਮੱਗਰੀ ਮਿਲਦੀ ਉਹਨੂੰ ਪ੍ਰੋਸੈਸ ਕਰਦਾ, ਉਹਨੂੰ ਆਪਣੇ ਵਾਚਦਾ, ਫਿਰ ਉਹ ਬੋਲਦਾ ਤੇ ਬੋਲਾਂ ਦੇ ਰਾਹੀਂ ਪ੍ਰਗਟ ਕਰਦਾ। ਹਲਵਾਈ ਜਿਹੜਾ ਮਨ ਆ, ਕੇਵਲ ਉਹੀ ਚੀਜ਼ ਦੱਸ ਸਕਦਾ ਹੈ ਜਿਹੜੀਆਂ ਜਿਨ੍ਹਾਂ ਨੂੰ ਇੰਦਰੀਆਂ ਨੇ ਅਨੁਭਵ ਕੀਤਾ ਨਿੱਜਰ ਸਾਹਿਬ। ਉਸ ਤੋਂ ਬਾਅਦ ਦੱਸੂਗਾ? ਨਹੀਂ ਦੱਸ ਸਕਦਾ। ਆ ਗਈ ਨਾ ਗੱਲ ਪੁਆਇੰਟ ਤੇ। ਮਨ ਜੜ ਆ ਨਿੱਜਰ ਸਾਹਿਬ, ਚੇਤਨ ਨਹੀਂ ਹੁੰਦਾ ਉਹ। ਇਸ ਕਰਕੇ ਜੜ ਦੇ ਬਾਰੇ ਦੱਸ ਸਕਦਾ, ਹਵਾ ਦੇ ਬਾਰੇ ਦੱਸੂਗਾ, ਧੁੱਪ ਦੇ ਬਾਰੇ ਦੱਸੂ, ਛਾਂ ਦੇ ਬਾਰੇ। ਹੁਣ ਮੰਨ ਲਓ ਮੈਂ ਇੱਥੇ ਬੈਠਾ, ਧੁੱਪੇ ਬੈਠਾ, ਮੇਰੇ ਸਰੀਰ ਨੇ ਧੁੱਪ ਮਹਿਸੂਸ ਕੀਤੀ, ਕਹਿਣਾ ਛਾਂ ਵਿੱਚ ਚੱਲ ਜਾ। ਇਹ ਕਮਾਂਡ ਜਿਹੜੀ ਦੇਣੀ ਆ ਮਨ ਨੇ ਦੇਣੀ ਆ, ਪਰ ਮਹਿਸੂਸ ਕਰਨ ਵਾਲਾ ਕੌਣ ਆ? ਮਨ ਦੇ ਪਿੱਛੇ ਵੀ ਤਾਂ ਕੋਈ ਹੈਗਾ ਨਾ ਜਿਹੜਾ ਮਨ ਨੂੰ ਕਹਿੰਦਾ। ਬਿਲਕੁਲ। ਮਨ ਮੈਂ ਸੋਚਦਾ ਵਾਂ ਕਿ ਵੇਟਰ ਹੈਗਾ ਜਿਹੜਾ ਆਰਡਰ ਜਾਂ ਮੈਨੇਜਰ ਕਹਿ ਲਓ, ਜਿਹੜਾ ਕਮਾਂਡ ਮੰਨਣ ਦਿਆ, ਉਹਦੇ ਪਿੱਛੇ ਕੋਈ ਹੋਰ ਹੈਗਾ। ਹੁਣ ਆਪਾਂ ਹੋਰ ਪਿੱਛੇ ਜਾਂਦੇ ਹਾਂ। ਜਦੋਂ ਮਾਂ ਦੇ ਗਰਭ ਚ ਮਰਦ ਦਾ ਸ਼ੁਕਰਾਣੂ ਜਾਂਦਾ ਹੈ, ਉਸ ਟਾਈਮ ਤੇ ਨਿੱਜਰ ਸਾਹਿਬ ਸਭ ਤੋਂ ਪਹਿਲਾਂ ਪਤਾ ਕਿਹੜੀ ਚੀਜ਼ ਆਉਂਦੀ ਹੈ? ਉੱਥੇ ਆਉਂਦੀ ਹੈ ਚੇਤਨਾ। ਚੇਤਨਾ, ਦਿਲ ਕੁਛ ਨਹੀਂ ਬਣਿਆ ਉੱਥੇ, ਕੁਛ ਵੀ ਨਹੀਂ ਬਣਿਆ ਉੱਥੇ ਨਿੱਜਰ ਸਾਹਿਬ, ਬੁੱਧੀ ਵੀ ਨਹੀਂ ਹੈਗੀ ਉੱਥੇ। ਪ੍ਰਾਣ, ਚੇਤਨਾ ਹੀ ਪ੍ਰਾਣ ਹੈ, ਪਤਾ ਹੋਣਾ ਚਾਹੀਦਾ। ਜਿਹੜੀ ਚੇਤਨਾ ਨੂੰ ਕਹਿੰਦੇ ਨੇ ਉਹਨੂੰ ਪ੍ਰਾਣ ਕਹਿੰਦੇ ਨੇ। ਆਪਾਂ ਤੁਸੀਂ ਦੇਖੋ ਨਾ ਸੱਜੇ ਖੱਬੇ ਬੰਨੇ ਤੁਹਾਡੇ ਪ੍ਰਾਣ ਹੀ ਵਹਿੰਦੇ ਪਏ ਆ, ਅੱਖਾਂ ਦੇ ਰਾਹੀਂ ਵਹਿੰਦੇ ਪਏ ਆ ਪਿਛਲੇ ਬੰਨੇ। ਚੇਤਨਾ ਹੀ ਹੈ ਅਸੀਂ। ਇਹਦਾ ਮਤਲਬ ਮਨ ਜਿਹੜਾ ਹੈ ਚੇਤਨਾ ਦੇ ਅਧੀਨ ਆ, ਪਰ ਚੇਤਨਾ ਨਿੱਜਰ ਸਾਹਿਬ ਸੰਸਕਾਰਾਂ ਦੇ ਅਧੀਨ ਜੇ। ਕਿਉਂਕਿ ਚੇਤਨਾ ਦੇ ਵਿੱਚ ਸੰਸਕਾਰਾਂ ਦਾ ਪ੍ਰਭਾਵ ਪੈਣਾ, ਕਿਉਂਕਿ ਚੇਤੇ ਦੇ ਵਿੱਚ ਚੇਤਨਾ ਬੈਠੀ ਹੈ। ਉਹ ਰਾਮਾਨੰਦ ਜੀ ਕਹਿੰਦੇ ਨੇ, ਮੇਰਾ ਚਿੱਤ ਨਾ ਚੱਲੇ ਮਨ ਭਇਓ ਅਪੰਗ। ਕਿਉਂਕਿ ਚਿੱਤ ਦੇ ਵਿੱਚ ਹੀ ਚੇਤਨਾ ਕੰਮ ਕਰਦੀ ਹੈ, ਔਰ ਚਿੱਤ ਦੇ ਵਿੱਚ ਜਦੋਂ ਚੇਤਨਾ ਹੀ ਨਹੀਂ ਵਰਕਆਊਟ ਕਰੂਗੀ, ਕਿਉਂਕਿ ਚਿੱਤ ਨਸ਼ਟ ਹੋ ਗਿਆ, ਚਿੱਤ ਸ਼ਾਂਤ ਹੋ ਗਿਆ, ਤੇ ਮਨ ਅਪੰਗ ਹੋ ਜਾਣਾ ਹੈ। ਕਿਉਂਕਿ ਮਨ ਨੂੰ ਕਮਾਂਡ ਕਰਨ ਵਾਲਾ ਬੰਦਾ ਨਹੀਂ ਹੈਗਾ ਨਿੱਜਰ ਸਾਹਿਬ ਉੱਥੇ, ਕਿਉਂਕਿ ਚਿੱਤ ਚੱਲਦਾ ਹੀ ਨਹੀਂ ਪਿਆ। ਹੁਣ ਪਾਣੀ ਚ ਵੀ ਕਹਿੰਦੇ ਨਾ ਚਿੱਤ ਲੱਗ ਗਿਆ ਉੱਥੇ। ਚਿੱਤ ਜਿਹੜਾ ਨਾ, ਚਿੱਤ ਜਿਹੜਾ ਹੈਗਾ ਹੈ ਉੱਪਰ, ਚਿੱਤ ਦੇ ਪਿੱਛੇ ਮਨ ਆ। ਮਨ ਜਿਹੜਾ ਹੈ, ਮਨ ਇੰਦਰੀਆਂ ਦਾ ਹੈਡ ਹੈ, ਇੰਦਰੀਆਂ ਤੋਂ ਕੰਮ ਕਰਾਉਣ ਵਾਲਾ ਹਲਵਾਈ। ਜੋ ਵੀ ਅੱਖਾਂ ਨੇ ਵੇਖਿਆ, ਕੰਨਾਂ ਨੇ ਸੁਣਿਆ, ਮੂੰਹ ਜੋ ਵੀ ਮਤਲਬ ਚਮੜੀ ਨੇ ਸਪਰਸ਼ ਕੀਤਾ, ਖਾਧਾ, ਜਿਹੜੀ ਇੰਦਰੀਆਂ ਦੇ ਰਾਹੀਂ, ਨਾਸਾਂ ਦੇ ਰਾਹੀਂ ਸੂੰਘਿਆ, ਇਹ ਜਿਹੜਾ ਵੀ ਡਾਟਾ ਜਾਂਦਾ ਸਾਰਾ ਮਨ ਕੋਲ ਜਾਂਦਾ ਹੈ। ਮਨ ਨੂੰ ਪ੍ਰੋਸੈਸ ਕਰਕੇ ਜ਼ੁਬਾਨ ਦੇ ਰਾਹੀਂ ਪ੍ਰਗਟ ਕਰ ਸਕਦਾ ਹੈ, ਲਿਖ ਵੀ ਸਕਦਾ। ਪ੍ਰੋਸੈਸ ਕਰਨ ਵਾਲਾ ਮਨ ਹੈ, ਔਰ ਮਨ ਦੀ ਇੱਕ ਲਿਮਟ ਆ। ਮਨ ਓਨਾ ਹੀ ਦੱਸ ਸਕਦਾ ਹੈ ਜਿੰਨਾ ਇੰਦਰੀਆਂ ਨੂੰ ਦੱਸਦੀਆਂ ਨੇ। ਬਾਕੀ ਦੱਸੂਗਾ ਤੇ ਨਿੱਜਰ ਸਾਹਿਬ ਉਹ ਝੂਠ ਹੋਵੇਗਾ, ਕਲਪਨਾ ਹੋਵੇਗੀ ਤੇ ਗੱਪ ਹੋਵੇਗੀ। ਜਿਹੜਾ ਮਨ ਆ ਨਿੱਜਰ ਸਾਹਿਬ, ਉਹ ਬ੍ਰਹਮ ਦੇ ਬਾਰੇ ਕੁਛ ਵੀ ਨਹੀਂ ਦੱਸ ਸਕਦਾ ਜੀ। ਜੇਕਰ ਮਨ ਕਿਸੇ ਚੀਜ਼ ਦੀ ਕਲਪਨਾ ਕਰਦਾ ਹੈ ਤੇ ਨਿੱਜਰ ਸਾਹਿਬ ਉਹਨੇ ਪਤਾ ਕਿਹਦੀ ਕਲਪਨਾ ਕਰਨੀ? ਉਹਨੇ ਜੜ ਦੀ ਕਲਪਨਾ ਕਰਨੀ। ਜੋ ਉਹਨੇ ਬ੍ਰਹਮ ਦੀ ਕਲਪਨਾ ਕਰ ਹੀ ਨਹੀਂ ਸਕਦਾ, ਕਿਉਂਕਿ ਬ੍ਰਹਮ ਤੇ ਰੂਪ ਰੰਗ ਤੋਂ ਪਰੇ ਆ। ਅੱਜ ਦੇ ਲੋਕਾਂ ਨੂੰ ਕ੍ਰਿਸ਼ਨ ਭਗਵਾਨ ਦੀ ਫੋਟੋ ਜਾਂ ਕਾਲੀ ਮਾਤਾ ਦੀ ਫੋਟੋ ਦੇਖਦੀ ਹੈ ਨਾ ਨਿੱਜਰ ਸਾਹਿਬ, ਇਹ ਸਾਰੇ ਆ ਜਿਹੜਾ ਤਾਰਾ ਮੰਡਲ ਕਹਿੰਦੇ ਨੇ, ਸੂਰਜ ਮੰਡਲ ਦਿਖਦਾ, ਇਹ ਸਭ ਮਨ ਚ ਬੈਠੇ ਨੇ ਲੋਕ। ਐਦਾ ਜੋ ਵੀ ਮੈਂ ਤੁਹਾਡੇ ਨਾਲ ਵਿਚਾਰ ਕੀਤੀ ਹੈ ਨਾ, ਕਿਉਂਕਿ ਮਨ ਨੇ ਕਲਪਨਾ ਕੀਤੀ ਹੈ। ਮਨ ਜੜ ਹੈਗਾ। ਜਿਹੜਾ ਬ੍ਰਹਮ ਹੈਗਾ ਨਿੱਜਰ ਸਾਹਿਬ, ਨਿਰਗੁਣ ਆ। ਉਹ ਚ ਬਾਣੀ ਚ ਪਹਿਲਾਂ ਵੀ ਲਿਖਿਆ, ਰੂਪ ਨਾ ਰੰਗ ਨਾ ਰੇਖ ਕੁਛ, ਤ੍ਰੈ ਗੁਣ ਤੇ ਪ੍ਰਭਿੰਨ।
ਇਹਨਾਂ ਤਿੰਨਾਂ ਤੱਤਾਂ 'ਚ ਨਹੀਂ ਹੈਗਾ। ਤੇ ਜੇਕਰ ਆਪਾਂ ਰੂਪ ਦੀ ਕਲਪਨਾ ਕਰਦੇ ਹਾਂ, ਤਾਰਾ ਮੰਡਲ ਦੀ ਕਲਪਨਾ ਕਰਦੇ ਹਾਂ, ਜਾਂ ਕਿਸੇ ਦੀ ਫੋਟੋ ਜਾਂ ਦੇਵੀ ਦੇਵਤੇ ਨੂੰ ਵੇਖਦੇ ਹਾਂ, ਇਹ ਸਾਰੀ ਨਿੱਜਰ ਸਾਹਿਬ ਮਨ ਦੀ ਕਲਪਨਾ ਹੈ। ਕਿਉਂਕਿ ਜਿੱਥੇ ਬ੍ਰਹਮ ਹੈਗਾ ਨਿੱਜਰ ਸਾਹਿਬ, ਉੱਥੇ ਇਹ ਤਿੰਨ ਗੁਣ ਤੱਤ ਨਹੀਂ ਹੈਗੇ। ਨਾ ਉੱਥੇ ਰਜੋ ਹੈਗਾ, ਨਾ ਤਮੋ ਹੈਗਾ, ਨਾ ਸਤੋ ਹੈਗਾ। ਇਹ ਆਹ ਜਿਹੜੀ ਪ੍ਰਕਿਰਤੀ ਦੇਖਦੀ ਹੈ ਜੜ ਆ, ਇਹ ਚੇਤਨ ਚੋਂ ਆਈ ਆ। ਤੇ ਚੇਤਨ ਜਿਹੜਾ ਵਾ ਉਹ ਬ੍ਰਹਮ ਚੋਂ ਆਇਆ ਵਾ। ਚੇਤਨ ਵੀ ਨਿੱਜਰ ਸਾਹਿਬ ਬ੍ਰਹਮ ਨਹੀਂ ਹੈਗਾ ਜੀ, ਕਿਉਂਕਿ ਚੇਤਨ ਨੂੰ ਤੇ ਕੰਟਰੋਲ ਕਰ ਰਿਹਾ ਉਹ। ਹੁਣ ਇਹਦੇ ਵਿੱਚ ਵੇਖੋ ਨਿੱਜਰ ਸਾਹਿਬ, ਇੱਕ ਹੋਰ ਆਪਾਂ ਥੋੜਾ ਗਹਿਰਾ ਜਾਂਦੇ ਹਾਂ। ਹਰ ਇੱਕ ਇਨਸਾਨ ਦਾ ਵੱਖੋ ਵੱਖ ਚੇਤੇ ਆ। ਇਸੇ ਕਰਕੇ ਇੰਦਰੀਆਂ ਸਾਡੀਆਂ ਸੇਮ ਨੇ, ਸਾਰਿਆਂ ਦੀਆਂ ਅੱਖਾਂ ਵੀ ਸੇਮ ਨੇ, ਪਰ ਸਾਡੀਆਂ ਹਰਕਤਾਂ ਇੱਕ ਦੂਜੇ ਨੂੰ ਵੱਖਰੀਆਂ ਨੇ। ਬਿਲਕੁਲ ਦੇਖੋਗੇ ਨਾ, ਟੋਟਲੀ ਡਿਫਰੈਂਟ ਬੰਦਾ, ਕੋਈ ਬੰਦਾ ਕਿਸੇ ਨਾਲ ਮਿਲਦਾ ਹੀ ਨਹੀਂ। ਇਹਦਾ ਮਤਲਬ ਕਿ ਇਹ ਜਿਹੜਾ ਮਨ ਆ, ਮਨ ਵੀ ਕਿਸੇ ਦੇ ਅਧੀਨ ਕੰਮ ਕਰਨ ਦਿਆ। ਉਹ ਹੈ ਸੰਸਕਾਰ। ਸੰਸਕਾਰਾਂ ਦੇ ਹਿਸਾਬ ਦੇ ਨਾਲ ਹੀ ਬੰਦਾ ਜਿਹੜਾ ਗਤੀ ਕਰ ਰਿਹਾ, ਚਾਹੇ ਚੰਗੀ ਡਾਇਰੈਕਸ਼ਨ ਵੱਲ ਜਾ ਰਿਹਾ ਜਾਂ ਮਾੜੀ ਡਾਇਰੈਕਸ਼ਨ ਵੱਲ ਜਾ ਰਿਹਾ। ਸੋ ਇਹ ਅੱਜ ਦੀ ਵਿਚਾਰ ਆਪਾਂ ਇੱਥੋਂ ਸ਼ੁਰੂ ਕਰਨ ਦਾ ਮਤਲਬ ਇਹੋ ਹੀ ਹੈ ਕਿ ਕਿਸੇ ਚੀਜ਼ ਨੂੰ ਪਹਿਲਾਂ ਸਮਝੀਏ। ਜਿਹੜੀਆਂ ਜੋਤੀਆਂ ਜਾਤੀਆਂ ਦਿਖਣੀਆਂ ਨੇ, ਇਹ ਪ੍ਰੋਸੈਸ ਦਾ ਕੰਮ ਆ। ਅਨਾਦ ਵੀ ਸੁਣਨਾ, ਇਹ ਵੀ ਇੱਕ ਅਵਸਥਾ ਹੈ। ਇਸ ਤੋਂ ਅੱਗੇ ਜਾਣਾ ਹੈ ਆਪਾਂ। ਇੱਕ ਮੇਰਾ ਕਹਿਣ ਤੋਂ ਭਾਵ ਇਹ ਆ, ਕਿਉਂਕਿ ਸੁਣਨ ਵਾਲਾ ਬੈਠਾ ਹੈ, ਉੱਥੇ ਦੋ ਹੈਗੇ ਜੋ। ਆਪ ਜਸਟ ਮੇਰੀ ਗੱਲ ਸਮਝੋ, ਜਿੱਥੇ ਦੋ ਹੈਗੇ ਉੱਥੇ ਦਵੈਸ਼ ਆ। ਦਵੈਸ਼ ਨਹੀਂ ਕਹਿੰਦੇ ਉਹਨੂੰ ਕੁਛ, ਉਹਨੂੰ ਕਹਿੰਦੇ ਨੇ ਦਵੈਤ, ਅਦਵੈਤ। ਦਵੈਤ ਦਾ ਮਤਲਬ ਦੋਹਰਾ, ਪੁਰਸ਼ ਤੇ ਪ੍ਰਕਿਰਤੀ। ਜਿੰਨਾ ਚਿਰ ਤੱਕ ਆਪਾਂ ਵਨਨੈਸ ਨਹੀਂ ਹੁੰਦੇ, ਜਿੰਨਾ ਚਿਰ ਤੱਕ ਆਪਾਂ ਇੱਕ ਚ ਨਹੀਂ ਸਮਾ ਜਾਂਦੇ। ਜਿੱਥੇ ਬਾਣੀ ਚ ਕਿਹਾ ਰਾਮ ਕਬੀਰਾ ਏਕ ਪਏ ਤੇ ਕੋਈ ਨਾ ਸਕੇ ਪੁੱਛਣਾ, ਉੱਥੇ ਚੇਤਨ ਵੀ ਜਿਹੜਾ ਹੈਗਾ ਨਾ, ਇਹ ਜਿਹੜੀ ਜੋ ਵੀ ਸਾਧਨਾ ਆਪਾਂ ਕਰ ਰਹੇ ਹਾਂ ਨਾ, ਇਹਦੇ ਪਿੱਛੇ ਇੱਕੋ ਹੀ ਹੈ ਮੌਜੂਦਗੀ ਕਿ ਅਸੀਂ ਚੇਤਨ ਤੋਂ ਵੀ ਅੱਗੇ ਜਾਣਾ ਹੈ। ਜਦੋਂ ਤੁਸੀਂ ਆਪਣੀ ਸੁਰਤੀ ਨੂੰ ਇਕਾਗਰ ਕੀਤਾ ਨਾ, ਬਿਲਕੁਲ ਹੀ ਆਪਣੀ ਅੰਦਰ ਇਕਾਗਰ ਕਰ ਲਿਆ, ਤੇ ਫਿਰ ਨਿੱਜਰ ਸਾਹਿਬ, ਫਿਰ ਪਤਾ ਕੀ ਹੋਣਾ ਹੈ, ਹਾਂਜੀ ਨਿੱਜਰ ਸਾਹਿਬ ਬਾਣੀ ਬੋਲੋ ਜੀ। ਇਹ नेत्रो हो मेरे हो हर तुम है जो तरी हर बिन अवर ना देखो कोई हर बिन अवर ना देखो कोई नदरी हर निहालिया। ਕਹਿੰਦੇ ਮਾਲਕ ਪਰਮਾਤਮਾ ਤੋਂ ਇਲਾਵਾ ਜਿਹੜਾ ਹੈਗਾ ਕੁਛ ਵੀ ਨਾ ਦੇਖੋ। हे ਮੇਰੀਆਂ ਅੱਖੋਂ, ਮੇਰੇ ਨੇਤਰੋ, ਤੁਹਾਡੇ ਅੰਦਰ ਜੋਤ ਦੇਣ ਵਾਲਾ, ਜੋਤ ਰੱਖਣ ਵਾਲਾ ਮਾਲਕ ਪਰਮਾਤਮਾ ਤੁਸੀਂ ਦੇਖ ਰਹੇ ਹੋ। ਮਾਲਕ ਪਰਮਾਤਮਾ ਦੀ ਮਿਹਰ ਦੇ ਨਾਲ ਆਪਾਂ ਦੇਖ ਰਹੇ ਹਾਂ। ਉਹਨੇ ਜੋਤ ਰੱਖੀ ਹੈ ਤਾਂ ਆਪਾਂ ਦੇਖ ਰਹੇ ਹਾਂ। ਔਰ ਮਹਾਰਾਜ ਕਹਿੰਦੇ ਭਾਈ, ਇਹ ਜਿਹੜਾ ਹੈਗਾ ਜੋ ਕੁਛ ਵੀ ਹੈਗਾ, ਇਹ ਆਕਾਰ ਦੇ ਵਿੱਚ ਦਿਖ ਰਿਹਾ ਹੈ। ਇਹ ਤਿੰਨ ਗੁਣੀ ਮਾਇਆ ਹੈਗੀ, ਤਿੰਨ ਗੁਣੀ ਪ੍ਰਕਿਰਤੀ ਹੈਗੀ ਮਾਲਕ ਪਰਮਾਤਮਾ ਦੀ। ਮਾਲਕ ਪਰਮਾਤਮਾ ਦਾ ਰੂਪ ਹੈ, ਪਰ ਪਰਮਾਤਮਾ ਨਹੀਂ ਹੈਗਾ। ਇਹਨੂੰ ਪਰਮਾਤਮਾ ਤੋਂ ਇਲਾਵਾ ਇਹਨੂੰ ਨਾ ਸਮਝੋ ਕੁਛ ਵੀ। ਇਹ ਜੋ ਕੁਛ ਰੰਗ ਬਿਰੰਗਾ ਤਰ੍ਹਾਂ ਤਰ੍ਹਾਂ ਦਾ ਜਿਹੜਾ ਆਪਾਂ ਨੂੰ ਨਜ਼ਰ ਆ ਰਿਹਾ, ਭਿੰਨ ਭਿੰਨ, ਇਹ ਸਾਰਾ ਦਾ ਸਾਰਾ ਇੱਕੋ ਮਾਲਕ ਪਰਮਾਤਮਾ ਦਾ ਰੂਪ ਹੀ ਹੈਗਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇੱਥੇ ਬਾਣੀ ਆਪਾਂ ਨੂੰ ਸਮਝਾਉਣਾ ਕਰ ਰਹੀ ਹੈ, ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਜੋਤ ਦਾ ਮਤਲਬ ਹੈਗੀ ਚੇਤਨਾ। ਠੀਕ ਹੈ, ਚੇਤਨਾ ਦੇ ਨਾਲ ਹੀ ਜੜ ਕਾਰਜ ਕਰਦਾ। ਜਦੋਂ ਸਰੀਰ ਦਾ ਜੀਵ ਤਿਆਗ ਕਰ ਦਿੰਦਾ ਨਾ, ਉਹ ਚ ਫਿਰ ਚੇਤਨਾ ਨਹੀਂ ਰਹਿ ਜਾਂਦੀ ਨਿੱਜਰ ਸਾਹਿਬ। ਬਿਲਕੁਲ ਠੀਕ ਹੈ ਜੀ। ਪ੍ਰਾਣ ਨਿਕਲ ਜਾਂਦੇ ਆ। ਪ੍ਰਾਣ ਜਿਹੜੇ ਨਿਕਲ ਜਾਂਦੇ ਆ ਤੇ ਸਰੀਰ ਠੰਡਾ ਪੈ ਜਾਂਦਾ। ਜਦ ਤੱਕ ਪ੍ਰਾਣ ਹੈਗੇ ਤਦ ਤੱਕ ਜੜ 'ਚ ਸ਼ਕਤੀ ਹੈਗੀ, ਔਰ ਪ੍ਰਾਣ ਦੇ ਨਾਲ ਹੀ ਇਹ ਸਰੀਰ ਗਤੀ ਕਰਦਾ। ਕਿਉਂਕਿ ਇਹ ਜੜ ਆ, ਜੜ ਦੇ ਵਿੱਚ ਇਹਨੂੰ ਗਤੀ ਕਰਨ ਦੇ ਲਈ ਹੁਣ ਇੱਕ ਮੋਟਰ ਹੈਗੀ ਆ। ਮੋਟਰ ਹੈਗੀ ਤੇ ਸਹੀ, ਪਰ ਉਹਨਾਂ ਚਿਰ ਤੱਕ ਨਹੀਂ ਘੁੰਮਦੀ ਜਿੰਨਾ ਚਿਰ ਤੱਕ ਉਹਨੂੰ ਇਲੈਕਟ੍ਰੀਸਿਟੀ ਨਹੀਂ ਮਿਲਦੀ। ਜਦੋਂ ਇਲੈਕਟ੍ਰੀਸਿਟੀ ਮਿਲਦੀ ਉਹ ਤੋਂ ਕੰਮ ਕਰਨ ਪੈਂਦੀ ਹੈ। ਇਸੇ ਤਰ੍ਹਾਂ ਜਿਹੜਾ ਇਹ ਪੰਜਾਂ ਤੱਤਾਂ ਦਾ ਬਣਿਆ ਜਿਹੜਾ ਸਰੀਰ ਆ, ਇਹਨੂੰ ਚਲਾਉਣ ਦੇ ਲਈ ਬਾਣੀ ਚ ਇੱਕ ਆਇਆ ਸੀ, ਆਪਾਂ ਪਹਿਲਾਂ ਵਿਆਖਿਆ ਕੀਤੀ ਸੀ ਕਿ ਇਹਨੂੰ ਪ੍ਰਾਣਾਂ ਦੀ ਚਾਬੀ ਲਾਈ, ਇੰਜਨ ਸਟਾਰਟ ਕੀਤਾ। ਸ਼ਾਇਦ ਯਾਦ ਹੋਏ ਨੇ ਜੈਸਾ ਤੁਹਾਨੂੰ, ਪਤਾ ਨਹੀਂ, ਚਲੋ ਕੋਈ ਨਹੀਂ, ਫਿਰ ਕਿਤੇ ਕਰ ਲਾਂਗੇ। ਵਾਜਾ ਪਵਨ ਵਜਾਇਆ ਵੀਰ ਜੀ। ਨਹੀਂ ਪਵਨ ਵਾਲਾ ਨਹੀਂ ਆ, ਉਹ ਕੁਛ ਹੋ ਰਿਹਾ। ਚਾਬੀ ਲਾਈ ਉੱਥੇ ਕਿਹਾ ਵਾ, ਇਹ ਰਾਜਿੰਦਰਾ ਸੀ, ਇਹਨੂੰ ਚਾਬੀ ਲਾ ਕੇ ਇਹਨੂੰ ਸਟਾਰਟ ਕਰਤਾ। ਪਹਿਲਾਂ ਆਪਾਂ ਬਹੁਤ ਟਾਈਮ ਪਹਿਲਾਂ ਕਥਾ ਕੀਤੀ।
ਇਹ ਜਿਹੜਾ ਇਹਨੂੰ ਸਰੀਰ ਨੂੰ ਚਲਾਉਂਦਾ ਹੈ ਨਾ, ਇਹਨੂੰ ਜੜ ਨੂੰ ਚਲਾਉਂਦਾ ਹੈ, ਚਾਹੇ ਮਨ, ਬੁੱਧੀ, ਚਿੱਤ, ਹੰਕਾਰ, ਇਹ ਜਿੰਨੇ ਵੀ ਹੈਗੇ ਨੇਚਰ ਸਭ ਸਾਰੇ ਜੜ ਹੈਗੇ ਆ। ਬਿਲਕੁਲ ਠੀਕ ਹੈ ਜੀ। ਹਾਂ, ਇਹ ਚੇਤਨ ਨਹੀਂ ਹੈਗੇ, ਕਿਉਂਕਿ ਦੇਖੋ ਇਹ ਚੀਜ਼ ਨੂੰ ਅੰਡਰਸਟੈਂਡ ਕਰਨਾ ਬੜਾ ਜ਼ਰੂਰੀ ਆ। ਕਿਉਂਕਿ ਜਿਹੜਾ ਕਹਿੰਦਾ ਨਾ ਮੈਂ ਬ੍ਰਹਮ, ਮਤਲਬ ਮੈਂ ਬ੍ਰਹਮ ਨੂੰ ਵੇਖ ਲਿਆ, ਬ੍ਰਹਮ ਨੂੰ ਵੇਖ ਲਿਆ ਮਤਲਬ ਉੱਥੇ ਬ੍ਰਹਮ ਵੇਖਣ ਵਾਲਾ ਤੇ ਬ੍ਰਹਮ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਜਦੋਂ ਤੁਸੀਂ ਬਿਲਕੁਲ ਅੰਦਰ ਚੱਲ ਗਏ ਨਾ ਨੇਚਰ ਸਾਹਿਬ, ਅਸੀਂ ਬ੍ਰਹਮ ਹੀ ਹਾਂ। ਜਿੰਨਾ ਚਿਰ ਅਸੀਂ ਵੇਖਣ ਵਾਲੇ ਬੈਠੇ ਆ ਨਾ, ਸਮਝ ਲਓ ਕਿ ਅਸੀਂ ਰਾਹ 'ਚ ਹਾਂ ਜਾਂ ਕਿਸੇ ਜਗ੍ਹਾ 'ਚ ਬੈਠੇ ਆ। ਜਦੋਂ ਮੈਂ ਤੇ ਤੁਸੀਂ ਦੋ ਗੱਲਾਂ ਕਰ ਰਹੇ ਆ ਨਾ, ਆਪਾਂ ਇੱਕ ਨਹੀਂ ਹੋਏ। ਨਦੀ ਹਜੇ ਵੱਖਰੀ ਆ, ਨਦੀ ਸਮੁੰਦਰ ਨਹੀਂ ਬਣੀ। ਪਰ ਜਦੋਂ ਨੇਚਰ ਸਾਹਿਬ ਨਦੀ ਸਮੁੰਦਰ 'ਚ ਚਲ ਗਈ, ਫਿਰ ਦੇਖਣ ਵਾਲੀ ਕਿੱਥੇ ਰਹਿ ਗਈ? ਉੱਥੇ ਉਹ ਤੇ ਇੱਕ ਹੋ ਗਈ। ਦੇਖਣ ਦੇ ਲਈ ਦੋ ਚਾਹੀਦੇ ਨੇ ਨੇਚਰ ਸਾਹਿਬ। ਬ੍ਰਹਮ ਤੇ ਇਹਦਾ ਮਤਲਬ ਕਿ ਪ੍ਰਕਿਰਤੀ 'ਚ ਬਹਿ ਕੇ ਆਪਾਂ ਇੱਕ ਕਲਪਨਾ ਕਰ ਸਕਦੇ ਹਾਂ, ਆਪਾਂ ਦੇਖਿਆ ਨਹੀਂ ਉਹਨੂੰ। ਹਾਂਜੀ ਠੀਕ ਹੈ ਜੀ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਤੇ ਕਹਿੰਦੇ ਕਿ ਜਿਹੜੀ ਜੋਤ ਆ, ਚੇਤਨਾ ਤੁਹਾਡੇ 'ਚ ਪਾਈ ਆ, ਤੇ ਉਹ ਨੇਤਰਾਂ ਨੂੰ ਇਹ ਸਮਝਾ ਰਹੇ ਨੇ ਕਿ ਪਰਮਾਤਮਾ ਤੋਂ ਬਿਨਾਂ ਤੁਸੀਂ ਹੋਰ ਕਿਸੇ ਦੀ ਕਲਪਨਾ ਨਾ ਕਰੋ। ਕਿਉਂਕਿ ਨੇਚਰ ਸਾਹਿਬ ਅਸਲ 'ਚ ਬ੍ਰਹਮ ਨੂੰ ਤਾਂ ਕੋਈ ਜਾਣਦਾ ਹੀ ਨਹੀਂ। ਲੋਕੀ ਤੇ ਫੋਟੋਆਂ 'ਚ ਬੈਠਾ ਹੈ, ਕੋਈ ਬਾਬੇ ਕੋ ਬੈਠਾ ਹੈ, ਕੋਈ ਦੇਵੀ ਤੋਂ ਦੇਵਤੀ ਕੋ ਬੈਠਾ ਹੈ। ਇੱਥੇ ਕਹਿਣ ਦਾ ਮਤਲਬ ਇਹੋ ਹੀ ਹੈ ਨੇਚਰ ਸਾਹਿਬ। ਕੋਈ ਤੀਰਥ ਸਥਾਨਾਂ 'ਚ ਬੈਠਾ ਹੈ, ਕੁਛ ਕਿਸੇ ਨੂੰ ਪੂਜ ਰਿਹਾ ਹੈ, ਕੋਈ ਨਦੀ ਨੂੰ ਪੂਜ ਰਿਹਾ, ਕੋਈ ਸੂਰਜ ਨੂੰ ਪੂਜ ਰਿਹਾ, ਕੋਈ ਮਤਲਬ ਏਦਾਂ ਦਾ ਹੀ ਉਹ ਹਰ ਕੋਈ ਬੰਦਾ ਜਿਹੜਾ ਨਾ, ਉਹ ਆਪਣੇ ਆਪ ਨੂੰ ਉਹਨੇ ਵਿੱਚ ਮਤਲਬ ਜੜ ਦੇ ਨਾਲ ਹੀ ਬੱਧਾ ਹੈ ਨੇਚਰ ਸਾਹਿਬ। ਜੋ ਵੀ ਕਹਿ ਲਓ, ਜੋ ਵੀ ਜਿਹਦੀ ਪੂਜਾ ਕਰ ਰਿਹਾ ਨਾ, ਸਮਝ ਲਓ ਨੇਚਰ ਸਾਹਿਬ ਜੜ ਆ। ਬਿਲਕੁਲ। ਔਰ ਉਹ ਪ੍ਰਮਾਤਮਾ ਜੜ ਨਹੀਂ ਹੈਗਾ। ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਪਊਗਾ। ਜੇਕਰ ਜੜ ਦੇ ਪਿੱਛੇ ਹੁਣ ਮੈਂ ਬੈਠਾ ਹਾਂ, ਮੈਂ ਕਿਸੇ ਇੱਕ ਸੀਮਟ ਦੀ ਮੂਰਤੀ ਨੂੰ ਮੰਨ ਲਓ ਪੂਜ ਰਿਹਾ, ਹੁਣ ਉੱਥੇ ਸੀਮਟ ਦੀ ਮੂਰਤੀ, ਉਹ ਬ੍ਰਹਮ ਥੋੜੀ ਹੈਗਾ। ਚਾਹੇ ਉਹ ਕਿਸੇ ਦੇਵੀ ਦੇਵਤੇ ਦੀ ਹੈ ਤੇ ਉਹ ਸੀਮਟ ਹੀ ਹੈ, ਪੱਥਰ ਹੀ ਹੈ। ਪੱਥਰ ਕਿੱਥੋਂ ਦੇਵਤਾ ਹੋ, ਰੱਬ ਕਿੱਥੋਂ ਹੋ ਸਕਦਾ? ਉੱਥੇ ਜੜ ਆ। ਉਹ ਪ੍ਰਕਿਰਤੀ ਦਾ ਇੱਕ ਹਿੱਸਾ ਵਾ, ਪ੍ਰਕਿਰਤੀ ਚੋਂ ਆਇਆ। ਹਾਂਜੀ ਨੇਜਰ ਸਾਹਿਬ ਅੱਗੇ ਚਲੀ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਕਹਿੰਦੇ ਜੋ ਕੁਛ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ, ਉਸ ਮਾਲਕ ਪਰਮਾਤਮਾ ਤੋਂ ਇਲਾਵਾ ਕੁਛ ਵੀ ਨਹੀਂ ਹੈਗਾ। ਹਾਂਜੀ ਬਿਲਕੁਲ ਠੀਕ ਹੈ ਜੀ। ਦੇਖ ਲਓ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਜੋ ਵੀ ਆਪਾਂ ਨੂੰ ਦਿਖ ਰਿਹਾ ਨਾ, ਜਿਹੜਾ ਜੀਵਤ ਆ ਜਾਂ ਚਾਹੇ ਨਿਰਜੀਵ ਹੈਗਾ, ਹੈ ਤੇ ਬ੍ਰਹਮ ਦਾ ਹੀ। ਉਹਦੇ ਅੰਦਰ ਜੋਤ ਉਹਦੀ ਆ। ਜੇ ਤਾਂ ਸਾਡੇ ਅੰਦਰ ਜੋਤ ਉਹਨੇ ਪਾਈ ਹੈ ਨਾ ਪਰਮਾਤਮਾ ਨੇ, ਮਤਲਬ ਸਮਝਾਉਣ ਦਾ ਤਰੀਕਾ ਵਾ। ਉਹ ਕੱਲੀ ਜੋਤ ਨਹੀਂ ਹੈ, ਤੇ ਸਾਰੀ ਇੱਕੋ ਹੀ ਜੋਤ ਆ। ਬਟ ਇਹ ਜਿਹੜਾ ਜੋ ਵੀ ਸਾਨੂੰ ਜੋ ਵੀ ਪ੍ਰਪੰਚ ਦਿਖਾਈ ਦੇ ਰਿਹਾ ਹੈ, ਇਹਦੇ ਅੰਦਰ ਵੀ ਉਹੀ ਜੋਤ ਆ। ਇੱਕ ਸਮਾਂ ਆਉਂਦਾ ਹੈ ਜਦੋਂ ਬ੍ਰਹਮ ਗਿਆਨੀ ਨਾ ਪਹਿਲਾਂ ਤਾਂ ਸ਼ੁਰੂ ਚ ਕੋਸ਼ਿਸ਼ ਕਰਦਾ ਕਿ ਬੰਦਿਆਂ ਨੂੰ ਮੁਕਤ ਕਰ ਦਈਏ, ਕਰਵਾਈਏ। ਪਰ ਇੱਕ ਸਮਾਂ ਆਉਂਦਾ ਵੀ ਸ਼ਾਂਤ ਹੋ ਜਾਂਦਾ। ਉਹਨੂੰ ਵੀ ਪਤਾ ਲੱਗ ਜਾਂਦਾ ਇਹ ਤਾਂ ਕੁਦਰਤ ਦਾ ਹੁਕਮ ਹੈ, ਕੁਦਰਤ ਦਾ ਨਿਯਮ ਹੈ, ਚੱਲਣ ਦਿਆ। ਫਿਰ ਜ਼ੋਰ ਨਹੀਂ ਲਾਉਂਦਾ, ਫਿਰ ਸਹਿਜ ਮਾਰਕ ਨਾਲ ਉਹ ਕੋਸ਼ਿਸ਼ ਕਰਦਾ ਰਹਿੰਦਾ ਥੋੜੀ। ਬਟ ਜ਼ਿਆਦਾ ਕੋਸ਼ਿਸ਼ ਨਹੀਂ ਕਰਦਾ ਕਿ ਬਹੁਤ ਦੁਨੀਆ ਨੂੰ ਇੱਥੋਂ ਮੁਕਤ ਕਰਕੇ ਕੱਢ ਕੇ ਲੈ ਜਾਵਾਂ। ਉਹ ਵੀ ਇੱਕ ਆਪਣੇ ਸਹਿਜ ਚ ਆ ਜਾਂਦਾ, ਉਹਨੂੰ ਗਿਆਨ ਹੋ ਜਾਂਦਾ ਹੈ ਤੇ ਕੁਦਰਤੀ ਇੱਕ ਨਿਯਮ ਬਣਾਇਆ ਪ੍ਰਮਾਤਮਾ ਨੇ। ਪਰ ਪ੍ਰਮਾਤਮਾ ਇਸੇ ਤਰ੍ਹਾਂ ਲੀਲਾ ਰਚਾ ਕੇ ਬੈਠਾ ਹੈ। ਹਾਂਜੀ ਨੇਜਰ ਸਾਹਿਬ। ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਕਹਿੰਦੇ ਜੋ ਵੀ ਇਹ ਸੰਸਾਰ ਹੈਗਾ, ਵਿਸ਼ਵ ਸੰਸਾਰ ਕਹਿ ਰਹੇ ਮਹਾਰਾਜ, ਕਿਉਂਕਿ ਵਿਸ਼ਵ ਇਸ ਕਰਕੇ ਹੈ ਕਿਉਂਕਿ ਇਹ ਸੰਸਾਰ ਦੇ ਕਰਕੇ ਹੀ ਆਪਾਂ ਜਿਹੜੇ ਹੈਗੇ ਆਕਾਰ ਦੇ ਨਾਲ ਜਿਹੜੇ ਹੈਗੇ ਆਕਾਰ ਦੇ ਵਿੱਚ ਭਰਮਿਤ ਹੋ ਜਾਂਦੇ ਆ। ਇਹ ਮਾਇਆ ਜਿਹੜੀ ਹੈਗੀ ਆ, ਜੋ ਮਾਲਕ ਪਰਮਾਤਮਾ ਨੇ ਜਿਹੜੀ ਆ ਰਚਨਾ ਕੀਤੀ ਹੈ, ਜਿਹੜੀ ਮਾਇਆ ਦੀ ਇਹੀ ਖੇਡ ਪਾਈ ਹੋਈ ਆ ਮਾਲਕ ਪਰਮਾਤਮਾ ਨੇ, ਤੇ ਇਹਦੇ ਵਿੱਚ ਆਪਾਂ ਜਿਹੜੇ ਹੈਗੇ ਆ, ਕਹਿੰਦੇ ਮਹਾਰਾਜ ਕਹਿੰਦੇ ਇਹ ਤਾਂ ਪਰਮੇਸ਼ਰ ਦਾ, ਮਾਲਕ ਪਰਮਾਤਮਾ ਦਾ ਰੂਪ ਹੈਗਾ। ਇਹ ਜੋ ਕੁਛ ਵੀ ਤੈਨੂੰ ਨਜ਼ਰ ਆ ਰਿਹਾ ਆ, ਇਹ ਉਹ ਮਾਲਕ ਪਰਮਾਤਮਾ ਨੇ ਹੀ ਜਿਹੜਾ ਹੈਗਾ ਇਸ ਦੀ ਰਚਨਾ ਕੀਤੀ ਆ। ਇਸ ਕਰਕੇ ਇਹਨੂੰ ਤੁਸੀਂ ਇੱਕ ਅਲੱਗ ਨਾ ਦੇਖੋ, ਇਹਨੂੰ ਉਹ ਮਾਲਕ ਪਰਮਾਤਮਾ ਹੀ ਹੈਗਾ ਇਹਦੇ ਵਿੱਚ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਜਿਹੜਾ ਸੰਸਾਰ ਦਿਖਦਾ ਹੈ ਤੇ ਪ੍ਰਮਾਤਮਾ ਦਾ ਹੀ ਰੂਪ ਹੈ ਨਾ, ਸ਼ਕਤੀ ਤਾਂ ਉਹੀ ਹੈ। ਚਾਹੇ ਕਿੰਨੀਆਂ ਹੀ ਛੱਲਾਂ ਪੈਦਾ ਹੋਈਆਂ, ਆਈਆਂ ਤੇ ਸਮੁੰਦਰ ਚ ਹੋਈਆਂ ਨਾ ਸਾਰੀਆਂ। ਇਹਦਾ ਮਤਲਬ ਇਹ ਹੈ ਕਿ ਸਾਡੇ ਆਲੇ ਦੁਆਲੇ ਜੋ ਵੀ ਹੈ, ਉਹ ਸਾਨੂੰ ਉਹਦਾ ਬਣਦਾ ਹੱਕ ਦੇਣਾ ਪਊਗਾ। ਮਤਲਬ ਜਿੱਥੇ ਪਾਣੀ ਦਾ ਹੈ, ਅਸੀਂ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ। ਜੇ ਠੱਗੀ ਮਾਰਦੇ ਆ ਤੇ ਪ੍ਰਮਾਤਮਾ ਦੇ ਨਾਲ ਹੀ ਮਾਰ ਰਹੇ ਆ। ਹਰ ਹੀ ਹੈਗਾ। ਹੁਣ ਤੁਸੀਂ ਦੇਖੋ, ਕਿਸੇ ਦਾ ਦਿਲ ਦਿਖਾ ਦੋਗੇ ਤੇ ਉਹਦੀ ਵੀ ਤੇ ਅੰਦਰੋਂ ਅੰਤਰਾ ਕਰਨ ਚ ਆਵਾਜ਼ ਉਹਦੀ ਆਤਮਾ ਨੂੰ ਹੀ ਪਹੁੰਚਣੀ।
ਜੇ ਕਿਸੇ ਨੂੰ ਆਪਾਂ ਦੁਖੀ ਕਰਾਂਗੇ ਜਾਂ ਕਿਸੇ ਨੂੰ ਪਰੇਸ਼ਾਨ ਕਰਾਂਗੇ ਜਾਂ ਕਿਸੇ ਤੋਂ ਨਫ਼ਰਤ ਕਰਦੇ ਆ ਤੇ ਆਪਾਂ ਕੋਈ ਬੰਦੇ ਨਾਲ ਥੋੜੀ ਨਫ਼ਰਤ ਕਰਦੇ ਹੈ ਤੇ ਜੋਤ ਤੇ ਉਹਦੇ ਅੰਦਰ ਰੱਬ ਦੀ ਹੈਗੀ ਨਾ। ਇਸੇ ਲਈ ਇਹ ਤੁਸੀਂ ਦੇਖੋਗੇ ਵੱਡੇ ਵੱਡੇ ਜਿਹੜੇ ਮਹਾਤਮਾ ਹੋਏ ਨੇ ਨਾ, ਉਹਨਾਂ ਨੂੰ ਕਰੋਧੀਆਂ ਤੇ ਚੋਰਾਂ ਤੇ ਠੱਗਾਂ ਤੇ ਕਿਤੇ ਗੁੱਸਾ ਨਹੀਂ ਆਇਆ। ਉਹਨਾਂ ਨੂੰ ਤਰਸ ਆਇਆ ਉਹਨਾਂ ਕਿ ਆਪਣਾ ਜੀਵਨ ਇਹ ਕਿੱਥੇ ਵੇਸਟ ਕਰ ਰਿਹਾ ਔਰ ਆਪਣੇ ਜੀਵਨ ਦੇ ਵਿੱਚ ਜਿਹੜਾ ਇਹਨਾਂ ਦਾ ਮਕਸਦ ਹੀ ਉਹਦੀ ਜਗ੍ਹਾ ਕੁਝ ਹੋਰ ਕਰ ਰਹੇ ਨੇ, ਜਿਹਦੇ ਕਰਕੇ ਇਹ ਹੋਰ ਦੁਖੀ ਤੇ ਪਰੇਸ਼ਾਨ ਹੋ ਰਹੇ ਨੇ ਤੇ ਪ੍ਰਮਾਤਮਾ ਤੋਂ ਦੂਰ ਜਾ ਰਹੇ ਨੇ। ਹਾਂਜੀ ਨਹੀਂ ਜਦ ਔਰ ਇਹ ਚੀਜ਼ ਜਿਹੜੀ ਹੈ ਨਾ, ਦੇਖੋ ਬਸ ਇਹੀ ਚੀਜ਼ ਹੈਗੀ ਆ। ਇਹ ਮਾਲਕ ਨੇ ਜਿਹੜਾ ਸੰਸਾਰ ਪਾਇਆ, ਆਕਾਰ ਪਾਇਆ ਹੈ, ਜੋ ਵੀ ਸ੍ਰਿਸ਼ਟੀ ਰਚੀ ਆ, ਬਸ ਜਦ ਤੱਕ ਇਹ ਆਪਾਂ ਨੂੰ ਦਿਸ ਰਹੀ ਹੈ, ਜਦ ਤੱਕ ਇਹ ਆਪਾਂ ਨੂੰ ਦੂਸਰੀ ਨਜ਼ਰ ਆ ਰਹੀ ਹੈ, ਤਦ ਤੱਕ ਆਪਾਂ ਜਿਹੜੇ ਹੈਗੇ, ਤਦ ਤੱਕ ਆਪਾਂ ਗਤੀ ਦੇ ਵਿੱਚ ਜਾਂ ਯਾਤਰਾ ਦੇ ਵਿੱਚ ਹੈਗੇ। ਤਦ ਤੱਕ ਇਹ ਵਿਸ ਸੰਸਾਰ ਨੇ ਆਪਾਂ ਨੂੰ ਜਕੜਿਆ ਹੋਇਆ ਆ, ਮੋਹ ਹੈ, ਅਟੈਚਮੈਂਟ ਇਹਦੇ ਨਾਲ ਜੁੜੇ ਹੋਏ ਆ ਆਪਾਂ। ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਬਸ ਜਿੱਥੇ ਗੁਰੂ ਦੇ ਪ੍ਰਸਾਦ ਆ ਗਿਆ, ਜਿੱਥੇ ਜਿਹੜਾ ਬ੍ਰਹਮ ਗਿਆਨ ਹੋ ਗਿਆ ਜਾਂ ਧਿਆਨ ਸਿਮਰਨ ਦੇ ਦੁਆਰਾ ਜਿਹੜਾ ਹੈਗਾ ਇਸ ਚੀਜ਼ ਨੂੰ ਬੁੱਝ ਲਿਆ ਕਿ ਇਹ ਤਾਂ ਮਾਲਕ ਪਰਮਾਤਮਾ ਆਪ ਹੀ ਹੈ, ਉਸ ਤੋਂ ਇਲਾਵਾ ਕੋਈ ਨਹੀਂ ਹੈਗਾ। ਬਸ ਉੱਥੇ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਉੱਥੇ ਹੀ ਵਿਚਾਰ ਬੰਦ ਹੋ ਗਏ। ਜਦ ਹੁਣ ਮਾਲਕ ਪਰਮਾਤਮਾ ਅੰਦਰ ਬਾਹਰ ਹਰ ਪਾਸੇ ਮਾਲਕ ਪਰਮਾਤਮਾ ਹੈ, ਤੇ ਆਪਾਂ ਕਿਹਦੇ ਨਾਲ ਠੱਗੀ ਮਾਰਾਂਗੇ, ਕਿਹਦੇ ਵੱਲ ਨੂੰ ਆਪਾਂ ਨੈਗੇਟਿਵਿਟੀ ਕਰਾਂਗੇ, ਕਿਹਦੇ ਵੱਲ ਨੂੰ ਆਪਾਂ ਪੋਜ਼ਿਟਿਵਿਟੀ ਕਰਾਂਗੇ। ਸਾਰਾ ਇੱਕ ਮਾਲਕ ਪਰਮਾਤਮਾ, ਸਾਰਾ ਇੱਕ ਹੈਗਾ, ਉਸ ਤੋਂ ਇਲਾਵਾ ਕੋਈ ਵੀ ਨਹੀਂ ਹੈ। ਇਹੀ ਚੀਜ਼ ਬੁੱਝਣੀ ਆ, ਪਰ ਇਹ ਐਵੇਂ ਗੱਲਾਂ ਬਾਤਾਂ ਦੇ ਨਾਲ ਨਹੀਂ ਬੁੱਝੀ ਜਾ ਸਕਦੀ ਭਾਈ। ਗਿਆਨ ਦੇ ਦੁਆਰਾ ਜਿਹੜਾ ਹੈਗਾ ਇਹਦਾ ਗਿਆਨ ਲਿਆ ਜਾ ਸਕਦਾ ਹੈ। ਬੁੱਝਣਾ ਹੈ ਤੇ ਇਹ ਧਿਆਨ ਸਿਮਰਨ ਦੇ ਦੁਆਰਾ ਬੁੱਝੀ ਜਾ ਸਕਦੀ ਹੈ। ਇਹਨੂੰ ਕਮਾਉਣਾ ਪੈਣਾ ਹੈ। ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਲ ਦ੍ਰਿਸ਼ਟ ਹੋਈ। ਇਸ ਤਰੀਕੇ ਦੇ ਨਾਲ ਗੁਰੂ ਨੂੰ ਮਿਲ ਕੇ ਜਿਹੜਾ ਹੈਗਾ ਧਿਆਨ ਸਿਮਰਨ ਦੀ ਕਮਾਈ ਕਰਕੇ ਜਿਹੜਾ ਹੈਗਾ ਇਹ ਨੇਤਰ ਜਿਹੜੇ ਹੈਗੇ ਨੇਰੇ ਤੋਂ ਜਿਹੜੇ ਹੈਗੇ ਇਹਨਾਂ ਦੇ ਵਿੱਚ ਜੋਤ ਪ੍ਰਕਾਸ਼ ਹੋ ਜਾਂਦਾ, ਦਿਵ ਦ੍ਰਿਸ਼ਟੀ ਹੋ ਜਾਂਦੀ ਹੈ। ਔਰ ਉਹ ਜਿਹੜਾ ਹੈਗਾ ਉਹ ਸਰੀਰ, ਉਹ ਇਨਸਾਨ ਜਿਹੜਾ ਹੈਗਾ ਇਹ ਸੰਸਾਰ ਸਮੁੰਦਰ ਤੋਂ ਉਹ ਬੂੰਦ ਨਿਕਲ ਜਾਂਦੀ ਹੈ ਭਾਈ, ਉਹ ਮਰਜ ਹੋ ਜਾਂਦੀ ਹੈ ਸਮੁੰਦਰ ਦੇ ਵਿੱਚ। ਹਾਂਜੀ ਵੀਰ ਜੀ। ਹਾਂਜੀ, ਕਹਿੰਦੇ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਹੁਣ ਕਹਿੰਦੇ ਕੋਈ ਸੰਗਤ ਮਿਲੀ, ਫਿਰ ਉਹ ਧਿਆਨ ਸਿਮਰਨ ਦੀ ਸਾਧਨਾ ਕੀਤੀ, ਫਿਰ ਭਗਤੀ ਕੀਤੀ, ਫਿਰ ਭਗਤੀ ਕਰਕੇ ਫਿਰ ਸਰੀਰ ਤੋਂ ਅੱਗੇ ਮੈਂ ਗਿਆ। ਫਿਰ ਬੁੱਝੇ ਦਾ ਮਤਲਬ ਸਿੰਪਲ ਨਹੀਂ ਸੀ, ਲੱਭਣਾ ਪਿਆ, ਉਹਨੂੰ ਬੁੱਝਣਾ ਪਿਆ। ਕੋਈ ਚੀਜ਼ ਸੀ, ਬੁਝਾਰਤ ਸੀ, ਮੈਂ ਬੁੱਝ ਲਈ। ਉਹ ਸੰਗਤ ਮਿਲ ਗਈ, ਮੈਨੂੰ ਗਿਆਨ ਹੋ ਗਿਆ। ਫਿਰ ਮੈਂ ਭਗਤੀ ਕੀਤੀ, ਧਿਆਨ ਸਿਮਰਨ ਕੀਤਾ, ਜਪ ਤਪ ਕੀਤਾ। ਫਿਰ ਮੈਂ ਕੀ ਵੇਖਿਆ, ਮੈਂ ਅੰਦਰ ਗਿਆ। ਮੈਂ ਮਨ ਪਹਿਲਾਂ ਸਰੀਰ, ਅੱਖਾਂ ਬੰਦ ਕਰ ਲਈਆਂ। ਬਾਣੀ ਚ ਲਿਖਿਆ ਨਾ, ਕਬੀਰ ਜੀ ਨੇ ਲਿਖਿਆ, ਮੂੰਹ ਚਲੀਏ ਸਭ ਦਰਵਾਜੇ, ਮੂੰਦਲੀਏ ਦਰਵਾਜੇ, ਬਾਜੀ ਲੈ ਅਨਹਦ ਬਾਜੇ। ਹਾਂ, ਉਹਨਾਂ ਕੀਤਾ, ਕਹਿੰਦੇ ਕਿ ਕੰਨ ਵੀ ਬੰਦ ਕਰ ਲਏ, ਅੱਖਾਂ ਬੰਦ ਕਰ ਲਈਆਂ। ਅੱਖਾਂ ਬੰਦ ਕਰਨ ਦਾ ਮਤਲਬ ਮੂੰਹ ਵੀ ਬੰਦ ਕਰ ਲਿਆ। ਕਿ ਮਤਲਬ ਕਿ ਇਹ ਜਿਹੜੀ ਇੰਦਰੀਆਂ ਸੀ ਜਿਹਦੇ ਕਰਕੇ ਮਨ ਬਾਹਰ ਭੱਜ ਰਿਹਾ ਸੀ, ਇਹਨੂੰ ਅੰਤਰਮੁਖੀ ਕਰਨ ਦਾ ਤਰੀਕਾ ਕੀ ਹੈਗਾ ਕਿ ਇਹਨਾਂ ਇੰਦਰੀਆਂ ਨੂੰ ਬੰਦ ਕੀਤਾ। ਹੁਣ ਕਮ ਸੇ ਕਮ ਅੰਦਰ ਕੱਲਾ ਮਨ ਹੀ ਰਹਿ ਗਿਆ। ਹੁਣ ਉੱਥੇ ਮਨ ਹੈਗਾ, ਮਨ ਨੂੰ ਵੇਖਿਆ, ਭਗਤੀ ਕੀਤੀ, ਨਾਮ ਪ੍ਰਗਟ ਹੋਇਆ, ਨਾਮ ਮਨ ਤੋਂ ਵੀ ਅੱਗੇ ਆ ਗਏ। ਵਿਚਾਰ ਹੈਗੇ ਤੇ ਮਨ ਹੈਗਾ, ਵਿਚਾਰ ਨਹੀਂ ਹੈਗੇ ਤੇ ਮਨ ਨਹੀਂ ਹੈਗਾ। ਫਿਰ ਕੱਲਾ ਰਹਿ ਗਿਆ ਚਿੱਤ। ਕੁਝ ਸਮੇਂ ਬਾਅਦ ਚਿੱਤ ਨੇ ਵੀ ਖਤਮ ਹੋ ਜਾਣਾ, ਫਿਰ ਬ੍ਰਹਮ ਆ ਜਾਣਾ। ਉਹ ਜਦੋਂ ਬ੍ਰਹਮ ਚ ਆ ਗਏ ਤਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਇਹ ਜਿਹੜਾ ਬ੍ਰਹਮ ਆ, ਇਹਦੇ ਅੰਦਰ ਹੀ ਆ ਸਾਰਾ ਕੁਛ, ਬਾਹਰ ਤੇ ਕੁਛ ਵੀ ਨਹੀਂ ਹੈਗਾ। ਬਾਹਰ ਜਿੱਦਾਂ ਮਤਲਬ ਮੈਂ ਏਦਾਂ ਵਾਂ ਕਿ ਮੈਂ ਆਪਣੇ ਪੈਰ ਦੇ ਨਾਲ ਲੜਦਾ ਪਿਆ ਜਾਂ ਮੈਂ ਆਪਣੇ ਹੱਥ ਨਾਲ ਲੜਦਾ ਪਿਆ, ਇਹ ਬ੍ਰਹਮ ਹੀ ਹੈ ਨੇ ਸਾਹਿਬ, ਏਦਾਂ ਹੀ ਕਹਿ ਲਓ। ਬਿਲਕੁਲ, ਮੈਂ ਉਂਗਲੇ ਆ, ਮੈਂ ਸੱਜਾ ਹੱਥ, ਮੈਂ ਖੱਬੇ ਹੱਥ ਨਾਲ ਲੜਦੇ ਆ, ਜਾਂ ਮੈਂ ਪੈਰ ਨਾਲ ਲੜਦੇ ਆ, ਚੀਜ਼ੀ ਨਾਲ ਲੜਦੇ ਆ, ਜਾਂ ਅੱਖਾਂ ਨਾਲ ਲੜਦੇ ਆ, ਜਾਂ ਮੈਂ ਕੰਨਾਂ ਨਾਲ ਲੜਦੇ ਆ। ਹੈ ਜਿਹੜਾ ਸਾਰਾ ਬ੍ਰਹਮ ਹੀ ਆ। ਤੇ ਬ੍ਰਹਮ ਦੇ ਕਿਸੇ ਹਿੱਸੇ ਦੀ ਦੂਜੀ ਇਕਾਈ ਦੇ ਨਾਲ ਮੈਂ ਲੜ ਰਿਹਾ। ਔਰ ਇਹ ਭੇਦ ਮੈਨੂੰ ਉਦੋਂ ਬੁੱਝਿਆ ਗਿਆ ਜਦੋਂ ਮੈਂ ਆਪਣੇ ਅੰਦਰ ਸਥਿਰ ਹੋ ਗਿਆ। ਜਦੋਂ ਸੁਰਤੀ ਸਾਡੀ ਅੰਦਰ ਸਥਿਰ ਹੋ ਜਾਂਦੀ ਹੈ ਨਾ ਚੇਤਨ ਸਤਾ ਦੇ ਵਿੱਚ, ਤੇ ਫਿਰ ਸਾਰਾ ਭਰਮ ਖਤਮ ਹੋ ਜਾਂਦਾ। ਤੁਹਾਡਾ ਕੋਈ ਦੁਸ਼ਮਣ ਨਹੀਂ ਰਹੇਗਾ ਧਰਤੀ ਤੇ। ਤੁਸੀਂ ਖੁਦ ਕਹਿ ਕੇ ਦੱਸਣਾ ਕਿ ਹਾਂ ਚਰਨਜੀਤ, ਕੋਈ ਦੁਸ਼ਮਣ ਨਹੀਂ ਹੈਗਾ ਮੇਰਾ, ਬਿਲਕੁਲ ਕਲੀਨ ਹੋ ਜਾਣਾ ਭਾਈ ਕਨਈਆ ਜੀ ਦੇ ਵਾਂਗੂ। ਕਿਉਂਕਿ ਉਹ ਅਵਸਥਾ ਬਣਨੀ ਹੈ ਜਦੋਂ ਤੁਸੀਂ ਬ੍ਰਹਮ ਲੀਨ ਹੋ ਜਾਓਗੇ, ਤੁਹਾਡੀ ਸੁਰਤੀ ਬ੍ਰਹਮ ਚ ਲੀਨ ਹੋ ਗਈ, ਉਹ
ना कोई नीत ना कोई बेगाना, सकल संग हमको बने आई, बाणी च तुक लिखी है। ते कोई अपना भी नहीं रह जाना, कोई बेगाना भी नहीं रह जाना, क्योंकि सुरती जिहड़ी आत्मा च आ गई है। और आत्मा च जदों स्थिर हो जाती है फिर उत्थे जाके पता लगता है, जदों तुहाडी सुरती वर्तमान काल च आ गई ना, तो फिर तुहाडे लई कोई होऊगा, फिर पता लगना कि हार तो बिना कुछ भी नहीं हैगा। ਉਹ ਅਵਸਥਾ ਜਦੋਂ ਪ੍ਰਾਪਤ ਹੋਣੀ ਹੈ ਨਾ, ਤੁਹਾਡੀ ਸੁਰਤੀ ਆਤਮਾ ਤੱਤ ਤੇ ਸਥਿਰ ਹੋ ਜਾਣੀ ਹੈ। ਸਹਿਜ ਅਵਸਥਾ ਕਹਿੰਦੇ ਹਨ। ਸਹਿਜ ਅਵਸਥਾ ਬਹੁਤ ਵੱਡੀ ਪ੍ਰਾਪਤੀ ਹੈ। ਸਮਾਧੀ 'ਚ ਜਾਂਦੇ ਹਾਂ, ਵਾਪਸ ਆ ਜਾਂਦੇ ਤੇ ਸੰਸਾਰ 'ਚ ਆ ਜਾਂਦੇ। ਸੰਸਾਰ ਦੀ ਥੋੜੀ ਬਹੁਤੀ ਮਲੀਨਤਾ ਸਾਡੇ ਅੰਦਰ ਰਹਿੰਦੀ ਹੈ। ਸਹਿਜ ਅਵਸਥਾ ਦੇ ਵਿੱਚ ਇੰਨੀ ਜ਼ਿਆਦਾ ਪਿਉਰੀਫਿਕੇਸ਼ਨ ਹੋ ਗਈ, ਇੰਨੀ ਜ਼ਿਆਦਾ ਰਿਫਾਈਨ ਹੋ ਗਈ ਹੈ ਸਾਡੀ ਅੰਦਰਲੀ ਸੁਰਤੀ ਕਿ ਉਹਦੇ ਨਾਲ ਮਾਸਾ ਵੀ ਮਲੀਨਤਾ ਨਹੀਂ ਹੈਗੀ। ਔਰ ਜਦੋਂ ਮਲੀਨਤਾ ਦੂਰ ਹੋ ਗਈ ਫਿਰ ਅਰਜੁਨ ਤੇ ਦੁਰਯੋਧਨ ਵਾਲਾ ਕੰਮ ਹੋ ਜਾਣਾ। ਅਰਜੁਨ ਨੂੰ ਕਿਹਾ ਜਾ ਕੇ ਬੁਰਾ ਬੰਦਾ ਲੱਭ ਕੇ ਲਿਆ, ਉਹਨੂੰ ਨਹੀਂ ਲੱਭਿਆ। ਕੋਈ ਖੁਦ ਚੰਗਾ ਹੈ। ਜੇਕਰ ਸਾਨੂੰ ਦੁਨੀਆ 'ਚ ਬੁਰਾਈ ਨਜ਼ਰ ਆ ਰਹੀ ਹੈ ਨਾ, ਇਹਦਾ ਕਾਰਨ ਇਹ ਨਹੀਂ ਕਿ ਉਹ ਦੁਨੀਆ 'ਚ ਬੁਰਾਈ ਹੈਗੀ ਹੈ। ਉਹ ਕਿਉਂਕਿ ਅਸੀਂ ਜਿਹੜੇ ਮਨ ਦੇ ਰਾਹੀਂ ਵਹਿੰਦੇ ਪਏ ਨਾ, ਤੇ ਮਨ ਦੇ ਵਿੱਚ ਜਿਹੜਾ ਚਿੱਤ ਦੇ ਅੱਗੇ ਜਿਹੜਾ ਥਰੂ ਸਾਡੇ ਸੰਸਕਾਰ ਹੈਗੇ, ਅਸੀਂ ਉਹਦੇ ਥਰੂ ਵਹਿੰਦੇ ਹਾਂ। ਜਦੋਂ ਵੀ ਚਿੱਤ ਦੇ ਵਿੱਚ ਕੋਈ ਚੀਜ਼ ਆਉਂਦੀ ਨਾ ਰਜਾ ਸਾਹਿਬ ਇੰਦਰੀਆਂ ਦੇ ਦੁਆਰਾ, ਤੇ ਮਨ ਉਹਨੂੰ ਪ੍ਰੋਸੈਸ ਕਰਦਾ ਵਾ। ਜਦੋਂ ਉਹ ਪ੍ਰੋਸੈਸ ਕਰਦਾ ਵਾ ਤੇ ਫਿਰ ਕੀ ਕਰਦਾ ਕਿ ਉਹਨਾਂ ਜਿਹੜੀ ਵੀ ਇਨਫੋਰਮੇਸ਼ਨ ਆਈ ਉਹ ਤੇ ਰੰਗ ਚਾੜਦਾ ਆਪਣਾ ਸੰਸਕਾਰਾਂ ਦਾ। ਤੇ ਮਨ ਵੀ ਫਿਰ ਉਹਨਾਂ ਸੰਸਕਾਰਾਂ ਦਾ ਹੀ ਕਹਿਣਾ ਮੰਨਦਾ ਹੈ। ਮਨ ਦੀ ਆਪਣੀ ਮਰਜ਼ੀ ਨਹੀਂ ਚੱਲਦੀ ਰਜਾ ਸਾਹਿਬ, ਬਿਲਕੁਲ ਨਾ ਹੀ ਉਹ ਤੇ ਬੁੱਧੀ ਦੀ ਮਰਜ਼ੀ ਚੱਲਦੀ ਹੈ। ਕਿਉਂਕਿ ਜਿੱਦਾਂ ਹੁਣ ਜਿਹੜਾ 80-90% ਜਿਹੜਾ ਪਿੱਛੇ ਬੈਠਾ ਵਾ, ਜਿਹੜਾ ਪੂਰਾ ਇਨਫੋਰਮੇਸ਼ਨ ਆ, ਜਦੋਂ ਉਹਦੇ 'ਚ ਚੀਜ਼ ਜਾਣੀ ਹੈ ਨੇਜਰ ਸਾਹਿਬ, ਜਿੱਦਾਂ ਤੁਸੀਂ ਕਹਿੰਦੇ ਨਹੀਂ ਸੀ ਉਹ ਪ੍ਰਿਜ਼ਮ ਹੁੰਦਾ ਵਾ, ਜਿਹਦੇ ਵਿੱਚ ਜਦੋਂ ਸੂਰਜ ਦੀ ਕਿਰਨ ਵੜਦੀ ਆ ਤੇ ਵੇਖੋ ਕਿੰਨੇ ਰੰਗ ਕੱਢਦਾ। ਉਹਦੇ 'ਚ ਰੰਗ ਕਿਰਨ 'ਚ ਥੋੜੀ ਕੋਈ ਰੰਗ ਹੁੰਦਾ। ਬਿਲਕੁਲ ਉਹ ਪ੍ਰਿਜ਼ਮ 'ਚ ਵੱਜਣ ਦੇ ਨਾਲ ਹੀ ਜਿਹੜਾ ਵਾ ਰੰਗ ਉਹੀ ਨਿਕਲੂਗਾ ਜੋ ਪ੍ਰਿਜ਼ਮ ਕੱਢੂਗਾ। ਚਿੱਤ ਦਾ ਮਤਲਬ ਚਿੱਤਰਗੁਪਤ, ਜਿਹਨੇ ਸਾਰਾ ਕੁਝ ਲਿਖਿਆ, ਜਿਹਨੇ ਆਪਣੇ ਕਰਮਾਂ ਦਾ ਸੰਸਕਾਰ ਲਿਖਿਆ ਅੰਦਰ। ਹੁਣ ਜਦੋਂ ਚਿੱਤ ਦੇ ਵਿੱਚ ਕੋਈ ਚੀਜ਼ ਜਾਂਦੀ ਹੈ, ਮਨ ਲੈ ਕੇ ਤੇ ਜਾਂਦਾ ਉੱਥੇ, ਪਰ ਚਿੱਤ ਦੇ ਵਿੱਚ ਪ੍ਰੋਸੈਸ ਹੁੰਦੀ ਹੈ ਨੇਜਰ ਸਾਹਿਬ ਚੀਜ਼। ਤੇ ਮਨ ਵੀ ਫਿਰ ਉਹ ਜੋ ਪ੍ਰੋਸੈਸਿੰਗ ਹੋਣ ਤੋਂ ਬਾਅਦ ਜਿੱਦਾਂ ਦੇ ਲਫ਼ਜ਼ ਬੋਲੂਗਾ ਨਾ, ਮੈਂ ਸੁਣਿਆ ਕੁਛ ਹੋ ਰਿਹਾ ਪਰ ਉਹਦੀ ਮੀਨਿੰਗ ਮੈਂ ਕੀ ਅੰਡਰਸਟੈਂਡ ਕਰਨੀ ਨੇਜਰ ਸਾਹਿਬ ਚਿੱਤ 'ਚ ਜਾ ਕੇ ਹੋਣਾ ਸਾਰਾ ਕੁਛ। ਚਿੱਤ ਨੇ ਤੇ ਤੁਹਾਨੂੰ ਪਤਾ ਹੀ, ਉਹ ਫਿਰ ਹੁਣ ਆਪਣਾ ਮਤਲਬ ਕੱਢਣਾ ਹੁੰਦਾ। ਅਗਲੇ ਨੇ ਮਾੜੀ ਗੱਲ ਕਹੀ ਜਾਂ ਚੰਗੀ ਗੱਲ ਕਹੀ ਆ, ਕਈ ਵਾਰੀ ਆਪਾਂ ਉਲਟਾ ਮੀਨਿੰਗ ਕਿਉਂ ਕੱਢ ਲੈਂਦੇ ਹਾਂ? ਕਿਉਂਕਿ ਉਹ ਜਦੋਂ ਚਿੱਤ 'ਚ ਜਾਂਦੀ ਉਹ ਚੀਜ਼, ਉੱਥੇ ਜਿੱਦਾਂ ਦਾ ਬੈਕਗਰਾਉਂਡ ਡਾਟਾ ਹੈਗਾ ਆਪਾਂ ਉਹਨੂੰ ਹੀ ਵੇਖਦੇ ਹਾਂ। ਹਾਂਜੀ ਨੇਜਰ ਸਾਹਿਬ, ਹੁਣ ਅੱਗੇ ਜਿਹੜਾ ਹੈਗਾ ਨੇਤਰਾਂ ਦੀ ਗੱਲ ਕੀਤੀ ਹੈ ਮਹਾਰਾਜ ਨੇ, ਹੁਣ ਜਿਹੜੀ ਹੈ ਕੰਨਾਂ ਦੀ ਗੱਲ ਕਰ ਰਹੇ ਆ। ਕਹਿੰਦੇ ਜਦ ਤੱਕ ਗੁਰੂ ਜਿਹੜਾ ਹੈਗਾ ਗੁਰੂ ਨਹੀਂ ਮਿਲਦਾ, ਗਿਆਨ ਨਹੀਂ ਮਿਲਦਾ, ਬ੍ਰਹਮ ਗਿਆਨ ਨਹੀਂ ਮਿਲਦਾ, ਬ੍ਰਹਮ ਗਿਆਨ ਲੈ ਕੇ ਧਿਆਨ ਸਿਮਰਨ ਨਹੀਂ ਕਰਦਾ, ਆਪਣਾ ਤੇਰੇ ਅੰਦਰ ਜਿਹੜਾ ਹੈਗਾ ਆਪਣਾ ਜਿਹੜਾ ਹੈਗੇ ਆ ਤੇਰੀ ਯਾਤਰਾ, ਤੇਰਾ ਆਪਣਾ ਗਿਆਨ ਨਹੀਂ ਤੇਰੇ ਅੰਦਰ ਪ੍ਰਗਟ ਹੁੰਦਾ, ਤਦ ਤੱਕ ਭਾਈ ਹਨੇਰੇ 'ਚ ਹੀ ਹੈਗਾ ਆ। ਜਦ ਸਾਰਿਆਂ ਦੇ ਵਿੱਚ ਇੱਕ ਨਜ਼ਰ ਆ ਗਿਆ, ਉਸ ਮਾਲਕ ਤੋਂ ਇਲਾਵਾ ਕੋਈ ਨਹੀਂ ਨਜ਼ਰ ਆਉਂਦਾ, ਤਦ ਤੇਰੇ ਅੰਦਰ ਜਿਹੜਾ ਹੈਗਾ ਦਿਵ ਦ੍ਰਿਸ਼ਟੀ ਹੋਣੀ ਹੈ। ਹੁਣ ਜਿਹੜਾ ਹੈਗਾ ਕੰਨਾਂ ਦੀ ਗੱਲ ਕਰ ਰਹੇ ਮਹਾਰਾਜ, ਇਹ ਸਰਵਣੋ ਮੇਰਿਓ ਸਾਚਾ ਸੁਣਨੇ ਨੋ ਪਠਾਏ। ਕਹਿੰਦੇ ਇਹ ਮੇਰੇ ਸਰਵਣੋ, ਤੁਹਾਨੂੰ ਸੱਚ ਸੁਣਨ ਦੇ ਵਾਸਤੇ ਜਿਹੜਾ ਹੈਗਾ ਇਨਸਾਨ ਨੂੰ, ਆਪਾਂ ਨੂੰ ਦੁਨੀਆ ਦੇ ਵਿੱਚ ਕਿਉਂ ਆਏ? ਆਪਾਂ ਜਿਹੜੇ ਆ ਸੱਚ ਨੂੰ ਸੁਣਨ ਵਾਸਤੇ ਆਏ ਆ, ਸੱਚ ਨੂੰ ਪ੍ਰਗਟ ਕਰਨ ਵਾਸਤੇ ਆਏ ਆ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ। ਸਾਚਾ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਕਹਿੰਦੇ ਸੱਚ ਨੂੰ ਸੁਣਨ ਵਾਸਤੇ ਤੁਹਾਨੂੰ ਬਿਠਾਇਆ ਆ, ਸਰੀਰ ਦਿੱਤਾ ਆ, ਤੇ ਸੱਚ ਦੀ ਬਾਣੀ ਸੁਣੋ, ਸੱਚ ਸੁਣੋ, ਜਿਹਦੇ ਨਾਲ ਕਿ ਸੱਚ ਬਣ ਜਾਓ, ਜਿਹਦੇ ਨਾਲ ਕਿ ਸੱਚ ਬਣ ਜਾਏ ਇਨਸਾਨ। ਉਹ ਬਾਣੀ ਸੁਣੋ ਜਿਹਦੇ ਨਾਲ ਜਿਤ ਸੁਣੀ ਮਨ ਤਨ ਹਰਿਆ ਹੋਆ। ਧਿਆਨ ਸਿਮਰਨ ਵਾਲੀ ਬਾਣੀ ਸੁਣੋ, ਧਿਆਨ ਸਿਮਰਨ ਦੀ ਬਾਣੀ ਸੁਣੋ, ਜਿਹਦੇ ਨਾਲ ਮਨ ਔਰ ਤਨ ਦੋਨੋਂ ਹਰੇ ਭਰੇ ਹੋ ਜਾਣ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਰਸਨਾ ਜਿਹੜੀ ਅੰਮ੍ਰਿਤ ਰਸ ਦੇ ਵਿੱਚ ਜਿਹੜੀ ਹੈ ਪੂਰੀ ਤਰ੍ਹਾਂ ਸਰਸਾਰ ਹੋ ਜਾਏ। ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ। ਸੱਚ ਜਿਹੜਾ ਹੈਗਾ ਅਲਖ ਹੈਗਾ, ਲਖਿਆ ਨਹੀਂ ਜਾਂਦਾ। ਚੋਜ ਵਿਡਾਣੀ ਹੈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਇਹ ਸੱਚ ਜਿਹੜਾ ਹੈਗਾ ਇਹ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਇਹ ਦੱਸਿਆ ਨਹੀਂ ਜਾ ਸਕਦਾ।
ਤਾਂ ਕਿ ਗਤ ਕਹੀ ਨਾ ਜਾਏ। ਕਹਿ ਕੇ ਨਹੀਂ ਦੱਸਿਆ ਜਾ ਸਕਦਾ, ਇਹ ਪ੍ਰੈਕਟੀਕਲ ਕਰ ਸਕਦੇ ਆ ਇਹਦਾ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੇ ਸੁਣਨੇ ਨੂੰ ਪਠਾਏ। ਕਹਿੰਦੇ ਅੰਮ੍ਰਿਤ ਨਾਮ ਸੁਣੋ ਔਰ ਪਵਿੱਤਰ ਹੋ ਜਾਓ। ਇਹਦਾ ਆਖਰੀ ਜਿਹੜਾ ਹੈਗਾ ਆਏਗਾ ਆਪਾਂ ਨੂੰ, ਜਿਹੜਾ ਹੈਗਾ ਉਹਦੇ ਵਿੱਚ ਆਊਗਾ ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਹੋ ਆਨੰਦ। ਹੁਣ ਆਖਰੀ 37 ਤੇ ਆ ਗਏ ਆਪਾਂ। ਕਹਿੰਦੇ ਉਸ ਨੂੰ ਸੁਣ, ਵੱਡੇ ਭਾਗਾਂ ਵਾਲਿਆ, ਤੇਰੇ ਸਾਰੇ ਮਨੋਰਥ ਪੂਰੇ ਹੋ ਜਾਣਗੇ, ਪਵਿੱਤਰ ਹੋ ਜਾਏਗਾ। ਇਸ ਵਾਸਤੇ ਤੈਨੂੰ ਜਿਹੜਾ ਹੈਗਾ ਸੰਸਾਰ ਦੇ ਵਿੱਚ ਭੇਜਿਆ ਹੈ। ਇਹ ਸਾਰੇ ਜਿਹੜੇ ਤੈਨੂੰ ਗਿਆਨ ਇੰਦਰੀਆਂ ਕਰਮ ਇੰਦਰੀਆਂ ਦਿੱਤੀਆਂ ਹੈ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੇ ਨੂੰ ਪਠਾਏ। ਹਾਂਜੀ ਵੀਰ ਹਾਂਜੀ ਨਿੱਜ ਸਭ ਉੱਪਰਲੀ ਤੁਕ ਬੋਲ ਦੋ। ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ। ਇਹ ਦੇਖ ਲਓ ਉਹ ਗੱਲ ਆ ਗਈ ਨਾ। ਇਹ ਤੁਕ ਦੀ ਵਿਆਖਿਆ ਕਰੋ ਇੱਕ ਥੋੜਾ ਜਿਹਾ। ਕਹਿੰਦੇ ਭਾਈ ਗੁਰੂ ਨੂੰ ਮਿਲ ਕੇ ਗਿਆਨ ਨੂੰ ਕਮਾ ਕੇ ਜਿਹੜਾ ਹੈਗਾ ਧਿਆਨ ਸਿਮਰਨ ਕਰਕੇ ਜਦ ਤੇਰੇ ਅੰਦਰ ਉਹ ਅਵਸਥਾ ਆ ਗਈ, ਤੈਨੂੰ ਹਰ ਪਾਸੇ ਜਿਹੜਾ ਹੈਗਾ ਉਸ ਮਾਲਕ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆ ਰਿਹਾ, ਦੂਆ ਤੀਆ, ਇਹ ਡੁਐਲਿਟੀ ਤੇਰੀ ਖਤਮ ਹੋ ਗਈ, ਤੇ ਫਿਰ ਜਿਹੜੀ ਹੈਗੀ ਉਹ ਦਿਵ ਦ੍ਰਿਸ਼ਟੀ ਮਿਲ ਜਾਏਗੀ ਭਾਈ। ਉਹ ਸੰਜੇ ਵਾਲੀ ਦਿਵ ਦ੍ਰਿਸ਼ਟੀ ਲੱਭ ਜਾਏਗੀ ਫਿਰ ਤੈਨੂੰ। ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ। ਹਾਂ ਠੀਕ ਹੈ ਨਿੱਜਰ ਸਾਹਿਬ। ਇਹ ਨਿੱਜਰ ਸਾਹਿਬ ਉਹੀ ਗੱਲ ਕਰ ਰਹੇ ਨੇ ਕਿ ਇਹ ਜਿਹੜੇ ਨੇਤਰ ਆ ਇਹਨਾਂ ਨੇਤਰਾਂ ਦਾ ਵਿਸ਼ਾ ਨਹੀਂ ਹੋ। ਕਿਉਂਕਿ ਸਧਾਰਨ ਨੇਤਰ ਹੈ ਨਾ, ਜੜ ਦੇ ਬਾਰੇ ਗਿਆਨ ਕਰਾ ਸਕਦੇ ਹਨ, ਸੂਖਮ ਦੇ ਬਾਰੇ ਕਿੱਥੋਂ ਗਿਆਨ ਕਰਾਉਣਗੇ। ਹੁਣ ਕੰਨਾਂ ਦਾ ਵਿਸ਼ਾ ਹੈ ਸੁਣਨਾ, ਨੱਕ ਦਾ ਵਿਸ਼ਾ ਹੈ ਸੂੰਘਣਾ, ਜ਼ੁਬਾਨ ਦਾ ਵਿਸ਼ਾ ਹੈ ਸਵਾਦ ਚਖਣਾ, ਚਮੜੀ ਦਾ ਵਿਸ਼ਾ ਹੈ ਸਪਰਸ਼ ਕਰਨਾ। ਸੋ ਇਹ ਜਿਹੜੇ ਵਿਸ਼ੇ ਹੈਗੇ ਨੇ ਸਾਹਿਬ, ਅੱਖਾਂ ਦਾ ਵਿਸ਼ਾ ਆਪਣਾ ਹੈ। ਸੋ ਇਹ ਜਿਹੜੀਆਂ ਇੰਦਰੀਆਂ ਨੇ ਸਾਹਿਬ, ਇਹ ਤੇ ਜੜ ਦੇ ਬਾਰੇ ਗਿਆਨ ਕਰਾਉਂਦੀਆਂ ਨਾ। ਤੇ ਜੇ ਇਹਨਾਂ ਇੰਦਰੀਆਂ ਨਾਲ ਤੁਸੀਂ ਵੇਖਣ ਜਾਓਗੇ, ਹੁਣ ਬਾਣੀ ਤੇ ਕਹਿੰਦੀ ਹੈ ਸਾਰਾ ਬ੍ਰਹਮ ਹੀ ਆ, ਪਰ ਏਦਾਂ ਮੰਨਣ ਦੇ ਨਾਲ ਬ੍ਰਹਮ ਥੋੜੀ ਤੁਹਾਨੂੰ ਮਿਲ ਜਾਣਾ। ਬਿਲਕੁਲ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਗੁਰੂ ਜੀ ਨੇ ਤਾਂਹੀਓ ਬੋਲਦਾ, ਪਹਿਲੀ ਗੱਲ ਤਾਂ ਉਹਨਾਂ ਨੇ ਕਹਿਤਾ ਕਿ ਸਾਰਾ ਬ੍ਰਹਮ ਆ, ਪਰ ਇਹਦਾ ਮਤਲਬ ਨਹੀਂ ਹੈ ਕਿ ਬ੍ਰਹਮ ਸਮਝ ਲਵਾਂਗੇ ਤੇ ਬ੍ਰਹਮ ਦੀ ਪ੍ਰਾਪਤੀ ਹੋ ਜਾਣੀ ਹੈ। ਉਹ ਤੇ ਇੱਕ ਅਲੱਗ ਚੀਜ਼ ਹੈ। ਉਹ ਕਹਿੰਦੇ ਦਿਵ ਦ੍ਰਿਸ਼ਟੀ ਚਾਹੀਦੀ ਹੈ ਤੇਰੇ ਕੋਲ। ਬਿਲਕੁਲ ਦਿਵ ਦ੍ਰਿਸ਼ਟੀ ਦਾ ਮਤਲਬ ਤੈਨੂੰ ਚੇਤਨਾ 'ਚ ਜਾਣਾ ਪਊਗਾ। ਇਹ ਜਿਹੜਾ ਭਰਮ ਆ, ਜਿਹੜਾ ਬਾਹਰੀ ਦਿਖਾਵਾ ਵਾ, ਜਿਹੜਾ ਪ੍ਰਪੰਚ ਆ, ਮਾਇਆ, ਇਹ ਪੰਜਾਂ ਤੱਤਾਂ ਤੋਂ ਅੱਗੇ ਜਾਣਾ ਪਊਗਾ। ਤੈਨੂੰ ਅਕਾਲ ਦੇ ਵਿੱਚ ਜਾਣਾ ਪਊਗਾ, ਜਿੱਥੇ ਲਿਖਿਆ ਅਕਾਲ ਮੂਰਤ। ਤੈਨੂੰ ਅਕਾਲ ਮੂਰਤ ਵਿੱਚ ਜਾਣਾ ਪਊਗਾ। ਅਕਾਲ ਦਾ ਮਤਲਬ ਜਦੋਂ ਤੁਹਾਡੀ ਸੁਰਤੀ ਆਤਮ ਤੱਤ ਸਥਿਰ ਹੋ ਜਾਂਦੀ ਹੈ, ਬਿਲਕੁਲ ਆਪਣੇ ਆਪ ਦੀ ਇਕਾਗਰਤਾ, ਉਸ ਅਵਸਥਾ ਦੇ ਵਿੱਚ ਤੁਸੀਂ ਬ੍ਰਹਮ ਨੂੰ ਜਾਣਦੇ ਜੋ। ਔਰ ਜਦੋਂ ਤੁਸੀਂ ਉਹ ਚੇਤਨਾ ਦੇ ਵਿੱਚ ਵੇਖੋ, ਆਮ ਬਹੁਤ ਗ੍ਰੰਥਾਂ ਦੇ ਚੇਤਨਾ ਤੱਕ ਗੱਲ ਕੀਤੀ ਆ, ਪਰ ਜਿਹੜਾ ਮੇਰਾ ਆਪਣਾ ਨਿੱਜੀ ਅਨੁਭਵ ਆ, ਪ੍ਰਮਾਤਮਾ ਚੇਤਨਾ ਵੀ ਨਹੀਂ ਹੈਗਾ। ਕਿਉਂਕਿ ਚੇਤਨਾ ਨੂੰ ਕੰਟਰੋਲ ਕਰਨ ਵਾਲੀ ਸ਼ਕਤੀ ਹੈ। ਇਹ ਜਿਹੜੀਆਂ ਧਰਤੀਆਂ ਚਾਹੇ ਜੜ ਨੇ, ਚਾਹੇ ਸੂਰਜ ਵੀ ਜੜ ਆ, ਕੋਈ ਨਿੱਜ ਸਭ ਸ਼ਕਤੀ ਚੇਤਨਾ ਇਹਨਾਂ ਨੂੰ ਕੰਟਰੋਲ ਕਰਦੀ ਹੈ। ਇਹਦਾ ਮਤਲਬ ਕਿ ਚੇਤਨ ਪ੍ਰਮਾਤਮਾ ਖੁਦ ਨਹੀਂ ਕੰਟਰੋਲ ਕਰ ਰਿਹਾ, ਉਹਨੇ ਕਿਸੇ ਸ਼ਕਤੀ ਨੂੰ ਲਾਇਆ ਵਾ, ਵਾਚ ਕਰ ਰਹੀ ਹੈ ਨਿੱਜ ਸਾਹਿਬ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਚੇਤਨਾ ਖੁਦ ਥੋੜੀ ਕੰਟਰੋਲਰ ਹੈਗਾ ਉਹ ਤਾਂ ਫਿਰ ਉਹ ਵੀ ਤੇ ਵੱਜਿਆ ਹੋਇਆ। ਫਿਰ ਉਹ ਨਿਰਗੁਣ ਕਿੱਥੋਂ ਹੋਇਆ? ਇਸੇ ਪਾਸੇ ਆ ਗਿਆ, ਗ੍ਰਹਿਣ ਕਰ ਲਿਆ ਨਾ, ਇਸੇ ਕੰਮ 'ਚ ਲੱਗ ਗਿਆ ਫਿਰ ਉਹ। ਹਾਂ, ਉਹ ਤਾਂ ਫਿਰ ਖੁਦ ਕਰ ਰਿਹਾ। ਪਰਮਾਤਮਾ ਦੇ ਕਿਤੇ ਸਮਾਧੀ ਲੀਨ ਹੈ। ਉਹ ਮਤਲਬ ਕਿ ਚੇਤਨਾ ਨਹੀਂ ਹੈਗਾ। ਗ੍ਰੰਥਾਂ ਸਾਰਿਆਂ 'ਚ ਵੇਖੋ, ਜਿੰਨੇ ਮਰਜ਼ੀ ਤੁਸੀਂ ਥੋੜੀ ਜਿਹੀ ਤੁਹਾਡੀ ਅਵਸਥਾ ਬਣ ਕੇ 2-2.5 ਸਾਲ ਬਾਅਦ ਤੁਸੀਂ ਗ੍ਰੰਥ ਆਪ ਹੀ ਪੜ੍ਹਨੇ ਆ, ਤੁਹਾਨੂੰ ਪੜ੍ਹਨੇ ਪੈਣੇ। ਉਹ ਕਿ ਤਸਦੀਕ ਕਰਨਾ ਪੈਣਾ ਗ੍ਰੰਥਾਂ 'ਚ। ਹੋਰ ਵੀ ਤੁਸੀਂ ਵੇਖਣਾ, ਇੱਧਰ ਉੱਧਰ ਹੱਥ ਪੱਲਾ ਮਾਰਨਾ। ਪਰਮਾਤਮਾ ਚੇਤਨ ਨਹੀਂ ਆ, ਪਰ ਕਿਆ ਪਰਮਾਤਮਾ ਚੇਤਨ ਹੈ? ਚੇਤਨ ਸਾਡੇ ਨਾਲ ਆ। ਚੇਤਨ ਉਦੋਂ ਹੀ ਪ੍ਰਗਟ ਹੁੰਦਾ ਹੈ ਜਦੋਂ ਜੜ ਦੇ ਅੰਦਰ ਸਾਰੀਆਂ ਸਥਿਤੀਆਂ ਬਣ ਜਾਂਦੀਆਂ। ਜਦੋਂ ਜੀਵ ਪੈਦਾ ਹੁੰਦਾ ਹੈ ਤਾਂ ਹੀ ਚੇਤਨਾ ਪ੍ਰਗਟ ਹੁੰਦੀ ਹੈ। ਚੇਤਨਾ ਜੜ ਨੂੰ ਚਲਾਉਣ ਵਾਲਾ ਇੱਕ ਬਿਜਲੀ ਹੈ, ਪ੍ਰਾਣ ਕਹਿ ਲਓ, ਪ੍ਰਾਣ ਸ਼ਕਤੀ ਹੈਗੀ ਹੈ ਜਿਹੜੀ ਚਲਾਉਂਦੀ ਹੈ। ਪਰ ਚੇਤਨਾ ਦੀ ਲਿਮਟ ਹੈਗੀ ਹੈ। ਚੇਤਨਾ ਜੜ ਨੂੰ ਜਾਣ ਸਕਦੀ ਹੈ, ਪਰ ਉਹ ਬ੍ਰਹਮ ਨੂੰ ਨਹੀਂ ਜਾਣ ਸਕਦੀ ਨੇ। ਜੈਸਾ ਜਿੱਦਾਂ ਮਨ ਦੀ ਜਾਣਕਾਰੀ ਕੇਵਲ ਉੱਥੇ ਤੱਕ ਨਿਰਭਰ ਆ। ਉਹ ਸਬਜ਼ੀ ਬਣਾ ਸਕਦਾ ਹੈ, ਅੱਖਾਂ ਦੇ ਨਾਲ ਵੇਖੂਗਾ, ਕੰਨਾਂ ਦੇ ਨਾਲ ਸੁਣੂਗਾ, ਹੱਥਾਂ ਦੇ ਨਾਲ ਕਰੂਗਾ, ਮੂੰਹ ਦੇ ਨਾਲ ਬੋਲੂਗਾ ਜਾਂ ਨਾਸਾਂ ਦੇ ਰਾਹੀਂ ਸੁੰਘੂਗਾ। ਇਹਦੇ ਨਾਲ ਹੀ ਆਪਾਂ ਕੰਮ ਕਰਦੇ ਹਾਂ, ਇਹਦੇ ਨਾਲ ਹੀ ਤਾਂ ਸਾਰਾ ਵਿਸਤਾਰ ਹੀ ਆਪਣਾ। ਬਿਲਕੁਲ
ਆਪਾਂ ਵੇਖਦੇ ਆ ਹੁਣ ਕੋਈ ਵੀ ਚੀਜ਼ ਹੈ, ਆਪ ਸੰਗਤ ਜੀ ਥੋੜਾ ਜਿਹਾ ਧਿਆਨ ਦਿਓ, ਆਹ ਚੀਜ਼ ਨੋਟਿਸ ਕਰਨਾ। ਬੰਦਾ ਦੋ ਤਰੀਕੇ ਨਾਲ ਕੰਮ ਕਰਦਾ। ਇੱਕ ਹੁੰਦੀ ਹੈ ਸਾਡੀ ਜ਼ਰੂਰਤ ਤੇ ਇੱਕ ਹੁੰਦੀ ਇੱਛਾ। ਹੁਣ ਸਵੇਰੇ ਆਪਾਂ ਉੱਠੇ ਆ, ਆਪਣੀ ਜ਼ਰੂਰਤ ਆ ਮੂੰਹ ਧੋਣਾ, ਬਰਸ਼ ਕਰਨਾ, ਕੱਪੜੇ ਪਾਉਣੇ, ਘਰ ਹੈਗਾ ਆਪਾਂ ਉੱਥੇ ਰਹਿਣ ਨੇ, ਆਪਣੀ ਜ਼ਰੂਰਤ ਆ, ਆਪਣੇ ਸਿਰ ਤੇ ਛੱਤ ਆ। ਇੱਛਾ ਤੇ ਕਹਿੰਦੀ ਹੈ ਘਰ ਛੋਟਾ ਵੱਡਾ ਲਿਆ। ਇੱਥੇ ਪੰਗਾ ਪੈ ਗਿਆ। ਜ਼ਰੂਰਤ ਕਹਿੰਦੀ ਆ ਰੋਟੀ ਖਾ, ਬੜੀ ਵਧੀਆ ਰੋਟੀ, ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ, ਗੱਲ ਖਤਮ। ਪਰ ਇੱਛਾ ਕਹਿੰਦੀ ਨਹੀਂ, ਉੱਥੇ ਪੀਜ਼ਾ ਖਾਣਾ, ਰੋਟੀ ਨਹੀਂ ਖਾਣੀ, ਮੈਂ 5 ਸਟਾਰ ਹੋਟਲ 'ਚ ਜਾ ਕੇ ਰੋਟੀ ਖਾਣੀ। ਰੋਟੀ ਤੇ ਉਹੀ ਆ, ਸਗੋਂ ਘਰ ਦੀ ਰੋਟੀ ਉਸ ਤੋਂ ਜ਼ਿਆਦਾ ਵਧੀਆ। ਉਹ ਕਿਤੇ ਪੁਰਾਣਾ ਖਾਣਾ ਪੈਣੀ ਕਦੋਂ ਦਾ ਕੱਢ ਕੇ ਤੁਹਾਡੇ ਥਾਲੀ 'ਚ ਪਾ ਕੇ ਰੱਖ ਦੇਣਾ ਉਹਨੇ। ਪਰ ਇੱਛਾ ਸ਼ਕਤੀ ਕੀ ਕਹਿੰਦੀ, ਉਹਦੇ ਨਾਲ ਹੰਕਾਰ ਜੁੜ ਜਾਂਦਾ ਕਿ ਮੈਂ ਕੁਛ ਵੱਖਰਾ ਕਰਾਂ। ਔਰ ਜਿੱਥੇ ਵੀ ਦੋ ਹੀ ਦੇ ਚੀਜ਼ਾਂ ਨੇ, ਇੱਕ ਜ਼ਰੂਰਤ ਹੈ, ਜਦੋਂ ਤੱਕ ਆਪਾਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਨਾ ਤੇ ਕੋਈ ਪ੍ਰੋਬਲਮ ਨਹੀਂ ਹੈ ਸੰਸਾਰ ਨੇ, ਜਿਹੜਾ ਸਾਨੂੰ ਕੁਛ ਵੀ ਨਹੀਂ ਕਹਿੰਦਾ। ਪਰ ਜਦੋਂ ਅਸੀਂ ਆਪਣੀ ਜ਼ਰੂਰਤ ਦਾ ਤਿਆਗ ਕਰਕੇ ਇੱਛਾ ਦੇ ਪਿੱਛੇ ਭਰਮ 'ਚ ਆ ਜਾਂਦੇ ਆ, ਮਾਇਆ ਪ੍ਰਪੰਚ ਦੇ ਰਾਹੀਂ ਖਿੱਚਦੀ ਨਾ ਸਾਨੂੰ। ਵੈਸੇ ਤੇ ਕੋਈ ਨਹੀਂ, ਸੁੱਖ ਤੇ ਲੈ ਸਕਦੇ ਜੋ, ਗੱਡੀਆਂ ਮਕਾਨ ਜਿਹੜੇ ਮਰਜ਼ੀ ਬਣਾ ਲਓ, ਮਿਹਨਤ ਕਰਕੇ ਤੁਸੀਂ ਕੁਝ ਵੀ ਬਣਾ ਸਕਦੇ ਹੋ। ਪਰ ਇਹ ਨਾ ਹੋਵੇ ਕਿ ਸਾਡੇ ਜੀਵਨ ਦਾ ਉਹ ਜਨੂਨ ਬਣ ਜਾਏ। ਸਾਡੇ ਜੀਵਨ ਦੇ ਵਿੱਚ ਉਹਦੀ ਇੱਕ ਬੈਲੈਂਸਿੰਗ ਕਰਨੀ ਜ਼ਰੂਰੀ ਹੈ। ਨਿਜਰ ਸਾਹਿਬ, ਜਿਹੜਾ ਬੰਦਾ ਬੈਲੈਂਸ ਨਹੀਂ ਕਰ ਪੈਂਦਾ ਨਾ ਨਿਜਰ ਸਾਹਿਬ, ਉਹਦੀ ਹੀ ਕਿਸ਼ਤੀ ਸੰਸਾਰ 'ਚ ਡੁੱਬਦੀ ਜੇ। ਬਿਲਕੁਲ। ਜਿਹੜਾ ਰੱਸੀ ਤੇ ਤੁਰਿਆ ਜਾਂਦਾ, ਭਾਵੇਂ ਜਿੰਨਾ ਮਰਜ਼ੀ ਤੁਰਿਆ ਜਾਵੇ, ਉਹਨੂੰ ਤਾਂ ਪ੍ਰੋਬਲਮ ਹੈਗੀ ਹੈ। ਹੁਣ ਕੰਬਲ ਥੋੜੀ ਕਹਿੰਦਾ ਕਿ ਮੈਂ ਚਿੱਕੜ ਤੋਂ ਦੂਰ ਹੋਣਾ, ਉਹ ਤਾਂ ਕਹਿੰਦਾ ਰਹੂੰਗਾ ਤੇਰੇ ਨਾਲ ਹੀ। ਬਿਲਕੁਲ। ਜੇ ਚਿੱਕੜ ਨੂੰ ਛੱਡਦਾ ਤੇ ਕੰਬਲ ਵੀ ਨਹੀਂ ਰਹਿ ਸਕਦਾ। ਹੁਣ ਅੱਜ ਇੱਕ ਬਾਬੇ ਦੀ ਵੀਡੀਓ ਪਾਈ ਉਹਨਾਂ ਨੇ, ਪ੍ਰਾਣ ਦੇ ਦਿੱਤੇ। ਮੈਂ ਤਾਂ ਕਹਿੰਦਾ ਕੀ ਲੋੜ ਪਈ ਉਹਨੂੰ ਪ੍ਰਾਣ ਤਿਆਗਣ ਦੀ। ਜੀਵਨ ਜਦ ਤੱਕ ਫਲ ਆਪਣੇ ਆਪ ਪੱਕ ਕੇ ਲੱਗ ਹੁੰਦਾ, ਜਦੋਂ ਟਾਈਮ ਆ ਗਿਆ ਉਹਨੂੰ ਜਾਣ ਦਿਓ। ਪਰ ਉਹਨੇ ਪਤਾ ਨਹੀਂ ਕੀਤਾ, ਉਹ ਕੋਈ ਵਿਧੀ ਉਹ ਹੋਣੀ ਹੈ ਮੇਰੇ ਨਾਲ, ਜਿਹਦੇ ਨਾਲ ਨਿਜਰ ਸਾਹਿਬ ਆਪਾਂ ਆਪਣੇ ਪ੍ਰਾਣਾਂ ਨੂੰ ਬੰਦ ਕਰ ਸਕਦੇ ਹਾਂ। ਲਿਮਟਿਡ ਲੋਕਾਂ ਨੂੰ ਪਤਾ ਹੋਊਗਾ। ਸੋ ਉਹਨੇ ਇਸ ਤਰੀਕੇ ਨਾਲ ਕੀਤਾ, ਆਪਣੇ ਸਰੀਰ ਦਾ ਤਿਆਗ ਕਰਤਾ। ਚਲੋ ਉਹ ਵੀ ਇੱਕ ਅਲੱਗ ਚੀਜ਼ ਹੈ। ਪਰ ਇੱਥੇ ਜਿਹੜਾ ਯਥਾਰਥ ਸੱਚ ਕੀ ਹੈ, ਜਦੋਂ ਸਾਨੂੰ ਰੱਬ ਨੇ ਧਰਤੀ ਤੇ ਭੇਜਿਆ ਤੇ ਸਾਨੂੰ ਕਿਸੇ ਮਕਸਦ ਲਈ ਭੇਜਿਆ ਨਾ, ਔਰ ਉਹਦਾ ਮਕਸਦ ਇਹ ਆ ਕਿ ਜਿੰਨੇ ਤੇਰੇ ਸਵਾਸ ਆ ਤੂੰ ਉਹਨਾਂ ਨੂੰ ਭੋਗਣਾ ਵਾ। ਇਹ ਨਾ ਹੋਵੇ ਕਿ ਤੂੰ ਅਧੂਰੀ ਫਿਲਮ ਛੱਡ ਕੇ ਭੱਜ ਜਾਵੇਂ, ਕਿਉਂਕਿ ਇਹ ਤਾਂ ਨਹੀਂ ਹੋ ਸਕਦਾ। ਤੁਸੀਂ ਭੱਜ ਨਹੀਂ ਸਕਦੇ ਜੀ, ਕਿੱਥੋਂ ਭੱਜ ਜਾਗੇ? ਕਿਉਂਕਿ ਉਹਦੀ ਚੀਜ਼ ਹੈਗੀ ਆ ਜਿਹੜੀ ਭੋਗਣੀ ਹੀ ਪੈਣੀ ਆ। ਹਾਂ, ਉਹਦਾ ਅਸਰ ਘਟ ਸਕਦਾ। ਉਹ ਚੀਜ਼ਾਂ ਜਿਹੜੀਆਂ ਯਥਾਰਥ ਸੱਚ ਨੇ ਨਿਜਰ ਸਾਹਿਬ, ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਨਾ, ਕਿੰਨੇ ਮਰਜ਼ੀ ਵਧੀਆ ਡਰਾਈਵਰ ਹੋਵੇ, ਫਿਰ ਵੀ ਜੇ ਐਕਸੀਡੈਂਟ ਹੋਣਾ ਤੇ ਹੋਣਾ ਹੀ ਹੋਣਾ ਨਿਜਰ ਸਾਹਿਬ ਉਹਦਾ। ਬਿਲਕੁਲ ਸਹੀ ਹੈ। ਇੱਥੋਂ ਤੱਕ ਪਾਇਲਟ ਜਹਾਜ਼ ਤੇ ਬੈਠਾ ਹੁੰਦਾ ਵਾ, ਉਹਦਾ ਦਿਲ ਥੋੜੀ ਕਰੂਗਾ ਮੈਂ ਜਹਾਜ਼ ਨੂੰ ਕ੍ਰੈਸ਼ ਕਰਦਾ। ਫਿਰ ਵੀ ਕ੍ਰੈਸ਼ ਹੋ ਜਾਂਦਾ, ਕੀ ਕਰ ਲੂਗਾ ਵਿਚਾਰਾ। ਸੋ ਕਈ ਵਾਰੀ ਜ਼ਿੰਦਗੀ 'ਚ ਏਦਾਂ ਦੇ ਹਾਲਾਤ ਹੁੰਦੇ ਨੇ, ਉਹਨਾਂ ਨੂੰ ਵੇਖਣਾ ਹੀ ਪੈਂਦਾ। ਔਰ ਬੰਦਾ ਪਤਾ ਕਿਹੜਾ ਫੇਲ ਹੁੰਦਾ ਹੈ, ਜਿਹੜਾ ਬੰਦਾ ਤਿਆਰ ਨਹੀਂ ਹੁੰਦਾ। ਜਿਹੜਾ ਬੰਦਾ ਤਿਆਰ ਹੈ ਨਾ, ਉਹਨੂੰ ਕੋਈ ਪ੍ਰੋਬਲਮ ਨਹੀਂ ਹੈ। ਤੁਹਾਡਾ ਜਦੋਂ ਸੁਰਤੀ ਆਤਮਾ ਤੱਤ 'ਚ ਸਥਿਰ ਹੋ ਗਈ, ਫਿਰ ਸੰਸਾਰ ਤੁਹਾਡੇ ਅੰਦਰ ਹਲਚਲ ਪੈਦਾ ਨਹੀਂ ਕਰੂਗਾ। ਬੇਸ਼ੱਕ ਦੁੱਖ ਆ ਗਿਆ, ਪਰ ਤੁਹਾਡੇ ਤੋਂ ਨਾ ਅਸਰ ਨਹੀਂ ਨਾ ਦੁੱਖ ਦਾ। ਬੜੀ ਸਫਾਈ ਦੇ ਨਾਲ ਤੁਸੀਂ ਕੰਮ ਕਰੋਗੇ, ਔਰ ਉਸ ਦੁੱਖ ਦੇ ਵਿੱਚ ਜੋ ਪਹਿਲੂ ਹੈਗੇ ਨੇ ਤੁਸੀਂ ਉਹਨੂੰ ਦੇਖੋਗੇ। ਹਾਂਜੀ ਨਿਜਰ ਸਾਹਿਬ, ਅੱਗੇ ਚੱਲੀਏ। ਇਹ ਸਰਵਣੋ ਮੇਰੇ ਹੋ ਸੱਚ ਹੈ, ਸੁਣਨੇ ਨੂੰ ਪਠਾਏ। ਹੁਣ ਕੰਨਾਂ ਦੀ ਗੱਲ ਕਰ ਰਹੇ, ਕਹਿੰਦੇ ਭਾਈ ਕੰਨ ਕਾਹਦੇ ਵਾਸਤੇ ਦਿੱਤੇ ਆ ਤੈਨੂੰ? ਇਹ ਸਰਵਣੋ ਮੇਰੇ ਹੋ, ਇਹ ਜਿਹੜੀਆਂ ਇੰਦਰੀਆਂ ਤੈਨੂੰ ਕਾਹਦੇ ਵਾਸਤੇ ਦਿੱਤੀਆਂ ਹੈ? ਸੱਚ ਨੂੰ ਸੁਣਨ ਦੇ ਵਾਸਤੇ ਦਿੱਤੀਆਂ ਹੈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਸੱਚ ਹੈਗਾ, ਉਹਨੂੰ ਸੁਣਨ ਦੇ ਵਾਸਤੇ ਦਿੱਤੀਆਂ ਹੈ। ਉਹਦੇ ਵੱਲ ਨੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਆਪਣੀ ਆਤਮਾ ਵੱਲ ਨੂੰ ਗਤੀ ਕਰਨ ਦੇ ਵਾਸਤੇ ਇਹ ਸਰੀਰ ਵੀ ਦਿੱਤਾ ਹੈ। ਇਹ ਸਾਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਇਸ ਦੇ ਵਾਸਤੇ ਦਿੱਤੀਆਂ ਹੈ। ਇਹ ਸਰਣੋ ਮੇਰੇ ਸੱਚ ਸੁਣਨੇ ਨੂੰ ਪਠਾਏ। ਤਾਂ ਜਿਹੜਾ ਹੈਗਾ ਤੈਨੂੰ ਦੁਨੀਆ ਦੇ ਵਿੱਚ ਧਰਤੀ ਦੇ ਉੱਤੇ ਤੈਨੂੰ ਭੇਜਿਆ ਆ। ਸੱਚ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਸਰੀਰ ਦੇ ਨਾਲ ਜਿਹੜਾ ਹੈਗਾ ਇਹ ਇੰਦਰੀਆਂ ਦਿੱਤੀਆਂ ਹੈ ਤੈਨੂੰ, ਇਹ ਕੰਨ ਦਿੱਤੇ ਆ, ਸੱਚ ਸੁਣਨ ਦੇ ਵਾਸਤੇ ਦਿੱਤੇ ਆ। ਉਹ ਸੱਚ ਬਾਣੀ ਨੂੰ ਸੁਣ। ਉਹ ਪਰਮਾਤਮਾ ਵੱਲ ਨੂੰ ਜਿਹੜਾ ਹੈਗਾ, ਮਾਲਕ ਪਰਮਾਤਮਾ ਵੱਲ ਨੂੰ ਕਿਵੇਂ ਜਾਣਾ ਹੈ? ਉਹ ਨਾਮ, ਪਰਮੇਸ਼ਰ ਦਾ ਨਾਮ, ਉਹ ਆਨੰਦ, ਉਹ ਅਨਹਦ ਧੁਨ, ਉਹਨੂੰ ਸੁਣ। ਸੱਚ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਜਿਸ ਸੁਣਨ ਦੇ ਨਾਲ ਮਨ ਔਰ ਤਨ ਹਰਾ ਭਰਾ ਹੋ ਜਾਏ, ਔਰ ਰਸਨਾ ਜਿਹੜੀ ਅੰਮ੍ਰਿਤ ਰਸ ਦੇ ਨਾਲ ਭਰ ਜਾਏ, ਉਸ ਨੂੰ ਸੁਣ। ਹਾਂਜੀ ਵੀਰ ਜੀ।
हाँ जी, पहली तो को बोलो निजे साहब। ਇਹ ਸਰੁਣ ਹੋ ਮੇਰੇ ਹੋ ਸਾਚੈ ਸੁਣਨੇ ਨੋ ਪਠਾਏ। हाँ जी, ठीक है जी। ਉਹ ਕਹਿੰਦੇ ਆ ਕਿ ਜਿਹੜੇ ਕੰਨ ਦਿੱਤੇ ਆ ਇਹ ਤੇ ਗਿਆਨ ਸੁਣਨ ਵਾਸਤੇ ਦਿੱਤੇ ਸੀ ਰੱਬ ਨੇ। ਗਿਆਨ ਵੀ ਸੁਣਨਾ ਸੀ, ਵੈਸੇ ਆਪਾਂ ਗੱਲਾਂ ਤੇ ਸੁਣਨੀਆਂ ਸੀ, ਪਰ ਇਹਦਾ ਮਤਲਬ ਇਹ ਸੀ ਕਿ ਨਿਜਰ ਸਾਹਿਬ ਜਿਹੜੇ ਕੰਨ ਆ ਨਾ ਆਪਾਂ ਨੂੰ ਦਿੱਤੇ, ਸੰਸਾਰ ਦੇ ਵਿੱਚ ਤੇ ਆਪਾਂ ਵਰਤੋਂ ਕਰਨੀ ਆਪਾਂ ਗੱਲਾਂ ਬਾਤਾਂ ਕਰਦੇ ਆ, ਪਰ ਕੰਨਾਂ ਦੀ ਅਸਲੀ ਵਰਤੋਂ ਤੇ ਇਹ ਹੈ ਕਿ ਆਪਾਂ ਐਸਾ ਗਿਆਨ ਪ੍ਰਾਪਤ ਕਰੀਏ ਜਿਹਦੇ ਕਰਕੇ ਸਾਡਾ ਅਧਿਆਤਮਿਕ ਸਫ਼ਰ ਜਿਹੜਾ ਸ਼ੁਰੂ ਹੋਵੇ। ਬਿਲਕੁਲ। ਜਦ ਤੱਕ ਆਪਾਂ ਸੁਣਾਂਗੇ ਨਹੀਂ ਨਿਜਰ ਸਾਹਿਬ ਕਿੱਥੋਂ ਪਤਾ ਲੱਗੂਗਾ? ਸਹੀ ਹੈ ਨਾ? ਬਿਲਕੁਲ। ਮਨ ਨੂੰ ਪ੍ਰੋਸੈਸ ਕਰਨ ਵਾਸਤੇ ਤੇ ਨਿਜਰ ਸਾਹਿਬ ਕੋਈ ਚਾਹੀਦਾ ਹੀ ਹੈ ਨਾ। ਜਦੋਂ ਮਨ ਕੋ ਕੋਈ ਚੀਜ਼ ਆਊਗੀ, ਇੰਦਰੀ ਕੋਈ ਦਊਗੀ, ਤੇ ਉਹ ਤਾਂ ਹੀ ਤੇ ਪ੍ਰੋਸੈਸ ਚ ਹੋਊਗੀ। ਇਹ ਗ੍ਰੰਥਾਂ ਦੇ ਵਿੱਚ ਤੇ ਉਹ ਡਾਟਾ ਹੈਗਾ ਜਿਹਨੂੰ ਪ੍ਰੋਸੈਸ ਕਰਨਾ। ਆਪ ਸਮਝਦੇ ਮੇਰੀ ਗੱਲ? ਬਿਲਕੁਲ ਬਿਲਕੁਲ। ਤੇ ਦੇਖੋ, ਸਭ ਤੋਂ ਪਹਿਲਾਂ ਤਾਂ ਆਪਾਂ ਸੁਣਾਂਗੇ, ਫੇਰ ਹੀ ਨਿਜਰ ਸਾਹਿਬ ਉਹਦੇ ਬਾਰੇ ਆਪਾਂ ਤਿਆਰੀ ਕਰਨੀ ਆ। ਤੇ ਉਹ ਕਹਿੰਦੇ ਕਿ ਸਹੀ ਤੇ ਤਰੀਕਾ ਇਹ ਆ ਕਿ ਤੈਨੂੰ ਜਿਹੜੀ ਬਾਣੀ ਕਹਿ ਰਹੀ ਆ, ਜੋ ਵੀ ਗ੍ਰੰਥ ਕਹਿ ਰਹੇ ਨੇ, ਉਹ ਸੁਣਨ ਵਾਸਤੇ ਤੇ ਕਹਿ ਰਹੇ ਨੇ। ਸੁਣੀਏ ਤਾਈਆਂ ਤੇ ਸੁਣੀਏ ਦੀ ਗੱਲ ਕਿੰਨੀ ਕਹੀ ਹੈ ਕਿ ਸੁਣੀਏ। ਜਿਹੜਾ ਸੁਣਿਆ ਵਾ, ਜਿਹੜਾ ਸੁਣਦਾ ਉਹ ਮੂਡ ਆ, ਉਹ ਚ ਚਤਰਤਾ ਆ ਜਾਂਦੀ ਆ। ਪਹਿਲਾਂ ਇਹ ਜਿਹੜਾ ਗਿਆਨ ਆ, ਹੁਣ ਏਦਾਂ ਆਪਾਂ ਕਥਾ ਦੇ ਵਿੱਚ ਸੁਣਦੇ ਆ ਜਾਂ ਆਪਾਂ ਵਿਚਾਰ ਕਰਦੇ ਆ ਬਾਣੀ ਨੂੰ, ਤੇ ਇਹ ਨਿਜਰ ਸਾਹਿਬ ਪਹਿਲਾਂ ਤੇ ਕੰਨਾਂ ਦੇ ਰਾਹੀਂ ਕਿੱਧਰ ਜਾਂਦੀ ਆ ਨਾ। ਬਿਲਕੁਲ ਬਿਲਕੁਲ। ਕੰਨਾਂ ਦੇ ਰਾਹੀਂ ਅੰਦਰ ਜਾਊਗੀ ਤੇ ਆਪਾਂ ਕਮਾਵਾਂਗੇ ਤੇ ਸੱਤ ਬਣ ਜਾਵਾਂਗੇ। ਆਪਾਂ ਆਪਣੇ ਜਿਹੜੇ ਹੈਗੇ ਸੱਤ ਦਾ ਸਰੂਪ ਹੋ ਜਾਵਾਂਗੇ। ਸੱਤ ਦਾ ਸਰੂਪ। ਹਾਂਜੀ ਹਾਂ ਨਿਜਰ ਸਾਹਿਬ ਦੇਖੋ, ਹੁਣ ਪਤਾ ਕੀ ਆ, ਹੁਣ ਸਾਧ ਸੰਗਤ ਜੀ ਆਪਣੇ ਚਿੱਤ ਚ ਇੱਛਾ ਕਿੱਥੋਂ ਪ੍ਰਗਟ ਹੁੰਦੀ ਹੈ? ਜਾਂ ਤੇ ਅੱਖਾਂ ਨਾਲ ਵੇਖਾਂਗੇ ਜਾਂ ਕੰਨਾਂ ਨਾਲ ਸੁਣਾਂਗੇ, ਇਹ ਹੀ ਪਤਾ ਲੱਗੂ ਨਾ। ਕਿ ਆਪਾਂ ਨੂੰ ਕਿਹਨੇ ਕਹਿਤਾ ਵੀ ਫਲਾਨੀ ਜਗ੍ਹਾ ਤੇ ਨਾ ਬੜਾ ਵਧੀਆ ਫਿਲਮ ਲੱਗੀ ਹੈ, ਤੇ ਇਹ ਆਪਾਂ ਕੰਨਾਂ ਨਾਲ ਸੁਣਿਆ, ਹੁਣ ਡਾਟਾ ਆਪਣੇ ਅੰਦਰ ਚੱਲ ਗਿਆ ਕਿ ਫਿਲਮ ਬੜੀ ਵਧੀਆ ਲੱਗੀ ਹੈ। ਹੁਣ ਜੇ ਮੰਨ ਲਓ ਫਿਲਮ ਦੇ ਆਪਾਂ ਸ਼ੌਕੀਨ ਹੈਗੇ ਤਾਂ ਆਪਾਂ ਜ਼ਰੂਰ ਵੇਖਣ ਜਾਵਾਂਗੇ, ਕਿਉਂਕਿ ਆਪਾਂ ਨੂੰ 2-4 ਸੱਜਣਾਂ ਨੇ ਕਹਿਤਾ ਵੀ ਉੱਥੇ ਜਾ ਕੇ ਤੇ ਫਿਲਮ ਲੱਗੀ। ਪਹਿਲਾਂ ਤਾਂ ਆਪਾਂ ਸੁਣਿਆ ਹੀ ਸੀ ਨਾ। ਬਿਲਕੁਲ। ਹੁਣ ਕਈ ਵਾਰੀ ਨਿਜਰ ਸਾਹਿਬ ਅੱਖੀਂ ਵੇਖ ਕੇ ਵੀ ਆਪਾਂ ਮਨ ਚ, ਮੰਨ ਲਓ ਕਿ ਕੋਈ ਚੀਜ਼ ਆਪਾਂ ਵੇਖਦੇ ਹਾਂ ਤਾਂ ਹੀ ਮਨ ਚ ਇੱਛਾ ਜਾਗਦੀ, ਉਹਨੂੰ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਜ਼ਰੂਰਤ ਮਹਿਸੂਸ ਹੁੰਦੀ ਹੈ। ਹੁਣ ਜਿਹੜਾ ਪਿੰਡ ਵਾਲਾ ਬੰਦਾ ਬੈਠਾ ਹੁੰਦਾ, ਉਹਨੂੰ ਤੇ ਵਿਚਾਰੇ ਨੂੰ ਪਤਾ ਹੀ ਨਹੀਂ ਹੁੰਦਾ ਸ਼ਹਿਰ ਚ ਕੀ ਹੈ। ਹੁਣ ਜਦੋਂ ਸ਼ਹਿਰ ਆਊਗਾ, ਨਵੀਆਂ ਚੀਜ਼ਾਂ ਵੇਖੂਗਾ, ਉਹਦੇ ਮਨ ਚ ਇੱਛਾ ਫੇਰ ਹੀ ਜਾਗਣੀ ਹੈ। ਬਿਲਕੁਲ। ਕਿ ਪਿੰਡ ਕਿ ਜਿਹੜਾ ਜਿਹਦਾ ਮਤਲਬ ਛੋਟਾ ਮਕਾਨ ਆ ਜਾਂ ਵੱਡੇ ਮਕਾਨ ਆ, ਕੀ ਫਰਕ ਆ, ਸ਼ਹਿਰ ਦੇ ਵਿੱਚ ਸਹੂਲਤਾਂ ਕੀ ਆ, ਸਭ ਤੋਂ ਪਹਿਲਾਂ ਤੇ ਨਿਜਰ ਸਾਹਿਬ ਵੇਖਣਾ ਹੀ ਪੈਣਾ ਨੂੰ। ਇਸੇ ਹੀ ਤਰ੍ਹਾਂ ਜਿਹੜਾ ਗਿਆਨ ਆ, ਸਭ ਤੋਂ ਪਹਿਲਾਂ ਨਿਜਰ ਸਾਹਿਬ ਸਾਨੂੰ ਕੰਨਾਂ ਦੇ ਨਾਲ ਹੀ ਸੁਣਨਾ ਪੈਣਾ ਹੈ ਗ੍ਰੰਥਾਂ ਦਾ। ਜੇ ਤੇ ਆਪ ਆਉਂਦਾ ਪੜ੍ਹ ਲਈਏ, ਪਰ ਜੇ ਨਹੀਂ ਪੜ੍ਹ ਸਕਦੇ ਤੇ ਫਿਰ ਕੰਨਾਂ ਦੇ ਰਾਹੀਂ ਜਿਹੜੇ ਗੁਰਮੁਖਾਂ ਦੀ ਸੰਗਤ ਕਰਾਂਗੇ ਤੇ ਉੱਥੇ ਸਾਨੂੰ ਪਤਾ ਲੱਗੂਗਾ ਕਿ ਗ੍ਰੰਥਾਂ ਦੇ ਵਿੱਚ ਕੀ ਲਿਖਿਆ, ਔਰ ਫਿਰ ਉਹ ਡਾਟਾ ਸਾਡੇ ਮਨ ਨੇ ਪ੍ਰੋਸੈਸ ਕਰਨਾ ਉਹਨੂੰ। ਜਿੱਦਾਂ ਨਿਜਰ ਸਾਹਿਬ ਔਗਣ ਦੀ ਗੱਲ ਸੁਣ ਕੇ ਆਪਾਂ ਔਗਣ ਨੂੰ ਭੋਗਣ ਦੀ ਕੋਸ਼ਿਸ਼ ਕਰਦੇ ਆ ਨਾ, ਪਹਿਲਾਂ ਸੁਣਦੇ ਹੀ ਆ ਔਗਣ ਦੇ ਬਾਰੇ ਪ੍ਰਚਾਰ। ਬਿਲਕੁਲ। ਜਿੱਦਾਂ ਮਸ਼ਹੂਰੀ ਕਰਦੇ ਆ ਟੀਵੀ ਤੇ, ਬਾਰ-ਬਾਰ ਉਹ ਇੱਕ ਚੀਜ਼ ਨੂੰ ਬਾਰ-ਬਾਰ ਮਸ਼ਹੂਰੀ ਦਿੰਦੇ ਆ, ਤਾਂ ਆਪਾਂ ਵੇਖਦੇ ਆ ਤੇ ਇੱਕ ਦਿਨ ਸਮਾਂ ਆਉਂਦਾ ਸਾਡਾ ਦਿਲ ਕਰਦਾ ਉਹ ਚੀਜ਼ ਅਸੀਂ ਵੀ ਲੈ ਕੇ ਆਈਏ। ਪਹਿਲਾਂ ਤੇ ਸੁਣਿਆ ਸੀ ਨਾ, ਪ੍ਰਚਾਰ ਹੋਇਆ। ਹੁਣ ਉਸੇ ਹੀ ਤਰ੍ਹਾਂ ਜਿਹੜਾ ਕੰਨਾਂ ਦੇ ਰਾਹੀਂ ਇਹ ਜਿਹੜਾ ਗਿਆਨ ਸਾਡੇ ਕੰਨਾਂ ਚ ਅੰਦਰ ਜਾਂਦਾ ਹੈ, ਔਰ ਅੰਦਰ ਜਦੋਂ ਮਨ ਚ ਜਾਂਦਾ ਤੇ ਮਨ ਉਹ ਚੀਜ਼ ਨੂੰ ਪ੍ਰੋਸੈਸ ਕਰਦਾ ਹੈ। ਮਨ ਜੜ ਹੈਗਾ, ਮਨ ਨੇ ਉਸ ਚੀਜ਼ ਨੂੰ ਪ੍ਰੋਸੈਸ ਕਰਨਾ ਹੀ ਕਰਨਾ। ਕੋਈ ਚੰਗੀ ਚੀਜ਼ ਅੰਦਰ ਭੇਜ ਦੋ ਜਾਂ ਬੁਰੀ ਚੀਜ਼ ਭੇਜ ਦੋ, ਨਿਜਰ ਸਾਹਿਬ, ਕਿਉਂਕਿ ਮਨ ਕੋ ਹੈਗੀ ਬੁੱਧੀ, ਮਨ ਵੇਂਦਾ ਫਾਇਦਾ। ਹੁਣ ਜਦੋਂ ਬਾਣੀ ਚ ਕਹਿੰਦੀ ਆ ਕਿ ਬਈ ਤੂੰ ਤੇਰਾ ਮਕਸਦ ਕੀ ਹੈ, ਤੇਰੇ ਜੀਵਨ ਦੀ ਪ੍ਰੋਗਰੈਸ ਕੀ, ਮਨ ਨੂੰ ਇਹ ਵੀ ਪਤਾ ਵਾ ਪ੍ਰੋਗਰੈਸ ਦਾ ਮਤਲਬ ਕੀ ਹੈ। ਡਿਸੀਜਨ ਮੰਨਦਾ ਵਾ, ਚਾਹੇ ਜਾੜਿਆ ਨਾ ਮਨ ਮਾਨਿਆ ਤੇ ਹਰ ਜਾਣਿਆ, ਕਿਉਂਕਿ ਪ੍ਰੋਸੈਸਿੰਗ ਜਿਹੜੀ ਨਿਜਰ ਸਾਹਿਬ ਇੰਦਰੀਆਂ ਦੁਆਰਾ ਜੋ ਵੀ ਡਾਟਾ ਸਾਡੇ ਅੰਦਰ ਜਾਣਾ, ਉਹਨੂੰ ਪ੍ਰੋਸੈਸ ਹੀ ਮਨ ਨਹੀਂ ਕਰਨਾ ਵਾ। ਬਿਲਕੁਲ। ਭਾਵੇਂ ਜਾੜਿਆ ਹੈ ਇਹਦਾ ਵਿਸ਼ਾ ਜਿਹੜਾ ਜਾੜਿਆ, ਪਰ ਗਿਆਨ ਵੀ ਅੰਦਰ ਚਲ ਗਿਆ ਨਾ ਨਿਜਰ ਸਾਹਿਬ, ਇਹਨੇ ਉਹਨੂੰ ਪ੍ਰੋਸੈਸ ਕਰਨ ਡਿਆ ਪੈਣਾ। ਇਹਨੇ ਕਰਨਾ ਦੂਜਿਆਂ ਨੂੰ ਰੀਸ ਕਰਨੀ ਆ, ਤੇ ਇਹ ਮਨ ਦੇ ਅੰਦਰ ਆ ਗਈ ਆ। ਠੀਕ ਹੈ ਨਿਜਰ ਸਾਹਿਬ, ਇਹ ਹਾਂ ਕਹਿੰਦੇ ਸੁਣੋ, ਅਗਲੀ ਤੋਂ ਬੋਲੋ। ਕਹਿੰਦੇ ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ। ਕਹਿੰਦੇ ਉਹ ਸੱਤ ਬਾਣੀ ਜਿਹੜੀ ਬ੍ਰਹਮ ਬਾਣੀ ਆ, ਉਹਨੂੰ ਸੁਣੋ। ਉਹਦੇ ਨਾਲ ਜਿਹੜਾ ਹੈਗਾ ਕੀ ਹੋਏਗਾ, ਕਿਉਂਕਿ ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਉਹਦੇ ਨਾਲ ਜਿਹੜਾ ਹੈਗਾ ਫਿਰ ਇਨਸਾਨ ਜਿਹੜਾ ਹੈਗਾ ਜਦ ਉਹਨੂੰ ਪ੍ਰੈਕਟੀਕਲ ਕਰਦਾ ਹੈ, ਧਿਆਨ ਸਿਮਰਨ ਕਰਦਾ ਹੈ, ਤੇ ਮਨ ਔਰ ਤਨ ਦੋਨੋਂ ਜਿਹੜੇ ਹਰੇ ਭਰੇ ਹੋ ਜਾਂਦੇ ਆ। ਇਹਦੇ ਅੰਦਰ ਚੇਂਜਸ ਆ ਜਾਂਦੇ ਆ, ਇਹਦੇ ਸੰਸਕਾਰ ਬਦਲ ਜਾਂਦੇ ਆ, ਔਗੁਣ ਛੱਡ ਦਿੰਦਾ ਹੈ।
ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ। ਕਹਿੰਦੇ ਹੁਣ ਸੁਣਿਆ ਪਤਾ ਲੱਗ ਗਿਆ, ਆਦਰ ਲਿਖਿਆ ਸਾਚੇ ਸੁਣੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਹੁਣ ਜਦੋਂ ਸੱਚੀ ਬਾਣੀ ਸੁਣੀ ਤੇ ਬਾਣੀ ਤੇ ਕਹਿੰਦੀ ਹੈ ਕਿ ਤੇਰੇ ਜੀਵਨ ਦਾ ਮਕਸਦ ਇੱਥੇ ਕੁਝ ਹੋ ਰਿਹਾ ਤੇ ਤੂੰ ਕਿਹੜੇ ਚੱਕਰਾਂ 'ਚ ਪਿਆ। ਅਵੇਅਰਨੈਸ ਤੇ ਨਿੱਜਾ ਸਾਹਿਬ ਬਾਣੀ ਨੇ ਕਰਾਉਣੀ ਹੈ ਨਾ, ਗ੍ਰੰਥੀ ਤੇ ਕਰਾਉਂਦੇ ਬੰਦੇ ਨੂੰ ਅਵੇਅਰਨੈਸ। ਬਿਲਕੁਲ ਬਾਣੀ ਨੇ ਕਰਾਉਣੀ, ਆਪਾਂ ਤਾਂ ਹਨੇਰੇ 'ਚ ਹੈਗੇ ਆ। ਤੇਰੇ ਜੀਵਨ ਦਾ ਮਕਸਦ ਕੀ ਹੈ? ਇਹ ਸ਼ਬਦ ਬ੍ਰਹਮ ਹੈਗਾ ਜਿਹੜੇ ਸਾਡੇ ਬਜ਼ੁਰਗ ਸਾਨੂੰ ਲਿਖ ਕੇ ਦੇ ਕੇ ਗਏ ਨੇ। ਕੀ ਦੇ ਕੇ ਗਏ ਨੇ? ਉਹ ਆਪ ਤੇ ਚੱਲ ਗਏ ਉਹ ਸ਼ਬਦਾਂ ਦੇ ਰਾਹੀਂ। ਔਰ ਇਹ ਵੀ ਚੀਜ਼ ਦੇਖੋ ਸਾਧ ਸੰਗਤ ਜੀ, ਇਹ ਜਿਹੜੀ ਬਾਣੀ ਆ ਨਾ, ਦੇਖੋ ਗੁਰੂਆਂ ਨੇ ਇਹ ਨਹੀਂ ਕਿਹਾ ਕਿ ਇਹ ਮੇਰੀ ਬਾਣੀ ਆ। ਉੱਥੇ ਨਾਮ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ? ਉਹਦਾ ਕਾਰਨ ਪਤਾ ਕੀ ਹੈ? ਇਹ ਬਾਣੀ ਤੇ ਬੜੀ ਪੁਰਾਣੀ ਤੁਰੀ ਆਉਂਦੀ ਆ। ਇਹਦੇ ਉਪਨਿਸ਼ਦ ਤੇ ਜਿਹੜਾ ਹੋਰ ਗ੍ਰੰਥ ਹੈਗੇ ਨਾ, ਉੱਥੇ ਵੀ ਨਹੀਂ ਕਿਸੇ ਨੇ ਕਲੇਮ ਕੀਤਾ ਕਿ ਮੇਰੀ ਬਾਣੀ ਆ। ਇਹਦਾ ਮਤਲਬ ਕਿ ਇਹ ਪਾਤਸ਼ਾਹ ਤੇ ਬਾਅਦ ਚ ਆਈ ਆ। ਪਹਿਲਾਂ ਹੋ ਸਕਦਾ ਕਿ ਮੂੰਹ ਦੇ ਨਾਲ ਹੀ ਇੱਕ ਦੂਜੇ ਨੂੰ ਸੁਣਾਉਂਦੇ ਹੋਣ। ਨਿੱਜੇ ਸਾਹਿਬ ਬਿਲਕੁਲ ਇਹ ਬਹੁਤ ਪੁਰਾਣਾ ਗਿਆਨ ਹੈ ਨਾ। ਹੁਣ ਇਹ ਭਾਸ਼ਾ ਤੇ 4-5 ਹਜ਼ਾਰ ਸਾਲ ਤੋਂ ਹੀ ਆਈ ਹੈ। ਪਹਿਲਾਂ ਤੱਕ ਕੀ ਸਿਸਟਮ ਸੀ? ਹੋ ਸਕਦਾ ਗੱਲੀ ਬਾਤੀ ਇੱਕ ਦੂਜੇ ਨੂੰ ਗਿਆਨ ਕਰਾਈ ਜਾਂਦੇ ਹੁਣ। ਇਹ ਤਾਂ ਕਿੰਨਾ ਕੁ ਸੰਤ ਹੋ ਚੁੱਕਿਆ ਧਰਤੀ ਤੇ ਨਿੱਜੇ ਸਾਹਿਬ, ਕਿੰਨਾ ਕੁ ਬ੍ਰਹਮ ਗਿਆਨੀ। ਕਿ ਲਿਪੀ ਨਾ ਹੋਏ, ਲਿਖਣ ਵਾਲੀ ਚੀਜ਼ ਨਾ ਹੋਏ, ਲਿਖਣ ਦੀ ਨਾ ਹੋਏ। ਹਾਂਜੀ ਬਿਲਕੁਲ। ਹੁਣ ਆਇਨਸਟਾਈਨ ਕਹਿੰਦਾ ਵਾ ਕਿ ਧਰਤੀ ਗ੍ਰੈਵਿਟੇਸ਼ਨ 'ਚ ਹੈਗੀ ਆ। ਉਹਨੇ ਤੇ ਲਿਖਿਆ ਨਾ ਕਿ ਇੱਕ ਧਰਤੀ ਲਿਖ ਦਿੱਤਾ ਤੇ ਉਸ ਕਰਕੇ ਉਹਨੇ ਕਲੇਮ ਕਰ ਲਿਆ ਕਿ ਮੇਰਾ ਵਾ ਫਾਰਮੂਲਾ ਮੈਂ ਲੱਭਿਆ। ਹੋ ਸਕਦਾ ਪਹਿਲਾਂ ਉਹਨੂੰ ਲੋਕਾਂ ਨੂੰ ਪਤਾ ਹੋਵੇ ਕਿ ਧਰਤੀ ਮੈਗਨੇਟ ਹੈ। ਨਹੀਂ ਪਤਾ ਹੋਊਗਾ ਲੋਕਾਂ ਨੂੰ, ਪਤਾ ਹੋਊਗਾ ਲੋਕਾਂ ਨੂੰ। ਸਹੀ ਹੈ ਬਿਲਕੁਲ। ਇਹ ਉਸ ਬੰਦੇ ਨੇ ਲਿਖ ਕੇ ਕਲੇਮ ਕਰ ਲਿਆ ਕਿ ਹਾਂ ਇਹ ਮੇਰਾ ਫਾਰਮੂਲਾ ਮੈਂ ਲੱਭਿਆ। ਉਹਦਾ ਨਾਂ ਲਾਤਾ ਵੀ ਇਹ ਧਰਤੀ ਚੁੰਬਕ ਹੈਗੀ ਆ, ਕਿਉਂਕਿ ਉਹਨੇ ਲਿਖ ਦਿੱਤਾ। ਪਰ ਜਦ ਤੱਕ ਜੇ ਨਹੀਂ ਲਿਖਿਆ ਸੀ, ਕਈਆਂ ਨੂੰ ਪਤਾ ਹੋਊਗਾ ਨਿੱਜਾ ਸਾਹਿਬ ਇਸ ਚੀਜ਼ ਦਾ। ਤੇ ਇਹਦਾ ਮਤਲਬ ਕਿ ਗਿਆਨ ਹੋਰ ਵੀ ਲੋਕਾਂ ਨੂੰ ਹੁੰਦਾ ਵਾ। ਹਾਂਜੀ ਇੱਥੇ ਆ ਜਾਓ ਨਿੱਜਾ ਸਾਹਿਬ, ਫਿਰ ਦੁੱਖ ਤੇ ਆ ਜਾਓ। ਹਾਂ ਆਪਾਂ ਸੀਗੇ ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲੱਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ। ਕਹਿੰਦੇ ਸੱਚ ਜਿਹੜਾ ਹੈਗਾ ਉਹ ਅਲੱਖ ਹੈਗਾ, ਲਖਿਆ ਨਹੀਂ ਜਾ ਸਕਦਾ ਸੱਚ। ਉਹ ਚੋਜ ਵਿਡਾਣੀ ਹੈਗਾ, ਉਹਦੀ ਗਤ ਮਿੱਤ ਜਿਹੜੀ ਹੈਗੀ ਕਹੀ ਨਹੀਂ ਜਾ ਸਕਦੀ, ਬੋਲ ਕੇ ਨਹੀਂ ਦੱਸੀ ਜਾ ਸਕਦੀ, ਜਿਹੜੀ ਲਿਖ ਕੇ ਨਹੀਂ ਦਿੱਤੀ ਜਾ ਸਕਦੀ। ਉਹ ਤਾਂ ਪ੍ਰੈਕਟੀਕਲ ਕਰ ਸਕਦੇ ਆ ਭਾਈ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੇ ਸੁਣਨੇ ਨੂੰ ਪਠਾਏ। ਇਸ ਕਰਕੇ ਭਾਈ ਇਹ ਕੰਨ ਲਾਏ ਆ ਤੁਹਾਡੇ ਅੰਮ੍ਰਿਤ ਨਾਮ ਨੂੰ ਸੁਣਨ ਦੇ ਵਾਸਤੇ। ਗਿਆਨ ਲਓ, ਗਿਆਨ ਲੈ ਕੇ ਤੇ ਅੰਦਰ ਜਿਹੜਾ ਹੈਗਾ ਧਿਆਨ ਸਿਮਰਨ ਕਰੋ, ਔਰ ਅੰਮ੍ਰਿਤ ਨਾਮ ਜਿਹੜਾ ਹੈਗਾ ਅੰਦਰ ਪ੍ਰਗਟ ਹੋ ਜਾਏਗਾ। ਉਹਨੂੰ ਸੁਣੋ, ਪਵਿੱਤਰ ਹੋ ਜਾਓ। ਇਸ ਵਾਸਤੇ ਜਿਹੜਾ ਹੈਗਾ ਆਪਣੇ ਆਪ ਨੂੰ ਪਵਿੱਤਰ ਕਰਨਾ ਹੈ, ਆਪਣੀ ਅਗਿਆਨਤਾ ਛੱਡਣੀ ਹੈ, ਆਪਣੇ ਜਿਹੜੇ ਹੈਗੇ ਆ ਇਹ ਅਵਗੁਣ ਜਿਹੜੇ ਹੈਗੇ ਤਿਆਗਣੇ ਆ। ਇਸ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਇਹ ਕੰਨ ਦਿੱਤੇ ਆ ਭਾਈ। ਹਾਂਜੀ ਵੀਰ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਹੁਣ ਇੰਨੀ ਗੱਲ ਕਲੀਅਰ ਹੋ ਗਈ। ਕਹਿੰਦੇ ਜਿਤ ਸੁਣੇ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਤੇ ਹੁਣ ਇਹ ਕੀ ਹੋਇਆ ਕਿ ਮਨ ਹਰਿਆ ਹੋ ਗਿਆ ਨਾ, ਤੇ ਤਨ ਆਪਣੇ ਆਪ ਹੀ ਹਰਿਆ ਹੋ ਜਾਣਾ। ਜਿਹੜੀਆਂ ਸਾਡੀਆਂ ਇੰਦਰੀਆਂ ਨੇ ਉਹ ਹਰੀਆਂ ਨਹੀਂ ਹੈਗੀਆਂ, ਕਿਉਂਕਿ ਉਹ ਭੋਗਾਂ ਚ ਗ੍ਰਸਤ ਨੇ। ਇਹ ਜਿਹੜੇ 9 ਦਰਵਾਜ਼ੇ ਨਹੀਂ ਹੈਗੇ ਆਪਣੇ, ਇਹਨਾਂ ਦੇ ਰਾਹੀਂ ਆਪਾਂ ਭੋਗਾਂ ਨੂੰ ਭੋਗਦੇ ਹਾਂ। ਇਸ ਕਰਕੇ ਜਿਹੜਾ ਮਨ ਹਰਿਆ ਨਹੀਂ ਹੈਗਾ, ਸੁੱਕਾ ਪਿਆ, ਇਹ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਇਸ ਕਰਕੇ ਇਹ ਹਰਿਆ ਨਹੀਂ ਹੈਗਾ। ਔਰ ਜਦੋਂ ਆਪਾਂ ਭਗਤੀ ਕਰਦੇ ਹਾਂ, ਉੱਤੇ ਲਿਖਿਆ ਨਾ ਕਿ ਬਾਣੀ ਸੁਣੀ, ਬਾਣੀ ਪੜ੍ਹੀ, ਫਿਰ ਬਾਣੀ ਦਾ ਨਾਲ ਕੀ ਹੋ ਗਿਆ ਕਿ ਅਸਰ ਹੋ ਗਿਆ, ਸਾਡੇ ਅੰਦਰ ਦਿਵ ਦ੍ਰਿਸ਼ਟੀ ਪੈਦਾ ਹੋ ਗਈ। ਫਿਰ ਦਿਵ ਦ੍ਰਿਸ਼ਟੀ ਪੈਦਾ ਹੋਣ ਦੇ ਨਾਲ ਸਾਨੂੰ ਪਤਾ ਲੱਗ ਗਿਆ ਸਹੀ ਕੀ ਹੈ ਤੇ ਗਲਤ ਕੀ ਹੈ। ਅਸੀਂ ਗਲਤ ਨੂੰ ਛੱਡਤਾ ਤੇ ਸਹੀ ਨੂੰ ਫੜ ਲਿਆ। ਜਿੱਦਾਂ ਹੰਸ ਆ, ਹੰਸ ਨੂੰ ਇੱਕ ਕਲਾ ਆਉਂਦੀ ਆ, ਉਹ ਜ਼ਬਾਨ ਆਪਣੀ ਜਦੋਂ ਚੁੰਝ ਵਾੜਦਾ ਦੁੱਧ ਚ, ਕਹਿੰਦੇ ਦੁੱਧ ਤੇ ਅਲੱਗ ਹੋ ਜਾਂਦਾ ਤੇ ਪਾਣੀ ਅਲੱਗ ਕਰ ਦਿੰਦਾ। ਉਹਦੀ ਜ਼ਬਾਨ ਚ ਕੁਛ ਹੈਗਾ। ਉਸੇ ਤਰ੍ਹਾਂ ਦਿਵ ਦ੍ਰਿਸ਼ਟੀ ਪੈਦਾ ਹੋ ਗਈ, ਸਾਨੂੰ ਗਿਆਨ ਹੋ ਗਿਆ। ਮਾਇਆ ਦਾ ਰੂਪ ਅਸੀਂ ਅਸਲ ਰੂਪ ਤੇ ਦੇਖ ਲੈਂਦੇ ਹਾਂ। ਤੇ ਫਿਰ ਕੀ ਹੋਇਆ ਕਿ ਸਾਡਾ ਕਿ ਮਨ ਤੇ ਤਨ ਹਰਿਆ ਹੋ ਜਾਂਦਾ। ਪਹਿਲਾਂ ਸਾਡਾ ਮਨ ਹਰਿਆ ਹੁੰਦਾ ਤੇ ਮਨ ਹਰਿਆ ਹੋਣ ਦੇ ਨਾਲ ਤਨ ਆਪਣੇ ਆਪ ਹੀ ਹਰਿਆ ਹੋ ਜਾਣਾ। ਇੰਦਰੀਆਂ ਦੀ ਕੋਈ ਆਪਣਾ ਵੱਖਰਾ ਵਜੂਦ ਨਹੀਂ ਆ, ਮਨ ਜੜਿਆ। ਅਗਲੀ ਤੁਕ ਬੋਲੋ ਨਿੱਜਾ ਸਾਹਿਬ। ਸੱਚ ਅਲੱਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ। ਕਹਿੰਦੇ ਉਹ ਸੱਚ ਜਿਹੜਾ ਹੈਗਾ ਅਲੱਖ ਹੈਗਾ, ਉਹ ਲਖਿਆ ਨਹੀਂ ਜਾਂਦਾ। ਤੇਰੀ ਇੰਦਰੀਆਂ ਦੇ ਨਾਲ, ਤੇਰੇ ਇਹ ਮਨ ਦੇ ਨਾਲ ਉਹ ਨਹੀਂ ਲਖਿਆ ਜਾਏਗਾ। ਸੱਚ ਅਲੱਖ ਵਿਡਾਣੀ, ਚੋਜ ਵਿਡਾਣੀ ਹੈ ਉਹ ਮਾਲਕ ਪਰਮਾਤਮਾ,
ਤਾਂ ਕਿ ਗਤ ਕਹੀ ਨਾ ਜਾਏ। ਉਹਦੀ ਗਤ, ਉਹਦੀ ਅਵਸਥਾ ਜਿਹੜੀ ਹੈਗੀ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਸੱਚ ਨੂੰ ਬਿਆਨ ਨਹੀਂ ਕਰ ਸਕਦੇ ਆਪਾਂ। ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨੇ ਨੂੰ ਪਠਾਏ। ਉਹ ਸੱਚ ਦੇ ਵਿੱਚ ਮਰਜ ਹੋਇਆ ਜਾ ਸਕਦਾ ਹੈ। ਸੁਰਤ ਜਿਹੜੀ ਹੈ ਆਤਮਾ ਦੇ ਵਿੱਚ ਸਮਾ ਸਕਦੀ ਆ। ਉਹ ਸਮਾਏਗੀ ਜਦ ਆਪਾਂ ਜਿਹੜੇ ਹੈਗੇ ਆ ਆਪਣੇ ਅੰਦਰੋਂ ਅਵਗੁਣ ਨਿਕਲ ਜਾਣਗੇ, ਪਵਿੱਤਰ ਹੋ ਜਾਵਾਂਗੇ। ਪਵਿੱਤਰ ਤਾਂ ਹੋਵਾਂਗੇ ਜੇ ਨਾਮ ਨੂੰ ਸੁਣਨ ਲੱਗਾਂਗੇ। ਉਹ ਨਾਮ ਆਪਣੇ ਅੰਦਰ ਪ੍ਰਗਟ ਹੋ ਜਾਏਗਾ, ਜਿਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਪ੍ਰਾਣ ਸ਼ਕਤੀ ਮਿਲੀ ਹੈ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨੇ ਨੂੰ ਪਠਾਏ। ਇਸੇ ਵਾਸਤੇ ਪਾਈ ਇਹ ਖੜ ਬਣਾਈ ਆ, ਇਹ ਸਰੀਰ ਮਿਲਿਆ ਆ, ਇਹ ਇੰਦਰੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਇਸੇ ਵਾਸਤੇ ਮਿਲੀਆਂ। ਹਾਂਜੀ ਠੀਕ ਹੈ ਜੀ। ਕਹਿੰਦੇ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ। ਗਤ ਦਾ ਮਤਲਬ ਇਹ ਕੋਈ ਤੱਤਾ ਠੰਡਾ ਨਹੀਂ ਹੈ ਜਾਂ ਹਨੇਰਾ ਨਹੀਂ ਹੈ, ਪ੍ਰਕਾਸ਼ ਨਹੀਂ ਹੈ ਜਿਹਨੂੰ ਇੰਦਰੀਆਂ ਨਾਲ ਅਨੁਭਵ ਕਰਕੇ ਦੱਸਿਆ ਜਾਵੇ। ਔਰ ਇੰਦਰੀਆਂ ਨੂੰ ਦੱਸਣ ਵਾਸਤੇ ਮਨ ਬੈਠਾ ਹੈ। ਮਨ ਦੇ ਰਾਹੀਂ ਇੰਦਰੀਆਂ ਦਾ ਗਿਆਨ ਪ੍ਰੋਸੈਸ ਹੁੰਦਾ ਹੈ ਤੇ ਉਹ ਜਾਂਦਾ ਹੈ ਚਿੱਤ ਦੇ ਵਿੱਚ, ਤੇ ਚਿੱਤ ਦੇ ਵਿੱਚ ਫਿਰ ਬੁੱਧੀ ਵਹਿੰਦੀ ਹੈ ਤੇ ਚੇਤਨਾ ਨੂੰ ਦੱਸਦੀ ਹੈ। ਪਰ ਉੱਥੇ ਇਹ ਸਭ ਕੁਛ ਨਹੀਂ ਹੈਗਾ। ਬ੍ਰਹਮ ਹੈਗਾ, ਉਹ ਚੇਤਨ ਤੋਂ ਵੀ ਅੱਗੇ ਹੈਗਾ। ਉੱਥੇ ਇੰਦਰੀਆਂ ਦਾ ਵਿਸ਼ਾ ਨਹੀਂ ਹੈਗਾ, ਉਹ ਮਨ ਦਾ ਵਿਸ਼ਾ ਨਹੀਂ ਹੈਗਾ। ਇਸੇ ਲਈ ਬਾਣੀ ਚ ਕਿਹਾ ਅਣਮਣੀ ਅਵਸਥਾ। ਉੱਥੇ ਮਨ ਦੀ ਲੋੜ ਹੀ ਨਹੀਂ ਤੇ ਨਾ ਮਨ ਉੱਥੇ ਜਾ ਸਕਦਾ, ਕਿਉਂਕਿ ਮਨ ਜਿਹੜਾ ਹੈ ਜੜ ਹੈ, ਪ੍ਰਕਿਰਤੀ ਚ ਆਉਂਦਾ ਹੈ। ਪਹਿਲਾਂ ਪ੍ਰਕਿਰਤੀ ਆਉਂਦੀ ਹੈ, ਪ੍ਰਕਿਰਤੀ ਤੋਂ ਅੱਗੇ ਮਨ ਹੈ। ਮਨ, ਬੁੱਧੀ, ਚਿੱਤ ਤੇ ਹੰਕਾਰ, ਇਹ ਜੀਵ ਦੀ ਰਚਨਾ ਇਹਦੇ ਨਾਲ ਹੁੰਦੀ ਹੈ। ਜੀਵ ਜਿਹੜਾ ਹੈ, ਜੀਵ ਦੇ ਅੰਦਰ ਜਿਹੜੀ ਚੇਤਨਾ ਹੈ, ਜਦੋਂ ਸਾਡੀ ਸੁਰਤੀ ਉੱਥੇ ਪਹੁੰਚ ਜਾਂਦੀ ਹੈ, ਉੱਥੇ ਅਕਾਲ ਹੈ, ਉੱਥੇ ਕਾਲ ਨਹੀਂ ਹੈਗਾ। ਜਦੋਂ ਤੋਂ ਦੇਖੋ ਪ੍ਰਮਾਤਮਾ ਦੀ ਭਾਸ਼ਾ ਜਿਹੜੀ ਅਗਲੀ ਤੁਕ ਬੋਲੀ ਹੈ ਨਾ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਆ, ਸਾਚੇ ਸੁਣੋ ਸਾਚੇ ਸੁਣਨੇ ਨੂੰ ਪਠਾਏ। ਉਹ ਪਠਾਏ। ਤੇ ਇਹ ਜਿਹੜਾ ਸੁਣਨ ਦੀ ਗੱਲ ਕੀਤੀ ਆ, ਪ੍ਰਮਾਤਮਾ ਨੂੰ ਇੱਕੋ ਹੀ ਭਾਸ਼ਾ ਬੋਲਣੀ ਆਉਂਦੀ ਹੈ, ਉਹ ਹੈ ਚੁੱਪ ਦੀ ਭਾਸ਼ਾ। ਪ੍ਰਮਾਤਮਾ ਬੋਲਦਾ ਨਹੀਂ ਹੈ ਨਿੱਜਰ ਸਾਹਿਬ। ਕਿਉਂਕਿ ਜੇ ਪ੍ਰਾਣ ਊਰਜਾ ਨਾਲ ਵੀ ਨਾਦ ਵੱਜ ਰਿਹਾ ਨਾ, ਪ੍ਰਮਾਤਮਾ ਦਾ ਨਾਦ, ਪ੍ਰਮਾਤਮਾ ਕੋਈ ਆਵਾਜ਼ ਨਹੀਂ ਹੈਗੀ, ਕਿਉਂਕਿ ਸਰੀਰ 'ਚ ਵੱਜ ਰਿਹਾ। ਉਹ ਇਹ ਇੰਦਰੀਆਂ ਦਾ ਵਿਸ਼ਾ ਹੈਗਾ। ਇੱਥੇ ਤੁਹਾਡੀ ਸੁਰਤੀ ਬਿਲਕੁਲ ਠਹਿਰ ਗਈ ਨਾ ਨਿੱਜਰ ਸਾਹਿਬ। ਕਮਿਊਨੀਕੇਸ਼ਨ ਦਾ ਮਤਲਬ ਹੈਗਾ ਕਿ ਸਰੀਰ ਦੇ ਨਾਲੋਂ ਆਪਣੀ ਸੁਰਤੀ ਜਿਹੜੀ ਆ ਉਹ ਅਲੱਗ ਹੋ ਗਈ ਹੈ। ਸੁਖਾਪਤੀ ਅਵਸਥਾ ਦੇ ਵਿੱਚ ਸਾਨੂੰ ਕੋਈ ਹੋਸ਼ ਨਹੀਂ ਹੈ ਨਿੱਜਰ ਸਾਹਿਬ। ਨਾ ਨੂੰ ਸਰੀਰ ਦਾ ਪਤਾ, ਨਾ ਸਾਨੂੰ ਮਨ ਦਾ ਪਤਾ, ਨਾ ਸਾਨੂੰ ਬੁੱਧੀ ਦਾ ਪਤਾ, ਨਾ ਸਾਨੂੰ ਚਿੱਤ ਦਾ ਪਤਾ, ਨਾ ਇੱਥੇ ਸੰਸਾਰ ਹੈਗਾ। ਨਿੱਜਰ ਸਾਹਿਬ ਸਹੀ ਇਹ ਗੱਲ ਨਾਲ ਐਗਰੀ ਕਰਦੇ ਤੁਸੀਂ? ਬਿਲਕੁਲ। ਉੱਥੇ ਪਰਲੋ ਆ ਗਈ ਹੈ, ਸਮਝ ਲਓ ਪਰਲੋ ਆ, ਉੱਥੇ ਕੁਛ ਵੀ ਨਹੀਂ ਹੈਗਾ। ਪਰ ਕੌਣ ਹੈਗਾ ਜੀ ਉੱਥੇ? ਬ੍ਰਹਮ ਹੈਗਾ ਜੀ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਉਸੇ ਅਵਸਥਾ 'ਚ ਜਾਣਾ ਵਾ, ਪਰ ਇਹ ਜਿਹੜਾ ਸਮਾਨ ਨਾਲ ਲੈ ਕੇ ਜਾਣਾ ਆਪਣੇ। ਇਹਨੂੰ ਕਹਿੰਦੇ ਧਿਆਨ ਸਿਮਰਨ ਤੇ ਸਾਧਨਾ। ਤੁਰੀਆ ਅਵਸਥਾ। ਤੁਰੀਆ ਅਵਸਥਾ ਦਾ ਮਤਲਬ ਜਾਗਰਤ ਅਵਸਥਾ ਦੇ ਵਿੱਚ ਜੜ ਪ੍ਰਕਿਰਤੀ ਨੂੰ ਆਪਣੇ ਤੋਂ ਅਲੱਗ ਕਰ ਦੇਣਾ ਤੇ ਚੁੱਪ ਕਰਕੇ ਬਹਿ ਜਾਣਾ। ਜਿੱਦਾਂ ਦੀਪਕ ਨਹੀਂ ਹੁੰਦਾ, ਕਮਰੇ 'ਚ ਦੀਪਕ ਰੱਖਿਆ, ਉਹਦੇ ਪ੍ਰਕਾਸ਼ ਨੂੰ ਕੋਈ ਹਵਾ ਨਹੀਂ ਹਿਲਾ ਰਹੀ। ਚਿੱਤ ਵ੍ਰਿਤੀ, ਮਨ ਮੇਰਾ ਚਿੱਤ ਨਾ ਚੱਲੇ, ਮਨ ਭਇਓ ਅਪੰਗ। ਮਨ ਭਇਓ ਪੰਗ, ਚਿੱਤ ਬੰਦ ਕਰ। ਹਾਂਜੀ ਹਾਂ, ਚਿੱਤ ਬੰਦ ਕਰਤਾ। ਚਿੱਤ ਜੇ ਪ੍ਰੋਸੈਸ ਹੀ ਨਹੀਂ ਹੋਣਾ, ਮਨ ਹੀ ਨਹੀਂ ਹੈਗਾ ਤੇ ਮਨ ਬੈਠਾ ਸਾਈਡ ਤੇ ਹੋ ਕੇ, ਮਨ ਅਪੰਗ ਹੋ ਕੇ ਬੈਠਾ, ਕਿਉਂਕਿ ਉਹਦੇ ਤੇ ਪਿਕਚਰ ਹੀ ਨਹੀਂ ਬਣ ਰਹੀ। ਚਿੱਤ 'ਚ ਕੁਛ ਆਉਣ ਹੀ ਨਹੀਂ ਰਿਹਾ। ਚਿੱਤ ਕੀ ਹੋ ਰਿਹਾ? ਜਦੋਂ ਆਪਾਂ ਆਪਣੇ ਅੰਦਰ ਕੋਈ ਵੀ ਗਿਆਨ ਜਾਂਦਾ, ਇੰਦਰੀਆਂ ਦੇ ਰਾਹੀਂ ਜਾਣ ਲਿਆ ਨਾ। ਆ ਪੰਜਾਂ ਇੰਦਰੀਆਂ ਦੇ ਰਾਹੀਂ, ਮਤਲਬ ਸੱਚ ਪੰਜਾਂ ਤੱਤਾਂ ਦਾ ਗਿਆਨ ਹੀ ਜਾ ਸਕਦਾ ਵਾ। ਜੜ ਇਹਦੇ ਜੜ ਹੈਗੇ ਆ। ਬਿਲਕੁਲ। ਚਾਹੇ ਆਕਾਸ਼ ਲਾ ਲਓ, ਹਵਾ ਲਾ ਲਓ, ਅਗਨੀ ਲਾ ਲਓ, ਮਿੱਟੀ ਲਾ ਲਓ ਜਾਂ ਪਾਣੀ ਲਾ ਲਓ, ਇੱਥੇ ਜੜ ਹੈਗੇ ਆ। ਪਰ ਉੱਥੇ ਜੜ ਨਹੀਂ ਹੈਗਾ, ਉਹ ਚੇਤਨ ਵੀ ਨਹੀਂ ਹੈਗਾ। ਚੇਤਨ ਜੜ ਨੂੰ ਦੇਖਣ ਵਾਲਾ ਚੇਤਨ ਹੈ, ਪਰ ਉਹ ਚੇਤਨ ਵੀ ਨਹੀਂ ਹੈ ਪ੍ਰਮਾਤਮਾ। ਚੇਤਨ ਨੂੰ ਕੰਟਰੋਲ ਕਰਨ ਵਾਲਾ ਪਿੱਛੇ ਆਤਮਾ ਹੈ, ਪ੍ਰਮਾਤਮਾ। ਉਹਦੇ ਵਿੱਚ ਜਦੋਂ ਸਾਡੀ ਨਿਜਰ ਸਾਹਿਬ, ਜਦੋਂ ਤੁਹਾਡੀ ਸੁਰਤੀ ਇਕਾਗਰ ਹੋ ਗਈ ਨਾ, ਜਦੋਂ ਤੁਸੀਂ ਸਮਾਧੀ ਲੀਨ ਹੋ ਗਏ ਨਾ, ਤੁਸੀਂ ਵੇਖੋ ਤੁਹਾਡੀ ਚੇਤਨਾ ਦਾ ਇੱਕ ਬਿੰਦੂ ਰਹਿ ਜਾਣਾ ਤੁਹਾਡੇ ਅੰਦਰ, ਕਿ ਚੇਤਨਾ ਦਾ ਗੋਲਾ ਜਿਹਾ। ਤੁਸੀਂ ਉਹਦੇ ਅੰਦਰ ਆਪਣੀ ਸੁਰਤੀ ਲੈ ਕੇ ਜਾਓਗੇ, ਤੁਹਾਡੀ ਸੁਰਤੀ ਵੀ ਨਹੀਂ ਉੱਥੇ ਜਾ ਸਕਦੀ। ਉਹਦੇ ਚ ਜਾਊਗੀ ਨਾ, ਇੱਕਦਮ ਜਿੱਦਾਂ ਸੂਰਜ ਦੇ ਗਾੜੀ ਛੋਟਾ ਜਿਹਾ ਦੀਪਕ ਨਹੀਂ ਜਗਾ ਦਈਦਾ, ਉਹ ਕੰਮ ਹੋ ਜਾਂਦਾ, ਉਹਨੂੰ ਕੱਟ ਦਿੰਦਾ। ਉਸੇ ਤਰ੍ਹਾਂ ਜਿਹੜੀ ਆਤਮਾ ਚ ਜੇ ਤੁਸੀਂ ਸੁਰਤੀ ਲੈ ਕੇ ਜਾਓਗੇ ਨਾ ਆਪਣੀ ਚੇਤਨਾ ਵਾਲੀ, ਉਹ ਉੱਥੇ ਜਾਓਗੇ ਤੁਸੀਂ ਅੰਦਰ, ਪਰ ਤੁਹਾਡੀ ਆਪਣੀ ਹੋਂਦ ਨਹੀਂ ਰਹਿ ਜਾਣੀ ਉਹਦੇ। ਬਿਲਕੁਲ। ਤੁਸੀਂ ਉਹਦਾ ਰੂਪ ਹੋ ਜਾਣਾ। ਆਪ ਟਰਾਈ ਕਰਨਾ ਸਾਰੀ ਸਾਧ ਸੰਗਤ ਜੀ। ਜਦੋਂ ਨਿਰਵਿਚਾਰ ਸਮਾਧੀ ਚਲ ਗਏ ਤੁਸੀਂ, ਸੁਰਤੀ ਤੁਹਾਡੀ ਠਹਿਰ ਗਈ ਹੈ, ਤੁਹਾਨੂੰ ਹੋਸ਼ ਹੈਗੀ ਹੈ,
ਤੁਸੀਂ ਵੇਖੋ ਤੁਹਾਡੇ ਅੰਦਰ ਇੱਕ ਬਲਬ ਜਿਹਾ ਜਗਦਾ ਰਹਿਣਾ ਚੇਤਨਾ ਦਾ। ਚੇਤਨਾ ਦਾ ਮਤਲਬ ਜਾਗਰਤ ਅਵਸਥਾ ਜੀ ਰਹਿਣੀ ਤੁਹਾਡੇ ਅੰਦਰ। ਤੁਸੀਂ ਆਪਣੇ ਧਿਆਨ ਨੂੰ ਉਹਦੇ ਅੰਦਰ ਲੈ ਜਾਓ। ਜਦੋਂ ਅੰਦਰ ਖੜੋਗੇ ਨਾ, ਚੇਤਨਾ ਮਤਲਬ ਬਲਬ ਦੇ ਪ੍ਰਕਾਸ਼ ਵਾਂਗੂ ਬਾਹਰ ਆ, ਅੰਦਰ ਨਹੀਂ ਹੈਗੀ। ਅੰਦਰ ਜਿਹੜਾ ਬ੍ਰਹਮ ਹੈ ਉਹ ਇੱਕਦਮ ਸ਼ਾਂਤ ਤੇ ਅਚਲ ਹੈਗਾ। ਉੱਥੇ ਕਾਲ ਨਹੀਂ ਹੈਗਾ, ਉੱਥੇ ਕੋਈ ਧਰਤੀਆਂ, ਕੋਈ ਤਾਰਾ ਤੁਰਾ ਕੁਛ ਨਹੀਂ ਹੈਗਾ, ਨਾ ਹੀ ਤੁਸੀਂ ਹੈਗੇ। ਜੇ ਤੁਸੀਂ ਉਹਦੇ ਅੰਦਰ ਜਾਓਗੇ ਨਾ, ਤੁਸੀਂ ਵੀ ਉੱਥੇ ਉਹਦੇ ਅੰਦਰ ਉਹਦਾ ਹੀ ਰੂਪ ਹੋ ਜਾਣਾ। ਉਹਦੇ ਬਹੁਤ ਪਾਵਰਫੁਲ ਹੈ, ਉਹਦੇ ਸਾਹਮਣੇ ਆ ਜਾਣਾ। ਨਿਜਰ ਸਾਹਿਬ ਸਮਝ ਲਓ ਕਿ ਤੁਸੀਂ ਜਿੱਦਾਂ ਸੂਰਜ ਦੇ ਸਾਹਮਣੇ ਛੋਟੀ ਜੀ ਲਾਈਟ ਜਗਾਈ, ਉਹ ਕੰਮ ਜੇ ਉਹਦੇ ਸਾਹਮਣੇ। ਇੱਕ ਜਿਹੜਾ ਵੱਡਾ ਦੀਵਾ ਹੈਗਾ, ਉਹਦੇ ਵਿੱਚ ਜਿਹੜਾ ਛੋਟੀ ਜੀ ਜਿਹੜੀ ਮੋਮਬੱਤੀ ਜਿਹੜੀ ਆ ਨਾਲ ਉਹਦੀ ਜੋਤ ਮਿਲਾ ਦੋ, ਇੱਕੋ ਹੀ ਜੋਤ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਹਾਂ, ਉਹ ਹਿਸਾਬ ਸਹੀ ਗੱਲ। ਉਹਦੀ ਹੋਂਦ ਨਹੀਂ ਰਹਿੰਦੀ ਫਿਰ ਸਾਡੀ ਨਿੱਕੀ ਜੀ ਚੇਤਨਾ ਜੀ ਹੈਗੀ, ਨਿੱਕੀ ਜੀ ਅਸੀਂ ਹੈਗੀ ਆ। ਜੇ ਸਾਡੀ ਧਰਤੀ ਕਹਿੰਦੇ ਆ, ਸਾਡੀ ਧਰਤੀ ਨਾ, ਆਪਣੀ ਸਾਰੀ ਧਰਤੀ ਇਹ ਕਹਿੰਦੇ ਬ੍ਰਹਿਮੰਡ ਚ ਇੱਕ ਰੇਤਾ ਦੇ ਕਣ ਜਿੱਡੀ ਆ। ਤੇ ਆਪਾਂ ਕਿੱਥੇ ਆ? ਆਪਾਂ ਤਾਂ ਕੀੜੇ ਵੀ ਨਹੀਂ ਹੈਗੇ। ਬਿਲਕੁਲ ਕੁਛ ਵੀ ਨਹੀਂ ਹੈਗਾ। ਔਰ ਇਹ ਗੱਲ, ਬ੍ਰਹਮ ਦੇ ਬਾਰੇ ਤੁਸੀਂ ਦੱਸ ਨਹੀਂ ਸਕਦੇ, ਤੁਸੀਂ ਬੋਲ ਨਹੀਂ ਸਕਦੇ, ਕਿਉਂਕਿ ਇਹ ਜਿਹੜੀਆਂ ਜੜ ਇੰਦਰੀਆਂ ਨੇ, ਇਹਦੇ ਨਾਲ ਜੜ ਦੇ ਬਾਰੇ ਦੱਸ ਸਕਦੇ ਹੋ ਤੁਸੀਂ। ਉਹ ਨਿਰਗੁਣ ਦੇ ਬ੍ਰਹਮ ਦੇ ਬਾਰੇ ਨਹੀਂ ਦੱਸ ਸਕਦੇ। ਹਾਂ, ਤੁਸੀਂ ਅਨੁਭਵ ਕਰ ਸਕਦੇ ਹੋ। ਜਦੋਂ ਸਾਰੀਆਂ ਚੀਜ਼ਾਂ ਲੱਗ ਹੋ ਗਈਆਂ, ਬ੍ਰਹਮ ਸਾਹਮਣੇ ਪ੍ਰਗਟ ਹੋ ਜਾਣਾ ਤੁਹਾਡੇ ਸਾਹਮਣੇ। ਔਰ ਉੱਥੇ ਜਾਣ ਤੋਂ ਬਾਅਦ ਹੀ ਸਾਡੀ ਜਿਹੜੀ ਮੱਤ ਘੜੀਏ, ਮੱਤ ਸੁਰਤ, ਉਹ ਸੁਣਾਉਂਦੇ ਜਾਂ ਸੁਰਤ ਮਨ ਬੁੱਧ, ਘੜੀਏ ਸੁਰਤ ਮਤ ਮਨ ਬੁੱਧ, ਘੜੀਏ ਸੁਰਾਂ ਸਿਦਾਂ ਕੀ ਸੁਧ। ਬਸ ਉੱਥੇ ਜਦੋਂ ਤੁਸੀਂ ਪਹੁੰਚ ਗਏ ਤੇ ਬਸ ਇੱਥੇ ਕੰਮ ਹੋ ਜਾਣਾ। ਉੱਥੇ ਤੁਹਾਡੀ ਮੱਤ ਵੀ ਘੜੀ ਜਾਣੀ ਹੈ, ਸੁਰਤੀ ਵੀ ਘਟੀ ਜਾਣੀ ਹੈ, ਬੁੱਧ ਵੀ ਘਟੀ ਜਾਣੀ, ਮਨ ਵੀ ਘੜਿਆ ਜਾਣਾ, ਤੇ ਤੁਹਾਡੇ ਅੰਦਰ ਮਨ ਵੀ ਘੜਿਆ ਜਾਣਾ। ਫਿਰ ਤੁਹਾਨੂੰ ਸਿੱਧਾਂ ਵਾਲੀ ਜਿਹੜੀ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਣੀ ਹੈ। ਤੇ ਦਿਵ ਦ੍ਰਿਸ਼ਟੀ ਦਾ ਮਤਲਬ ਇਹੋ ਹੀ ਹੈ, ਫਿਰ ਮਾਇਆ ਦਾ ਜਿਹੜਾ ਗੁਪਤ ਰੂਪ ਹੈ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਣਾ। ਤੁਹਾਨੂੰ ਪਤਾ ਲੱਗ ਜਾਣਾ ਸੰਸਾਰ ਕੀ ਹੈ, ਯਥਾਰਥ ਸੱਚ ਦਿਖ ਜਾਣਾ। ਨਾ ਤੁਹਾਡੇ ਅੰਦਰ ਇਹ ਇੱਛਾ ਪ੍ਰਗਟ ਹੋਣੀ ਆ। ਹਾਂ, ਜ਼ਰੂਰਤਾਂ ਪੂਰੀਆਂ ਕਰੋਗੇ, ਰਹੋਗੇ ਸੰਸਾਰ 'ਚ, ਪਰ ਅੰਦਰੋਂ ਇੱਛਾ ਖਤਮ ਹੋ ਗਈ। ਮਨ ਜਿਹੜਾ ਅਪੰਗ ਹੋ ਜਾਣਾ, ਚਿੱਤ ਨਹੀਂ ਚੱਲਣਾ। ਚਿੱਤ ਨਹੀਂ ਚੱਲਣਾ ਮਤਲਬ ਕਿ ਇੰਦਰੀਆਂ ਦੇ ਰਾਹੀਂ ਜੋ ਵੀ ਤੁਸੀਂ ਗਿਆਨ ਪ੍ਰਾਪਤ ਕਰੋਗੇ, ਉਹਨੂੰ ਪ੍ਰੋਸੈਸ ਨਹੀਂ ਕਰਨਾ ਚਿੱਤ ਨੇ। ਹੁਣ ਖਤਮ ਹੋ ਜਾਣਾ ਪ੍ਰੋਸੈਸ ਦਾ ਮਤਲਬ। ਪਹਿਲਾਂ ਹਲਵਾਈ ਸੀ, ਉਹ ਕੀ ਕਰਦਾ ਸੀ, ਕਿਤੇ ਗੋਭੀ ਚੁੱਕ ਲਿਆਉਂਦਾ ਸੀ, ਕਿਤੇ ਆਲੂ ਚੁੱਕ ਲਿਆਉਂਦਾ ਸੀ, ਕਿਤੇ ਪਕੌੜੇ ਬਣਾਉਣੇ ਸ਼ੁਰੂ ਕਰ ਦਿੰਦਾ ਸੀ। ਹੁਣ ਸਮਾਨ ਉੱਥੇ ਹੈਗਾ ਹੈ, ਪਰ ਉਹਨੇ ਕੁਕਿੰਗ ਨਹੀਂ ਕਰਨੀ ਹੁਣ, ਕਿਉਂਕਿ ਚੇਤੀ ਨਹੀਂ ਚੱਲਣ ਦਿਆ। ਹੁਣ ਜਿਹੜੀ ਰਸੋਈ ਚ ਹੈ ਕਰਦੀ ਨੀ ਹੈਗੀ, ਹੁਣ ਵੱਡੂਗਾ ਕਿਹਦੇ ਨਾਲ? ਬਿਲਕੁਲ ਇੱਛਾ ਨਹੀਂ ਨਾ ਹੈਗੀ। ਨਜ਼ਰ ਸਾਹਿਬ ਪਹਿਲਾਂ ਇੱਛਾ ਸੀ ਨਾ, ਇੱਛਾ ਦੇ ਕਰਕੇ ਪ੍ਰੋਸੈਸ ਚੱਲਣ ਦਿਆ ਸੀ। ਉਹ ਰਸੋਈ ਚ ਕੋਈ ਨਾ ਕੋਈ ਤੜਕਾ ਲਾਈ ਜਾਂਦਾ ਸੀ, ਹੁਣ ਨੀ ਤੜਕਾ ਲੱਗਣਾ, ਕਿਉਂਕਿ ਉਹ ਪ੍ਰੋਸੈਸ ਹੀ ਖਤਮ ਹੋ ਗਿਆ। ਉਹਨੇ ਗੈਸ ਕੋਈ ਬੁਝਾਤੀ ਹੈ ਤੇ ਹੁਣ ਉਹਦੇ ਅੰਦਰ ਪ੍ਰੋਸੈਸ ਹੀ ਨਹੀਂ ਹੋਣਾ। ਉਸੇ ਕਰਕੇ ਮਨ ਜਿਹੜਾ ਅਪੰਗ ਹੋ ਗਿਆ, ਮਨ ਹੁਣ ਕੁਛ ਨਹੀਂ ਕਰ ਸਕਦਾ। ਤੇ ਮਨ ਨੂੰ ਜੜ ਦੇ ਕਰਕੇ ਗਤੀ ਕਰਦਾ ਸੀ, ਹੁਣ ਮਨ ਨੇ ਕੁਛ ਨਹੀਂ ਕਰਨਾ ਤੇ ਸੁਰਤੀ ਆਤਮਾ ਤੱਤ ਚ ਲੀਨ ਹੋ ਜਾਣੀ ਆ। ਤੇ ਉਹ ਫਿਰ ਬ੍ਰਹਮੀ ਹੋ ਜਾਂਦਾ ਬੰਦਾ। ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਫਿਰ ਦੋਨੋਂ ਇੱਕ ਹੋ ਜਾਂਦੇ ਤੇ ਬ੍ਰਹਮੀ ਹੋ ਜਾਂਦਾ। ਕਿਉਂਕਿ ਜਿਹੜਾ ਭਰਮ ਸੀ ਉਹ ਖਤਮ ਹੋ ਗਿਆ। ਜਦੋਂ ਵੀ ਤੁਸੀਂ ਬ੍ਰਹਮ ਚ ਚਲ ਗਏ ਨਾ, ਇੱਕ ਚੀਜ਼ ਯਾਦ ਰੱਖਣੀ, ਤੁਹਾਡੇ ਅੰਦਰ ਇੱਛਾ ਨਹੀਂ ਰਹਿ ਜਾਣੀ। ਮੁੜ ਕੇ ਇੱਛਾ ਖਤਮ ਹੋ ਜਾਣੀ ਨੇ। ਜਦੋਂ ਹੌਲੀ ਹੌਲੀ ਕਰਕੇ ਇੱਕਦਮ ਇੱਛਾ, ਇੱਥੋਂ ਤੱਕ ਕਿ ਪ੍ਰਮਾਤਮਾ ਨੂੰ ਪਾਉਣ ਦੀ ਇੱਛਾ ਵੀ ਖਤਮ ਹੋ ਜਾਣੀ ਹੈ। ਅਜੇ ਤੱਕ ਜਿੰਨੇ ਵੀ ਪ੍ਰਮਾਤਮਾ ਦੀ ਇੱਛਾ ਕੀਤੀ ਹੈ ਨਾ, ਜਿਵੇਂ ਜਿਵੇਂ ਭਗਤੀ ਕਰਦੇ ਗਏ ਸਮਾਂ ਉਹ ਵੀ ਇੱਛਾ ਸ਼ਾਂਤ ਹੋ ਜਾਣੀ। ਕਿਉਂਕਿ ਇੱਛਾ ਕਰਨ ਵਾਸਤੇ ਦੋ ਚਾਹੀਦੇ ਨੇ। ਜੈਸਾ ਦੋਵੇਂ ਇੱਕ ਹੋ ਗਏ, ਫਿਰ ਇੱਛਾ ਕਦੀ ਰਹੀ ਨਹੀਂ। ਕੀ ਗੱਲ, ਜਿਹਨੂੰ ਪਾਉਣਾ ਸੀਗਾ ਉਹਦਾ ਰੂਪ ਬਣ ਗਿਆ ਇਨਸਾਨ, ਤੇ ਫਿਰ ਇੱਛਾ ਕਾਹਦੀ ਰਹਿ ਗਈ? ਤੇ ਫਿਰ ਤੁਸੀਂ ਮੱਥਾ ਵੀ ਨਹੀਂ ਟੇਕਣਾ ਨੂੰ, ਇਹ ਵੀ ਵੇਖ ਲਿਓ। ਹੁਣ ਤੇ ਤੁਸੀਂ ਮੱਥਾ ਟੇਕਦੇ ਨਾ, ਸਾਧਨਾ ਸੁਧਾ ਕਰ ਲੱਗੇ ਹੈ, ਵੈਗਰੂ ਜੇ ਵੋ, ਵੈਗਰੂ ਨਹੀਂ ਕਹਿਣਾ ਮੁੜ ਕੇ। ਕਿਹਨੂੰ ਵੈਗਰੂ ਕਹਿਣਾ? ਉਹ ਇੱਕ ਹੀ ਹੋ ਗਏ ਜੋ। ਉਹ ਤੇ ਜਿਵੇਂ ਜਿਵੇਂ ਤੇ ਅੰਦਰ ਗਏ ਨਾ, ਤਾਂ ਹੀ ਉਹ ਤੇ ਬਗਾਵਤਾਂ ਹੋ ਗਈਆਂ। ਜਿਹੜੇ ਬ੍ਰਹਮ ਗਿਆਨੀ ਬਗਾਵਤ ਨਹੀਂ ਕਰ ਦਿੰਦੇ, ਕਿਉਂਕਿ ਜਿਹੜੇ ਉਹ ਕਰਮ ਕਾਂਡ ਸਾਰੇ ਛੱਡ ਦਿੰਦੇ, ਉਹ ਕੁਛ ਕਰਦੇ ਹੀ ਨਹੀਂ। ਔਰ ਫਿਰ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਇਹ ਕਿੱਦਾਂ ਵਾਹੀ ਤੇ ਏਦਾਂ ਹਜ਼ਾਰਾਂ ਲੱਖਾਂ ਬੰਦੇ ਹੈਗੇ, ਇਕੱਲਾ ਬੰਦਾ ਉਲਟੀ ਉਹ ਵੱਖਰਾ ਹੀ ਰਾਹ ਕੱਢ ਲਿਆ। ਕਬੀਰ ਜੀ ਕਹਿੰਦੇ ਦੇ, ਇੱਕ ਔਕੜ ਘਾਟੀ ਰਾਮ ਕੀਤਾ ਚੜ ਰਹੇ ਹੋ ਕਬੀਰ। ਉਹ ਫਿਰ ਵੱਖਰੀ ਗੇਮ ਆ। ਫਿਰ ਉਹ ਬੰਧਨਾਂ ਚ ਨਹੀਂ ਬੰਦਾ ਹੈਗਾ, ਉਹ ਬੰਦਾ ਵੱਖਰਾ ਬੰਦਾ ਵਾ, ਕਿਉਂਕਿ ਉਹ ਸੰਸਾਰ ਦੇ ਨਾਲ ਉਹਦਾ ਗਲਾਰੀ ਨਹੀਂ ਰਲਣੀ। ਉਹ ਖੁਦ ਬ੍ਰਹਮ ਚ ਚਲ ਗਿਆ। ਤੇ ਉਹ ਫਿਰ ਉਹ ਕਰਮਕਾਂਡੀਆਂ ਨੂੰ ਰਾਸ ਨਹੀਂ ਆਉਂਦੇ ਬੰਦੇ, ਫਿਰ ਬੜੇ ਰੌਲਾ ਪਾਉਂਦੇ ਕਰਮਕਾਂਡੀ, ਇਹ ਕਿੱਦਾਂ ਹੋ ਸਕਦਾ?
ਸਾਡੇ ਵੇਖੋ ਧਾਰਮਿਕ ਸਥਾਨ, ਸਾਡੇ ਕੋਲ ਵੇਖੋ ਕਿੰਨੇ ਗ੍ਰੰਥ ਆ। ਉਹ ਕਹਿੰਦੇ ਤੇਰੇ ਗ੍ਰੰਥਾਂ 'ਚ ਹੈਗੇ ਤੇ ਪੜ੍ਹ ਕੇ ਤੂੰ ਕਿ ਨਹੀਂ ਆ ਜਾਂਦਾ। ਪਰ ਉਹਨਾਂ ਨੇ ਬੜਾ ਵੱਡਾ ਇੱਕ ਔਖੀ ਜਿਹੜੀ ਘਾਟੀ ਹੈ ਉਹਨੂੰ ਚੜਿਆ। ਉਹ ਤੇ ਇਹੋ ਹੀ ਆ ਕਿ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਬਤੀਤ ਕਰਨਾ, ਯਥਾਰਥ ਰੂਪ 'ਚ ਦੇਖਣਾ। ਔਰ ਜਿੰਨਾ ਚਿਰ ਤੱਕ ਨਿੱਜਰ ਸਾਹਿਬ ਅਸੀਂ ਸੱਚ ਦੇ ਨਾਲ ਨਹੀਂ ਚੱਲਦੇ, ਦੇਖੋ ਇੱਕ ਗੱਲ ਯਾਦ ਰੱਖਣੀ, ਇੱਕ ਛੋਟਾ ਜਿਹਾ ਮੇਰਾ ਲਫ਼ਜ਼ ਆਪਣੇ ਕਾਪੀ ਕਰਕੇ ਰੱਖਣਾ ਹੈ, ਜੀਵਨ ਬਦਲ ਜਾਏਗਾ। ਤੁਸੀਂ ਕੇਵਲ ਆਪਣੇ ਜੀਵਨ 'ਚ ਇਮਾਨਦਾਰੀ ਲੈ ਕੇ ਆਉਣੀ ਹੈ, ਬਸ ਕੱਲੀ ਇਮਾਨਦਾਰੀ। ਬਸ ਇਮਾਨਦਾਰੀ ਲੈ ਆਓ ਜੀਵਨ 'ਚ, ਤੁਹਾਡਾ ਜੀਵਨ ਆਪਣੇ ਆਪ ਹੀ ਉੱਚਾ ਹੁੰਦਾ ਹੈ। ਬਾਕੀ ਜਿਹੜੇ ਗੁਣ ਆ ਹੌਲੀ ਹੌਲੀ ਕਰਕੇ ਸਾਡੇ ਜੀਵਨ 'ਚ ਆਪੇ ਆ ਜਾਣੇ। ਔਰ ਭਗਤੀ ਕਰਿਆ ਕਰੋ। ਜੇਕਰ ਨਹੀਂ ਇਮਾਨਦਾਰੀ ਆ ਰਹੀ, ਬੇਈਮਾਨੀ ਹੈਗੀ ਮਨ 'ਚ, ਤੇ ਫਿਰ ਇਹਦਾ ਮਤਲਬ ਹੈ ਕਿ ਭਗਤੀ ਦੀ ਲੋੜ ਹੈ। ਫਿਰ ਭਗਤੀ ਕੀ ਕਰਦੀ, ਹੌਲੀ ਹੌਲੀ ਕਰਕੇ ਜਿਹੜਾ ਚਿੱਤ ਦੇ ਅੰਦਰ ਸੰਸਕਾਰ ਨੇ ਉਹਨਾਂ ਨੂੰ ਕੀ ਕਰਦੀ, ਪੋਲਿਸ਼ ਕਰਦੀ ਆ, ਤੇ ਉਹ ਜਿਹੜੇ ਘਾਹ ਘੂ ਗਿਆ ਉਹਨੂੰ ਪੁੱਟ ਦਿੰਦੀ। ਭਗਤੀ ਹੀ ਇੱਕ ਤਰੀਕਾ ਹੈ, ਹੋਰ ਕੋਈ ਤਰੀਕਾ ਨਹੀਂ ਹੈਗਾ। ਨਿੱਜਰ ਸਾਹਿਬ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰੀਏ। ਹਾਂਜੀ, ਬਹੁਤ ਵਧੀਆ ਜੀ। ਕੱਲ ਨੂੰ ਆਨੰਦ ਸਾਹਿਬ ਪੂਰਾ ਹੋ ਜਾਏਗਾ। ਨਾਲੇ ਨਾ ਇੱਕ ਮੈਂ ਮਾਫੀ ਮੰਗਣਾ ਚਾਹੁੰਦਾ ਹੈ ਕਿ ਅੱਜ ਜਿਹੜਾ ਹੈ ਨਾ ਉਹ ਪੁਰਾਣੇ ਅਕਾਊਂਟ ਤੋਂ ਹੀ ਜਿਹੜਾ ਹੈਗਾ ਮੈਂ ਲੌਗਇਨ ਹੋ ਗਿਆ, ਤੇ ਜਿਹੜੇ ਸੰਗਤ ਫਿਰ ਜਿਹੜੀ ਹੈ 92 ਤੋਂ ਇਹ 100 ਤੋਂ ਉੱਪਰ ਨਹੀਂ ਹੋ ਪਾ ਰਹੀ। ਮਾਫ ਕਰ ਦੇਣਾ ਜੀ, ਬਹੁਤ ਬਹੁਤ ਮੈਂ ਹੱਥ ਜੋੜ ਕੇ ਮਾਫੀ ਮੰਗਦਾ, ਗਲਤੀ ਹੋ ਗਈ। ਨਿੱਜਰ ਸਾਹਿਬ ਉਹਦੀ ਨਾ ਉਹ ਆਈਡੀ ਨਾ ਗਾਂ ਤੋਂ ਧਿਆਨ ਦਿਆ ਕਰੋ, ਕਿਉਂਕਿ ਤੁਹਾਡੀ ਨਾ ਉਹ ਪੁਰਾਣੀ ਛੇਤੀ ਚੁੱਕ ਲੈਣੀ ਇਹਨੇ। ਬਸ ਉਹੀ ਗੱਲ ਹੋ ਗਈ ਜੀ, ਉਹੀ ਗੱਲ ਹੋ ਗਈ। ਤਾਂ ਹੀ ਰੌਲਾ ਪੈ ਗਿਆ ਗਰੁੱਪ 'ਚ। ਹਾਂਜੀ, ਨਹੀਂ ਕੋਈ ਨਹੀਂ, ਕੱਲ ਤੋਂ ਨਹੀਂ ਹੋਏਗਾ ਜੀ। ਠੀਕ ਹੈ, ਠੀਕ ਹੈ। ਬਾਕੀ ਨਿੱਜਰ ਸਾਹਿਬ ਇਹਦੇ ਤੇ ਨਾ ਆਈਡੀ ਤੇ ਆਪਣਾ ਫੋਟੋ ਲਾ ਲਓ। ਠੀਕ ਹੈ ਜੀ, ਠੀਕ ਹੈ। ਉਹ ਜਿਹੜੀ ਤੁਸੀਂ ਦੂਜੀ ਹੈਗੀ ਨਾ ਆਈਡੀ, ਉਹਦੇ ਤੇ ਕੁਝ ਹੋਰ ਫੋਟੋ ਲਾ ਦਿਓ, ਤੁਹਾਨੂੰ ਪਤਾ ਲੱਗ ਜੂ। ਬਿਲਕੁਲ ਜੀ, ਠੀਕ ਹੈ। ਓਕੇ ਸਾਧ ਸੰਗਤ ਜੀ, ਅੱਜ ਦੇ ਵਿਚਾਰ ਇੱਥੇ ਸਮਾਪਤ।